ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਬਲਕਾਰ ਸਿੰਘ ਜੀ। ਸੰਜੀਵ ਜਸ ਖੰਨਾ ਜੀ, ਬੜੀ ਪਿਆਰੀ ਗੱਲ ਕੀਤੀ ਤੁਸੀਂ ਹੁਣੇ ਕਿ ਸਾਰੇ ਮਿੱਤਰਾਂ ਨਾਲ ਤੁਸੀਂ ਸਾਂਝ ਪਾਈ ਆ ਔਰ ਪੰਜਾਬ ਫੋਕਸ ਤੇ, ਔਰ ਅਸੀਂ ਚਾਹੁੰਦੇ ਹਾਂ ਕਿ ਲਗਾਤਾਰ ਸਾਡੇ ਇਹ ਜਿੰਨੇ ਦਰਸ਼ਕ ਨੇ ਇਹਨਾਂ ਪ੍ਰੋਗਰਾਮਾਂ ਨੂੰ ਬੜੇ ਪਿਆਰ ਨਾਲ ਔਰ ਬੜੀ ਮੁਹੱਬਤ ਨਾਲ ਇਹ ਸੁਣ ਰਹੇ ਨੇ, ਵੇਖ ਰਹੇ ਨੇ, ਔਰ ਖਾਸ ਕਰਕੇ ਉਹਨਾਂ ਮੁੱਦਿਆਂ ਨੂੰ ਜਿਹੜੇ ਪੰਜਾਬ ਦੇ ਨਾਲ ਮੁੱਦੇ ਰੋਜ਼ ਦਿਹਾੜੀ ਉਹਨਾਂ ਦੇ ਨਜ਼ਰ ਆਉਂਦੇ ਨੇ ਔਰ ਉਹਨਾਂ ਦੀ ਸੋਲਵ ਵੀ ਹੋ ਰਹੇ ਆ, ਉਹਨਾਂ ਦਾ ਨਿਪਟਾਰਾ ਵੀ ਹੋ ਰਿਹਾ ਔਰ ਕਈ ਮੁੱਦੇ ਕਈ ਅੜ ਵੀ ਜਾਂਦੇ ਆ ਔਰ ਅਸੀਂ ਉਹਨਾਂ ਮੁੱਦਿਆਂ ਨਾਲ ਉਹਨਾਂ ਦੀ ਸਾਂਝ ਪਾਉਂਦੇ ਰਹਿੰਦੇ ਹਾਂ। ਪਰ ਇੱਕ ਗੱਲ ਬਹੁਤ ਵੱਡੀ ਗੱਲ ਆ ਕਿ ਜਿਹਦੇ ਵਿੱਚ ਸਾਡੇ ਕੋਲ ਬਾਹਰਲੇ ਦੇਸ਼ਾਂ 'ਚ ਵੀ ਬੜੇ ਵੱਡੇ ਦਰਸ਼ਕ ਸਾਡੇ ਨਾਲ ਜੁੜੇ ਨੇ, ਜਿਸ ਤਰ੍ਹਾਂ ਅਮਰੀਕਾ 'ਚ ਵੀ ਆ, ਇੰਗਲੈਂਡ ਦੇ ਵੀ ਆ, ਆਸਟ੍ਰੇਲੀਆ ਦੇ, ਨਿਊਜ਼ੀਲੈਂਡ ਦੇ ਦਰਸ਼ਕ ਜ਼ਿਆਦਾ ਪਸੰਦ ਕਰ ਰਹੇ ਆ ਔਰ ਪੰਜਾਬ ਦੇ ਲੋਕ ਤਾਂ ਹੈ ਹੀ ਆ ਸਾਡੇ ਨਾਲ, ਕਿਉਂਕਿ ਤੇ ਇਹ ਤਾਂ ਸਾਡੇ ਬਿਲਕੁਲ ਨਾਲ ਹੀ ਹੈ ਨਾ, ਇੱਕ ਸਾਡੇ ਇੱਕ ਗੁਆਂਢੀ ਤਾਂ ਨਹੀਂ ਹੈਗੇ, ਸਾਡੇ ਬਿਲਕੁਲ ਭਰਾ ਨੇ, ਸੱਜਣ ਨੇ ਔਰ ਉਹੀ ਸੱਜਣ ਸਾਡੇ ਬਾਹਰਲੇ ਦੇਸ਼ਾਂ 'ਚ ਵਸੇ ਨੇ, ਬੱਚੇ ਵੀ ਨੇ ਉੱਥੇ ਔਰ ਖਾਸ ਕਰਕੇ ਤੁਸੀਂ ਉਹਨਾਂ ਮੁੱਦਿਆਂ ਨੂੰ ਲੈਂਦੇ ਜਿਹੜੇ ਬਾਹਰਲੇ ਦੇਸ਼ਾਂ ਨਾਲ ਜੁੜੇ ਨੇ। ਔਰ ਅੱਜ ਕਿਹੜਾ ਮੁੱਦਾ ਲਾਓਗੇ ਸੰਜੀਵ? ਅੱਜ ਸਭ ਤੋਂ ਪਹਿਲਾਂ ਤਾਂ ਸਾਡੇ ਜੋ ਅਮਰੀਕਾ ਦੇ ਵਿੱਚ ਬੈਠੇ ਸਾਰਾ ਪੰਜਾਬੀ ਭਾਈਚਾਰਾ ਔਰ ਸਾਰੇ ਜੋ ਅਮਰੀਕਾ ਦੇ ਦਰਸ਼ਕ ਤੁਸੀਂ ਹਮੇਸ਼ਾ ਵਾਸਤੇ ਵਾਕਈ ਨਾ ਤਰਜੀਹ ਦਿੰਦੇ ਜੇ ਅਮਰੀਕਾ ਦੇ ਦਰਸ਼ਕਾਂ ਲਈ, ਬੜੀ ਅੱਛੀ ਗੱਲ ਹੈ ਕਿਉਂਕਿ ਉਹ ਸਾਡੇ ਪਰਦੇਸੀ ਲੋਕ ਨੇ, ਪਿਆਰੇ ਲੋਕ ਨੇ, NRI ਨੇ, ਪ੍ਰਵਾਸੀ ਭਾਰਤੀ ਨੇ ਸਾਡੇ। ਔਰ ਅੱਜ ਸਾਰੇ ਅਮਰੀਕਾ ਵਾਸੀਆਂ ਨੂੰ ਵਧਾਈ ਦੇਣੀ ਹੈ। ਬਿਲਕੁਲ ਇੰਡੀਪੈਂਡੈਂਸ ਡੇ ਹੈ, 4 ਜੁਲਾਈ ਹੈ। 4 ਜੁਲਾਈ ਹੈ, ਆਜ਼ਾਦੀ ਦਾ ਦਿਵਸ ਹੈ। ਸਾਰਿਆਂ ਨੂੰ ਸਾਡੇ ਵੱਲੋਂ ਦਿਲੀ ਵਧਾਈਆਂ ਔਰ ਬਹੁਤ ਵੱਡੀ ਗੱਲ ਅੱਜ, ਕਿਉਂਕਿ ਅੱਜ ਦਾ ਜਿਹੜਾ ਆਜ਼ਾਦੀ ਦਿਵਸ ਹੈ ਸਾਰੇ ਵਿਸ਼ਵ ਵਿੱਚ ਮਨਾ ਰਹੇ ਆ ਔਰ ਇਸ ਉੱਪਰ ਦੇਸ਼ ਆ, ਬਹੁਤ ਵੱਡਾ ਦੇਸ਼ ਆ, ਸਾਡੇ ਪੰਜਾਬੀ ਭਰਾ ਵੀ ਉੱਥੇ ਵਸੇ ਨੇ ਔਰ ਐਡਵਾਂਸ ਹੀ ਵਧਾਈਆਂ ਮਿਲ ਰਹੀਆਂ ਸੀ ਪਹਿਲਾਂ 1 ਹਫ਼ਤਾ ਪਹਿਲਾਂ ਜੀ। ਬਿਲਕੁਲ। ਔਰ ਜਦੋਂ ਵੀ ਤੁਸੀਂ ਸੈਲੀਬ੍ਰੇਟ ਕਰੋ ਸਾਨੂੰ ਜ਼ਰੂਰ ਯਾਦ ਰੱਖਣਾ, ਅਸੀਂ ਤੁਹਾਡੇ ਦਿਲਾਂ 'ਚ ਆ, ਅਸੀਂ ਤੁਹਾਡੇ ਨਾਲ ਆ ਉੱਥੇ ਹੀ। ਔਰ ਇੱਕ ਦੇਖੋ, ਪਰ ਤੁਸੀਂ ਇੱਕ ਵਾਰੀ ਗੱਲ ਕਹੀ, ਮੈਂ ਗੱਲ ਕੱਟ ਰਿਹਾ ਤੁਹਾਡੀ, ਤੁਸੀਂ ਮਾਲ ਪੂੜੇ ਤੇ ਮੇਰੇ ਕੋਲ ਖਾਣ ਲਈ ਕਿਹਾ ਸੀਗਾ ਵੀ ਮੈਂ ਮਾਲ ਪੂੜੇ ਜਿਹੜੇ ਆਉਣ ਵਾਲੇ ਸਾਵਣ ਆ ਰਿਹਾ 14 ਤਰੀਕ ਤੋਂ ਬਾਅਦ ਮਹੀਨਾ ਆ ਰਿਹਾ, ਸਾਵਣ ਦਾ ਬਹਾਰਾਂ ਆ ਰਹੀਆਂ ਤੇ ਬੱਦਲਵਾਈ ਹੋ ਰਹੀ ਆ, ਮੀਂਹ ਤਾਂ ਹੁਣ ਵਜੇ ਪੈ ਰਿਹਾ ਕਿਉਂਕਿ ਮਾਨਸੂਨ ਪਾਉਣਾ ਪਹਿਲੋਂ ਆ ਗਈਆਂ, ਪਰ ਮਾਲ ਪੂੜੇ ਤੁਸੀਂ ਮੇਰੇ ਕੋਲ ਕਿਹਾ ਸੀ। ਪਰ ਆਜ਼ਾਦੀ ਜਿਹੜੀ ਮਨਾ ਰਹੇ ਨੇ ਅੱਜ ਕੱਲ੍ਹ, ਬਹੁਤ ਵੱਡਾ ਜਸ਼ਨ ਹੈ ਔਰ ਪੂਰੀ ਦੁਨੀਆ 'ਚ ਮਨਾਇਆ ਜਾ ਰਿਹਾ ਆਜ਼ਾਦੀ ਦਾ ਦਿਵਸ, ਉਹਨਾਂ ਕੋਲ ਕੀ ਮੂੰਹ ਮਿੱਠਾ ਕਰਵਾ ਰਹੇ ਜੇ ਉਹਨਾਂ? ਬਿਲਕੁਲ ਜੀ, ਉਹ ਕੇਕ ਖਵਾਉਣਗੇ, ਸਾਨੂੰ ਚਾਕਲੇਟਸ ਖਵਾਉਣਗੇ ਔਰ ਸਾਡੇ ਜਿਹੜੇ ਪੰਜਾਬੀ ਭਰਾ ਬਾਹਰ ਬੈਠੇ ਨੇ ਉਹ ਵੀ ਤਾਂ ਮਾਲ ਪੂਏ, ਪਿੰਨੀਆਂ, ਪੰਜੀਰੀ ਬਹੁਤ ਕੁਝ ਖਵਾ ਸਕਦੇ ਨੇ। ਖੁਸ਼ੀ ਦੇ ਮੌਕੇ ਮਿੱਠਾ ਹੀ ਮੂੰਹ, ਖੁਸ਼ੀ ਦਾ ਮੌਕਾ ਹੈ, ਮਿੱਠਾ ਮੂੰਹ ਕਰਾਂਗੇ। ਔਰ ਨਾਲ ਅਸੀਂ ਇੱਕ ਗੱਲ ਦਾ ਦੇਖੋ ਖਾਸ ਜ਼ਿਕਰ ਕਰਨਾ ਚਾਹੁੰਦੇ ਹਾਂ। ਜ਼ਰੂਰ ਜ਼ਿਕਰ ਕਰਨਾ ਇਸ ਕਰਕੇ ਬਣਦਾ ਹੈ ਕਿ ਦੇਖੋ ਅੱਜ ਸੁਪਰ ਪਾਵਰ ਅਮਰੀਕਾ ਔਰ ਕਿਸੇ ਵਕਤ ਗ੍ਰੇਟ ਬ੍ਰਿਟੇਨ ਰੂਲ ਕਰਦਾ ਸੀ ਔਰ 13 ਕਲੋਨੀਆਂ ਦੁਨੀਆ ਤੇ ਰਾਜ ਕੀਤਾ ਜੀ। ਔਰ 4 ਜੁਲਾਈ 1776 ਨੂੰ ਜਦੋਂ ਆਜ਼ਾਦੀ ਹੋਈ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਉਦੋਂ 13 ਕਲੋਨੀਆਂ ਨੇ ਆਪਣੇ ਆਪ ਨੂੰ ਆਜ਼ਾਦ ਹੋਣਾ ਘੋਸ਼ਿਤ ਕੀਤਾ ਔਰ ਦੇਖੋ ਉਦੋਂ ਤੋਂ ਤਰੱਕੀ ਕਰਦਾ ਅੱਜ ਅਮਰੀਕਾ ਸੁਪਰ ਪਾਵਰ ਡਿਵੈਲਪਡ ਨੇਸ਼ਨ ਹੈ ਔਰ ਸਾਰੀ ਦੁਨੀਆ ਨੂੰ ਇੱਕ ਤੁਸੀਂ ਸਮਝੋ ਕਿ ਲੀਡਰ ਵਾਂਗ ਰਾਹ ਵੀ ਦਿਖਾਉਂਦਾ ਹੈ। ਔਰ ਜਦੋਂ ਇੱਦਾਂ ਮਹਾਨ ਦੇਸ਼ਾਂ ਦੇ ਵਿੱਚ ਮਹਾਨ ਕੰਮ ਹੁੰਦੇ ਨੇ ਉਹ ਸਾਰੇ ਦੁਨੀਆ ਦੇ ਲੋਕਾਂ ਵਾਸਤੇ ਰਾਹ ਦੇ ਸਿਹਰਾ ਵੀ ਬਣਦੇ ਨੇ। ਸੋ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਪੰਜਾਬ ਮਿਲ USA TV ਦੇ ਪਲੇਟਫਾਰਮ ਤੋਂ ਬਹੁਤ-ਬਹੁਤ ਵਧਾਈਆਂ 4 ਜੁਲਾਈ ਦੀਆਂ, ਅਮਰੀਕਨ ਇੰਡੀਪੈਂਡੈਂਸ ਡੇ ਦੀਆਂ। ਸੋ ਅਸੀਂ ਹਮੇਸ਼ਾ ਕਦਰ ਕਰਾਂਗੇ ਇਸ ਗੱਲ ਦੀ ਔਰ ਜਿਸ ਤਰ੍ਹਾਂ ਅਸੀਂ ਹਰ ਇੱਕ ਮੁਲਕ ਦੀ ਗੱਲ ਕਰਦੇ ਹਾਂ, ਜਿੱਥੇ ਵੀ ਉਹਨਾਂ ਨੇ ਸੰਘਰਸ਼ ਕੀਤਾ ਆਜ਼ਾਦੀ ਲੈਣ ਲਈ, ਹਿਊਮਨ ਰਾਈਟਸ ਦੀ ਗੱਲ ਹੁੰਦੀ ਹੈ, ਜਿੱਥੇ ਅੱਗੇ ਵਧਣ ਦੀ ਗੱਲ ਹੁੰਦੀ ਹੈ, ਅਸੀਂ ਹਮੇਸ਼ਾ ਇੱਕ ਦੂਜੇ ਤੋਂ ਸਿੱਖਦੇ ਹਾਂ। ਸੋ ਅਸੀਂ ਹੁਣ ਅੱਗੇ ਵਧਾਂਗੇ। ਇਸ ਪਿਆਰੀ ਜੀ ਘਟਨਾ ਤੋਂ ਬਾਅਦ ਆਉਣੇ ਅਸੀਂ ਪੰਜਾਬ ਦੀ ਧਰਤੀ ਤੇ ਜ਼ਰੂਰ ਔਰ ਐਕਸਪੈਂਸ਼ਨ ਹੋਈ ਹੈ ਮੰਤਰੀ ਮੰਡਲ ਦੇ ਵਿੱਚ 5 ਨਵੇਂ ਮੰਤਰੀ ਸ਼ਾਮਿਲ ਕੀਤੇ ਨੇ ਭਗਵੰਤ ਮਾਨ ਹੁਣਾਂ ਨੇ, CM ਸਾਹਿਬ ਨੇ ਔਰ ਆਲਰੇਡੀ ਉਹਨਾਂ ਕੋਲ 27 ਮਹਿਕਮੇ ਨੇ ਔਰ ਹੁਣ ਉਮੀਦ ਕਰਦੇ ਹਾਂ ਕਿ ਜਦੋਂ 100 ਚੁੱਕ ਸਮਾਗਮ ਹੋਏਗਾ ਤਾਂ ਕੁਝ ਮਹਿਕਮੇ ਇਹਨਾਂ ਸਭ ਨੂੰ ਦਿੱਤੇ ਜਾਣਗੇ ਜਿਹੜੇ 5 ਨਵੇਂ ਵਿਧਾਇਕ ਆਏ ਨੇ, ਤੇ ਨਾਲ ਹੋ ਸਕਦਾ ਕਿ ਕਈ ਮਹਿਕਮੇ ਰੀਸ਼ਫਲ ਵੀ ਕੀਤੇ ਜਾਣ, ਹੈ ਨਾ, ਕੋਈ ਕਿਤੇ ਦਿੱਤਾ ਜਾਵੇ, ਇਹ ਹੁਣ ਆਉਣ ਵਾਲਾ ਵਕਤ ਦੱਸੇਗਾ। ਸੋ ਚੰਗੇ ਮੂਵ ਹੈ ਇਹ। ਹਾਂ ਬਿਲਕੁਲ ਅੱਛੀ ਗੱਲ ਹੈ ਕਿਉਂਕਿ ਕੰਮ ਦਾ ਬੋਝ ਤਾਂ ਹੈ ਹੀ ਆ। ਭਗਵੰਤ ਮਾਨ ਜੀ ਖੁਦ ਆਪ ਵੀ ਬੜੇ ਮਹਿਕਮੇ ਸੀ ਇਹਨਾਂ ਕੋਲ, ਸਿੰਗਲਾ ਜੀ ਚਲੇ ਗਏ ਸੀ, ਉਹਨਾਂ ਨੂੰ ਜਦੋਂ ਬਰਖਾਸਤ ਕਰ ਦਿੱਤਾ, ਸਿਹਤ ਦਾ ਇਹਨਾਂ ਕੋਲ ਸੀਗਾ ਔਰ ਇਸ ਵੇਲੇ ਜਿਹੜਾ ਵੀ 5 ਮੰਤਰੀ ਨਵੇਂ ਲਏ ਆ, ਜਿਸ 'ਚ ਬੀਬੀ ਮਾਨ ਵੀ ਲਿਆ ਉਹਨਾਂ ਨੂੰ ਔਰ ਇਹਦੇ ਵਿੱਚ ਇਹਨਾਂ ਨੇ ਇਹ ਕਿਹਾ ਕਿ ਜਿਹੜੇ ਪੋਰਟਫੋਲੀਓ ਅਜੇ ਦੁਬਾਰਾ ਵੰਡੇ ਜਾਣਗੇ ਉਹਨਾਂ ਦੇ ਸਮਾਗਮ ਤੋਂ ਬਾਅਦ ਔਰ ਇਸ ਤਰ੍ਹਾਂ ਮਹਿਕਮੇ ਵੰਡੇ ਨੇ ਜਿਸ ਤਰ੍ਹਾਂ, ਕਿਉਂਕਿ ਜਿਹੜੇ ਮੇਨ ਮਹਿਕਮੇ ਤਾਂ ਅੱਗੇ ਗਏ ਸੀਗੇ, ਵਿਦਿਆ ਵਾਲਾ ਗਿਆ, ਮੀਤ ਹੇਅਰ ਕੋ ਔਰ ਟਰਾਂਸਪੋਰਟ ਵੀ ਵੰਡਿਆ ਪਿਆ ਹੈ, ਬਾਕੀ ਬਚਦੇ ਜਿਹੜੇ ਇਹ ਮੰਤਰੀ ਹਨ 'ਚ ਵੰਡੇ ਜਾਣਗੇ ਤਾਂ ਕਿ ਬਾਕੀ ਜਿਹੜਾ ਭਾਰ ਹੌਲਾ ਹੋਊਗਾ ਔਰ ਡਿਵੈਲਪਮੈਂਟ ਤਾਂ ਜਿਹੜੀ ਹੋ ਹੀ ਰਹੀ ਹੈ। ਔਰ ਜਦੋਂ ਮੰਤਰੀ ਮੰਡਲ ਦੀ ਬਹਿਸ ਹੁੰਦੀ ਹੈ, ਗੱਲਬਾਤ ਹੁੰਦੀ ਹੈ, ਪਰ ਕਈ ਮਹਿਕਮੇ ਵਿਹਲੇ ਵੀ ਨਜ਼ਰ ਆ ਰਹੇ ਸੀਗੇ ਔਰ ਜਿਸ ਤਰ੍ਹਾਂ ਜੰਗਲਾਤ ਮਹਿਕਮੇ 'ਚ ਵੀ ਬੜਾ ਬਦਲ ਹੋਇਆ, ਉਹਦੇ 'ਚ ਬੜੀ ਘਪਲੇ ਵੀ ਹੋਏ ਆ
ਜਦੋਂ ਸਾਧੂ ਸਿੰਘ ਧਰਮਸੋਤ ਗਿਆ ਔਰ ਉਦੋਂ ਬਾਅਦ ਇਹਨਾਂ ਨੇ ਉਹਦੇ ਤੇ ਵੀ ਬੜੀ ਨਜ਼ਰਸਾਨੀ ਕੀਤੀ ਆ, ਉਹਦੇ 'ਚ ਬੜਾ ਧਿਆਨ ਦਿੱਤਾ ਔਰ ਉਹਦੇ ਵਿੱਚ ਕਿਉਂਕਿ ਜਿੱਥੇ ਜੰਗਲਾਤ ਹੈਗਾ ਪੰਜਾਬ ਦਾ ਬਹੁਤ ਏਰੀਆ ਜੰਗਲਾਂ ਦੇ ਥੱਲੇ ਆਇਆ ਵਾ ਔਰ ਉਹਨਾਂ ਕਪੜਿਆਂ ਨੂੰ ਉਹਨਾਂ ਨੂੰ ਜੋ ਕੁਛ ਉਹ 'ਚ ਪੈਸਾ ਖਾਧਾ ਗਿਆ ਉਹਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ ਕਿ ਇੰਨੇ ਰੁੱਖ ਵੱਢੇ ਗਏ, ਇਹਨਾਂ ਰੁੱਖਾਂ 'ਚੋਂ ਪੈਸਾ ਲਿਆ ਗਿਆ, ਕਮਿਸ਼ਨ ਸੀਗਾ ਉਹਨਾਂ ਦਾ ਔਰ ਉਹਦੇ 'ਚ ਜਿੰਨੇ ਵੀ ਮੰਤਰੀਆਂ ਦੇ ਕੋਲ ਪੈਸਾ ਸੀਗਾ ਉਹਨਾਂ ਦੀ ਜਾਇਦਾਦ ਵੀ ਵੇਖੀ ਗਈ ਹੈ ਵੀ ਕਿੱਥੋਂ ਬਣਾਇਆ ਗਿਆ। ਔਰ ਜੇ ਦੇਖੋ ਮੰਤਰੀ ਇਸ ਤਰ੍ਹਾਂ ਦਾ ਕੰਮ ਕਰ ਲੈਣਗੇ ਤੇ ਬਾਕੀ ਤੁਸੀਂ ਲੋਕਾਂ ਨੂੰ ਕੀ ਸਿੱਖਿਆ ਦਿਓਗੇ ਕਿ ਕੀ ਕਹੋਗੇ ਕਿ ਤੁਸੀਂ ਵੀ ਬਾਜ ਆ ਜਾਓ। ਜੇ ਬਾਜ ਆਪ ਹੀ ਨਹੀਂ ਆਉਣੇ ਜਿਹੜੇ ਕੁਰਸੀਆਂ ਤੇ ਬੈਠੇ ਆ ਜਿਨ੍ਹਾਂ ਨੇ ਸਾਰਿਆਂ ਨੂੰ ਵੰਡਣਾ, ਸਾਰਾ ਪੈਸਾ ਵੰਡਣਾ, ਸਾਰੀਆਂ ਚੀਜ਼ਾਂ ਦੇਣੀਆਂ, ਸਹੂਲਤਾਂ ਦੇਣੀਆਂ, ਜੇ ਉਹੀ ਇਸ ਕੰਮ ਵਾਲੇ ਪਾਸੇ ਨੂੰ ਲੱਗ ਪੈਣਗੇ ਤੇ ਜੇ ਵਾੜ ਹੀ ਖੇਤ ਨੂੰ ਖਾਈ ਜਾਊਗੀ ਤੇ ਦੇਖੋ ਫੁੱਲ ਕਿੱਦਾਂ ਬਚਣਗੇ, ਉਹ 'ਚ ਪੌਦੇ ਕਿੱਦਾਂ ਬਚਣਗੇ, ਫਰੂਟ ਕਿੱਦਾਂ ਲੱਗਣਗੇ, ਫਲ ਕਿੱਦਾਂ ਖਾਵਾਂਗੇ, ਇਹ ਸਾਰਾ ਕੁਝ ਬੜਾ ਮਾੜੀ ਗੱਲ ਹੈ। ਸੋ 5 ਵਿਧਾਇਕ ਨਵੇਂ ਆਏ ਨੇ, ਅਮਨ ਅਰੋੜਾ, ਡਾਕਟਰ ਇੰਦਰਬੀਰ ਨਿੱਜਰ, ਚੇਤਨ ਮਾਜਰਾ ਜੀ ਔਰ ਇੱਕ ਹੈਗੇ ਨੇ ਲੇਡੀ ਅਨਮੋਲ ਗਗਨਮਾਨ, ਇੱਕ ਫੌਜਾ ਸਿੰਘ ਸਿਰੋਹੀ ਸਾਹਿਬ ਨੇ, ਚੇਤਨ ਜੋਰਾ ਹਾਜ਼ਰਾ। ਜੀ ਇਹ ਸਾਰੇ 5 ਮੰਤਰੀ ਲਏ ਨੇ, ਮੰਤਰੀ ਲਿੱਤੇ ਨੇ ਔਰ ਪੜ੍ਹੇ ਲਿਖੇ ਸਾਰੇ ਸੂਝਵਾਨ ਔਰ ਇਹ ਲੋਕਾਂ ਦੀ ਨੁਮਾਇੰਦਗੀ ਕਰਨਗੇ। ਅੱਛੀ ਗੱਲ ਹੈ ਕਿ ਜਿਹੜੇ ਇਹਨਾਂ ਕੋਲ ਮਹਿਕਮੇ ਆ ਗਏ ਉਹਨਾਂ ਮਹਿਕਮਿਆਂ ਦਾ ਵਿੱਚ ਵਿਕਾਸ ਕਰਨਗੇ, ਲੋਕਾਂ ਦਾ ਜਿਹੜਾ ਭਲਾ ਕਰਨਗੇ, ਜਿੱਥੇ ਜਿੱਥੇ ਯੋਜਨਾਵਾਂ ਬਣਨਗੀਆਂ, ਸਕੀਮਾਂ ਆਉਣਗੀਆਂ ਨਵੀਆਂ। ਇਹ ਵੈਸੇ ਤਾਂ ਮੰਤਰੀ ਮੰਡਲ ਜਿਹੜਾ ਬਣਦਾ ਇਹਦੀ ਕੈਬਨਿਟ ਦੀ ਮੀਟਿੰਗ ਹੁੰਦੀ ਹੈ ਔਰ ਮੁੱਖ ਮੰਤਰੀ ਦੀ ਸਿਫਾਰਿਸ਼ ਨਾਲ ਜੋ ਕੁਝ ਕੀਤਾ ਜਾਂਦਾ ਉਹਦੇ ਕੋਲ ਪੁੱਛਿਆ ਜਾਂਦਾ ਵੀ ਕੀ ਕੁਝ ਕਰਨਾ, ਅਪਰੂਵਲ ਤਾਂ ਮੁੱਖ ਮੰਤਰੀ ਦਿੰਦਾ, ਉਹਦੀ ਸਲਾਹ ਨਾਲ ਹੁੰਦੀ ਹੈ। ਜਿਹੜੇ ਮੀਡੀਆ ਐਡਵਾਈਜ਼ਰ ਉਹਨਾਂ ਨਾਲ ਵੀ ਹੁੰਦੇ ਤੇ ਪਾਲਿਸੀ ਜਦੋਂ ਬਣਦੀ ਹੈ ਇਹਦੀ ਇਹ ਹਾਈਲਾਈਟ ਵੀ ਹੁੰਦੀ ਹੈ, ਲੋਕਾਂ ਤੱਕ ਵੀ ਗੱਲ ਜਾਂਦੀ ਹੈ ਕਿ ਆਹ ਅਸੀਂ ਕੰਮ ਸ਼ੁਰੂ ਕਰ ਦਿੱਤੇ ਆ, ਹੁਣ ਇਹਨਾਂ ਤੇ ਤੁਹਾਡਾ ਕੀ ਵਿਚਾਰ ਹੈ। ਔਰ ਇਹ ਆਪ ਸਰਕਾਰ ਦਾ ਥੋੜ੍ਹਾ ਜਿਹਾ ਇਹ ਰਿਹਾ ਵਾ, ਬਿਲਕੁਲ ਇਹ ਕੁਆਲਿਟੀ ਰਹੀ ਹੈ ਕਿ ਇਹਨਾਂ ਨੇ ਜੋ ਕੁਝ ਕੀਤਾ ਪਹਿਲਾਂ ਰਾਏ ਤਾਂ ਲੋਕਾਂ ਕੋਲ ਲਈ ਆ। ਜਿਸ ਤਰ੍ਹਾਂ ਇੱਕ ਗੱਲ ਹੋਰ ਵੀ ਹੈਗੀ ਆ, ਜਿਸ ਤਰ੍ਹਾਂ ਇਹਨਾਂ ਨੇ ਹੁਣ ਮੰਤਰੀ ਬਣਾਏ ਆ, ਇਹ ਆਪਣੇ ਸਲਾਹਕਾਰ ਵੀ ਨਿਯੁਕਤ ਕਰ ਰਹੇ ਆ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਤੋਂ ਬਾਅਦ ਉਹਨਾਂ ਨੇ ਉਹ ਸਲਾਹ ਕਰ ਲੈਣੇ ਆ ਜਿਸ 'ਚ ਮੀਡੀਆ ਵਾਲੇ ਵੀ ਹੋਣਗੇ, ਜਿਹਦੇ 'ਚ ਸੂਝਵਾਨ ਲੋਕ ਹੋਣਗੇ, ਜਿਹੜੇ ਅਰਥ ਸ਼ਾਸਤਰੀ ਵੀ ਹੋਣਗੇ। ਇਹ ਕਿਸ ਤਰ੍ਹਾਂ ਦਾ ਇੱਕ ਐਡਵਾਈਜ਼ਰੀ ਕਮੇਟੀ ਬਣਾ ਰਹੇ ਆ ਜਿਨ੍ਹਾਂ ਦੀ ਸਲਾਹ ਲਈ ਜਾਊਗੀ ਕਿੱਥੇ ਕਿੱਥੇ ਕੀ ਕਰਨਾ, ਜਿੱਦਾਂ ਰੋਡ ਮੈਪ ਬਣ ਰਿਹਾ। ਕਿਉਂਕਿ ਇਕੱਲਾ ਤਾਂ ਬੰਦਾ ਇਹਨਾਂ ਨਹੀਂ ਸੋਚ ਸਕਦਾ, ਚਾਹੇ ਉਹ ਮੁੱਖ ਮੰਤਰੀ ਨੇ, ਪਰ ਜਿਹੜੇ ਸੂਝਵਾਨ ਪ੍ਰੋਫੈਸਰ ਆ, ਵਾਈਸ ਚਾਂਸਲਰ ਆ, ਹੈੱਡ ਆਫ ਦੀ ਡਿਪਾਰਟਮੈਂਟ ਰਹੇ ਆ, ਹੈ ਨਾ, ਉਹਦੇ 'ਚੋਂ ਸਾਰੇ ਮਹਿਕਮਿਆਂ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਬੰਦਿਆਂ ਨੂੰ ਸਿਫਾਰਿਸ਼ਾਂ ਪੈ ਰਹੀਆਂ, ਉਹਨਾਂ ਨੂੰ ਲੈ ਰਹੇ ਆ। ਗੱਲ ਇਹ ਬੜੀ ਵੱਡੀ ਗੱਲ ਆ, ਅੱਛੀ ਗੱਲ ਜੀ। ਗੱਲ ਇਹ ਹੈ ਕਿ ਇਹ ਤਾਂ ਸਾਰਿਆਂ ਦੀ ਜ਼ਿੰਮੇਵਾਰੀ ਹੈ, ਜਿੱਥੇ ਕੋਈ ਆਪਣਾ ਯੋਗਦਾਨ ਪਾ ਸਕਦਾ ਉਹਨੂੰ ਪਾਉਣਾ ਚਾਹੀਦਾ, ਕਿਉਂਕਿ ਸਾਰੇ ਪੰਜਾਬ ਵਾਸੀ ਨੇ। ਹਰ ਚੀਜ਼ ਆਪਾਂ ਗਵਰਨਮੈਂਟ ਦੇ ਉੱਤੇ ਨਹੀਂ ਸੁੱਟ ਸਕਦੇ। ਸੋ ਇਹ ਜਿਹੜੀ 3 ਮਹੀਨੇ ਦੀ ਕਾਰਗੁਜ਼ਾਰੀ ਹੈ, ਹੁਣ ਐਕਸਪੈਂਸ਼ਨ ਹੋ ਰਹੀ ਹੈ ਕੈਬਨਿਟ ਦੀ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ 3 ਮਹੀਨੇ ਦੀ ਕਾਰਗੁਜ਼ਾਰੀ ਤੋਂ ਬਾਅਦ ਮਾਨ ਸਰਕਾਰ ਕਿੱਥੇ ਖੜੀ ਹੈ? ਕਿਉਂਕਿ ਅਸੀਂ ਦੇਖਦੇ ਹਾਂ ਕਿ ਜੋ ਪੰਜਾਬ ਦੀਆਂ ਸੰਗਰੂਰ 'ਚ ਜ਼ਿਮਨੀ ਚੋਣਾਂ ਹੋਈਆਂ ਨੇ, ਉਹਦਾ ਇਕੱਲਾ ਫੈਕਟਰ ਸਿਰਫ ਸਿੱਧੂ ਮੂਸੇਵਾਲੇ ਦਾ ਕਤਲ ਕਾਂਡ ਹੈ ਕਿ ਸਿਕਿਉਰਿਟੀ ਪਰਪਸ ਨੂੰ ਲੈ ਕੇ, ਜਾਂ ਕੋਈ ਹੋਰ ਵੀ ਕਾਰਨ ਰਹੇ ਨੇ? ਤੁਹਾਨੂੰ ਕੀ ਲੱਗਦਾ ਹੈ? ਕਿਉਂਕਿ ਉੱਥੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਵਕਤ ਲੋਕਾਂ ਦੀ ਸੋਚ ਕਿੱਧਰ ਨੂੰ ਜਾ ਰਹੀ ਹੈ ਆਮ ਆਦਮੀ ਪਾਰਟੀ ਨੂੰ ਲੈ ਕੇ। ਪਤਾ ਇਹ ਗੱਲ ਹੈ ਕਿ ਜਿਹੜੀ ਸੰਗਰੂਰ ਵਾਲੀ ਆ ਉਹਦੇ ਤੇ ਬਿਲਕੁਲ ਇੱਕ ਇਕੱਲਾ ਮੁੱਦਾ ਨਹੀਂ ਹੈਗਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਣ ਤੋਂ ਬਾਅਦ ਲੋਕਾਂ ਦੀ ਰਿਜ਼ੈਂਟਮੈਂਟ ਆ, ਤਾਂ ਇਹਦਾ ਕਰਕੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ। ਕਿਉਂਕਿ ਵਾਰ-ਵਾਰ ਤਾਂ ਵੋਟਾਂ ਨਹੀਂ ਪਾਉਣਗੇ, 2 ਵਾਰੀ ਆਲਰੇਡੀ ਉੱਥੋਂ ਜਿੱਤ ਚੁੱਕਿਆ ਭਗਵੰਤ ਮਾਨ ਔਰ MP ਰਿਹਾ। ਹੁਣ ਇਹ ਜਿਹੜੀ ਗੱਲ ਸੀ ਕਿ ਪੰਜਾਬ ਦੀ ਨਹੀਂ ਸੀ, ਬਾਹਰ 'ਚ ਉਹਨਾਂ ਨੇ ਸੈਂਟਰ 'ਚ ਬੈਠਣਾ ਹੈਗਾ ਔਰ ਆਲਰੇਡੀ ਇਹਨਾਂ ਨੂੰ ਬਹੁਮਤ ਦੇ ਦਿੱਤਾ ਉਹਨਾਂ ਨੇ ਕਿਉਂਕਿ ਇਹ ਇਲਾਕਾ ਇਹਨਾਂ ਦਾ ਵੀ ਹੈਗਾ, ਸਿਮਰਨਜੀਤ ਮਾਨ ਦਾ ਆਪਣਾ ਖੁਦ ਇਲਾਕਾ ਹੈਗਾ ਔਰ ਇਹ ਬੜਾ ਵਧੀਆ ਡਿਸੀਜਨ ਲੈ ਲਿਆ ਕਿ ਪੜ੍ਹਿਆ ਲਿਖਿਆ ਬੰਦਾ ਇਹਨਾਂ ਨੇ ਉੱਥੇ ਭੇਜ ਦਿੱਤਾ ਤਾਂ ਕਿ ਇੱਕ ਆਫੀਸਰ ਸੀਗਾ ਰਿਟਾਇਰ ਆਪਣੇ, ਜਦੋਂ ਅਸਤੀਫਾ ਦਿੱਤਾ ਇਹਨਾਂ ਨੇ SSP ਤੋਂ, ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ ਇਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈਗਾ। ਔਰ ਦੂਜੀ ਗੱਲ ਰਹੀ ਜਿਹੜੀ ਆਪਾਂ ਇਹਨਾਂ ਲੋਕਾਂ ਨੇ ਜੋੜ ਲਿਆ ਕਿ ਇਹਦੇ 'ਚ ਲੋਕ ਨਾਰਾਜ਼ ਹੋਏ ਨੇ, ਇਹ ਤਦ ਕਰਕੇ ਉੱਥੇ ਸਰਕਾਰ ਨਹੀਂ ਜਿੱਤੀ ਇਹਨਾਂ ਦੀ। ਕਿਉਂਕਿ ਇਹਨਾਂ ਦਾ ਇੱਕ ਹੋਰ ਵੀ ਗੱਲ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਆਪਣੇ ਪਿੰਡ 'ਚੋਂ ਵੋਟਾਂ ਨਹੀਂ ਪਈਆਂ, ਜਦੋਂ ਕਿ ਇਹਨਾਂ ਨੂੰ ਆਪਣੇ ਪਿੰਡ 'ਚੋਂ ਵੋਟਾਂ ਬਹੁਤ ਪੈ ਗਈਆਂ, 848 ਦੇ ਕਰੀਬ ਵੋਟਾਂ ਪਈਆਂ ਇਹਨਾਂ ਨੂੰ, ਉਹਨਾਂ ਨੂੰ 199 ਕਿੰਨੀਆਂ ਵੋਟਾਂ ਇਹਨਾਂ ਨੂੰ ਪਈਆਂ ਸਿਮਰਨਜੀਤ ਮਾਨ ਨੂੰ। ਇਹ ਖੁਦ ਆਪਣੇ ਪਿੰਡ 'ਚੋਂ ਮਿਲੀ ਇਹਨਾਂ ਨੂੰ ਵੋਟ, ਉੱਥੇ ਵੋਟ ਥੋੜ੍ਹੀ ਹੈ, ਛੋਟਾ ਪਿੰਡ ਆ। ਇਹ ਕਈ ਵਾਰੀ ਸਾਡੇ ਵੱਲੋਂ ਪ੍ਰਿੰਟ ਮੀਡੀਆ ਵੱਲੋਂ ਕਈ ਤਰ੍ਹਾਂ ਦੀਆਂ ਗੱਲਾਂ ਉਛਾਲੀਆਂ ਜਾਂਦੀਆਂ। 3 ਮਹੀਨਿਆਂ ਦੀ ਜੇ ਦੀ ਹੈਗੀ ਹੈ ਤਾਂ ਕੋਈ ਮਾੜੀ ਰਿਪੋਰਟ ਨਹੀਂ, ਕੰਪੈਰੀਟਿਵਲੀ ਜੇ ਅਸੀਂ ਦੂਜੀਆਂ ਸਰਕਾਰਾਂ ਨਾਲ ਵੇਖਿਆ ਜਾਵੇ। ਜੋ ਇਹਨਾਂ ਨੇ ਕੰਮ ਕੀਤਾ ਵਾ ਕੋਈ ਮਾੜਾ ਨਹੀਂ ਕੰਮ ਕੀਤਾ, ਸ਼ਾਰਟ ਪੀਰੀਅਡ 'ਚ ਆਊਟਪੁੱਟ ਠੀਕ ਦਿੱਤੀ ਹੈ, ਬਹੁਤ ਅੱਛੀ ਹੈ। ਹਾਂ ਜੋ ਕੁਝ ਦਿੱਤਾ ਇੱਕਦਮ ਤਾਂ ਨਹੀਂ, ਜਾਦੂ ਦੀ ਛੜੀ ਨਾਲ ਤਾਂ ਨਹੀਂ ਕੰਮ ਹੁੰਦਾ ਸਾਰਾ ਕੁਝ, ਕਿਤੇ ਨਾ ਕਿਤੇ ਕ੍ਰਿਟਿਸਿਜ਼ਮ ਹੁੰਦਾ ਹੈ। ਕ੍ਰਿਟਿਸਿਜ਼ਮ ਇਹ ਹੁੰਦਾ, ਹੁਣ ਜਿਸ ਤਰ੍ਹਾਂ ਇਹ 5 ਬੰਦੇ ਚੁਣੇ ਗਏ, ਮੀਟਿੰਗ ਹੋਈ ਹੈ, ਮੀਟਿੰਗ ਦੇ ਵਿੱਚ ਕੇਜਰੀਵਾਲ, ਰਾਘਵ ਚੱਡਾ ਔਰ CM ਮਾਨ 3 ਜਣੇ ਨੇ, ਇਹਨਾਂ ਨੂੰ ਸਭ ਸੀਕ੍ਰੇਟ ਪਤਾ ਕਿ ਅੰਦਰ ਕੀ ਹੋ ਰਿਹਾ। ਤਾਂ ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਹਰ ਗੱਲ ਉੱਧਰ, ਹਰ ਗੱਲ ਉੱਥੋਂ, ਮਤਲਬ ਤੁਸੀਂ CM ਹੋ, ਐਜ਼ CM ਤੁਸੀਂ ਆਪਣੇ ਸਾਰੇ
ਟੀਮ ਨੂੰ ਲੈ ਕੇ ਕਿੱਦਾਂ ਗੱਲਬਾਤ ਕਰਦੇ ਹੋ, ਜਾਂ ਹਰ ਵਾਸਤੇ ਤੁਹਾਨੂੰ ਉਧਰ ਹੀ ਜਾਣਾ ਪਏਗਾ? ਕੇਜਰੀਵਾਲ ਸਾਹਿਬ, ਰਾਘਵ ਚੱਡਾ, ਇਹੀ ਗੱਲ ਇਹ ਹੈਗੀ ਕਿ ਭਗਵੰਤ ਮਾਨ ਅਜੇ ਨਿਊਲੀ ਕਮਰ ਆ, ਇਹਨੇ ਅਜੇ ਹੁਣ ਟੇਕ ਓਵਰ ਕੀਤਾ ਵਾ ਪੰਜਾਬ ਲਈ। ਉਹ ਆਲਰੇਡੀ ਉੱਥੇ ਕਰ ਚੁੱਕੇ ਆ, ਉਹਨਾਂ ਨੇ ਬਹੁਤ ਕੁਝ ਕੀਤਾ ਵੀ ਦਿੱਲੀ ਲਈ। ਦਿੱਲੀ ਦੇ ਲੋਕ ਬਹੁਤ ਪੜ੍ਹੇ ਲਿਖੇ ਆ, ਇੰਟੈਲੀਜੈਂਟ ਲੋਕ ਆ, ਪੰਜਾਬ ਨਾਲੋਂ ਜ਼ਿਆਦਾ ਸੂਝਵਾਨ ਆ, ਜਿਨ੍ਹਾਂ ਨੂੰ ਇਹਨਾਂ ਨੇ ਇੰਨੀਆਂ ਸਹੂਲਤਾਂ ਦੇ ਦਿੱਤੀਆਂ, ਕਿਉਂਕਿ ਉੱਥੇ ਵਣ ਦੀ ਲੱਕੜੀ ਹੈ, ਬਹੁਤ ਬਹੁਤ ਦੂਰੋਂ ਆ ਕੇ ਬੈਠੇ ਲੋਕ। ਉੱਥੇ ਬਿਜਲੀ ਪਹਿਲੋਂ ਫ੍ਰੀ ਉਹਨੇ ਦਿੱਤੀ, ਉੱਥੇ ਪਾਣੀ ਬਿਲਕੁਲ ਕਰਤਾ। ਇੱਕ ਜ਼ਮਾਨਾ ਸੀ ਕਿ ਜਦੋਂ ਪਾਣੀ ਦਾ ਗਲਾਸ, ਜਦੋਂ 2 ਰੁਪਏ ਦਾ ਪਾਣੀ ਦਾ ਗਲਾਸ ਮਿਲਦਾ ਸੀ ਰੇਹੜੀਆਂ ਦੇ ਉੱਤੇ, ਹੁਣ ਪਾਣੀ ਫ੍ਰੀ ਕਰ ਦਿੱਤਾ ਉਹਨਾਂ ਨੇ। ਸੜਕਾਂ ਬਿਲਕੁਲ ਠੀਕ ਕਰ ਦਿੱਤੀਆਂ ਉਹਨਾਂ ਨੇ। ਐਜੂਕੇਸ਼ਨ ਸਟੈਂਡਰਡ ਦੀ ਰੱਖੀ ਆ। ਜੇ ਉਹਨਾਂ ਦੀ ਸਲਾਹ ਲੈਂਦੇ ਤਾਂ ਮੇਰੇ ਖਿਆਲ ਨਾਲ, ਮੇਰੇ ਨਿੱਜੀ ਖਿਆਲ ਨਾਲ ਨਹੀਂ, ਬਾਕੀ ਲੋਕ ਜਿਹੜੇ ਜਿਹੜੇ ਸੂਝਵਾਨ ਲੋਕ ਆ ਕਹਿ ਰਹੇ ਆ ਕਿ ਅੱਛੀ ਗੱਲ ਹੈਗੀ। ਜੇ ਸਲਾਹ ਲੈ ਲਈ ਕੋਈ ਮਾੜੀ ਨਹੀਂ। ਜੇ ਦੂਜੀਆਂ ਪਾਰਟੀਆਂ ਇਹਦੇ ਤੇ ਕੋਈ ਨਾ ਕੋਈ ਤੰਜ ਕੱਸਦੀਆਂ, ਉਹ ਗਲਤ ਗੱਲ ਹੈਗੀ ਆ। ਕਾਂਗਰਸ ਖੁਦ ਜਦੋਂ ਆਪਣੇ ਉੱਥੋਂ ਸੋਨੀਆ ਗਾਂਧੀ ਦੀ ਸਲਾਹ ਚੱਲਦੀ ਰਹੀ ਆ, ਰਾਹੁਲ ਗਾਂਧੀ ਨੂੰ ਪੁੱਛਦੇ ਰਹੇ, ਸੁਪਰੀਮੋ ਤੇ ਰਹੇ ਉੱਥੇ, ਉਹਨਾਂ ਨਾਲ ਗੱਲ ਕਰਦੇ ਰਹੇ। ਅਕਾਲੀ ਦਲ ਖੁਦ ਬੀਜੇਪੀ ਦੇ ਨਾਲ ਰਹੇ ਉੱਥੇ। ਅਕਾਲੀ ਦਲ ਨੇ ਜਦੋਂ ਜਾਂ ਕਿਸਾਨ ਵਿਰੋਧੀ ਬਿੱਲ ਬਣ ਗਿਆ, ਉਦੋਂ ਤੇ ਇਹਨਾਂ ਨੇ ਉੱਥੇ ਆਪ ਸਾਈਨ ਕਰ ਦਿੱਤੇ, ਹਰਸਿਮਰਤ ਦੇ, ਤੇ ਉੱਥੋਂ ਆਪ ਉੱਥੋਂ ਰਿਜ਼ਾਈਨ ਕੀਤਾ। ਇੱਥੇ ਇੱਕ ਚੀਜ਼ ਆਉਂਦੀ ਆ ਕਿ ਸਲਾਹ ਲੈਣਾ ਤੇ ਇੱਕ ਫੈਸਲੇ ਉੱਥੋਂ ਹੋਣੇ, ਦੋਵਾਂ 'ਚ ਫਰਕ ਹੈ। ਜੇ ਸਲਾਹ ਲੈਂਦੇ ਆ ਵੱਖਰੀ ਗੱਲ, ਲੇਕਿਨ ਫੈਸਲੇ ਉੱਥੋਂ ਹੁੰਦੇ ਨੇ, ਕਿਉਂਕਿ ਕਈ ਵਾਰ ਲੋਕ ਇਸ ਐਕਸਪਰਟਸ ਸੇ ਕਹਿੰਦੇ ਨੇ ਕਿ ਉੱਥੋਂ ਫੈਸਲੇ ਹੁੰਦੇ ਨੇ। ਔਰ ਇੱਕ ਗੱਲ ਤੁਸੀਂ ਵੀ ਕਹੀ ਹੈ ਕਿ ਉਹ ਲੋਕ ਸੂਝਵਾਨ ਨੇ, ਮਤਲਬ ਪੰਜਾਬ ਦੇ ਵਿੱਚ ਵੀ ਤਾਂ ਸੂਝਵਾਨ ਲੋਕ ਬੈਠੇ ਨੇ। ਹੁਣ ਤੱਕ ਪੰਜਾਬ ਕੰਪੈਰੀਟਿਵਲੀ ਆਪਾਂ ਦਿੱਲੀ ਨਾਲ ਨਹੀਂ ਰਹਿ ਸਕਦੇ। ਸਾਡੇ ਲੋਕ ਪਿੰਡਾਂ 'ਚ ਵਸ ਰਹੇ ਆ, ਇੰਨੇ ਪੜ੍ਹੇ ਲਿਖੇ ਨਹੀਂ ਹੈਗੇ ਜਿੰਨੇ ਲੋਕ ਤੁਸੀਂ ਦਿੱਲੀ ਦੇ ਵਿੱਚ ਲੋਕ ਦੇਖੋਗੇ। ਜਾ ਕੇ ਖੁਦ ਜਾ ਕੇ ਕਿਤੇ ਚੱਕਰ ਲਾ ਕੇ ਦੇਖੋ, ਉੱਥੇ ਬਾਹਰਲੇ ਸੂਬਿਆਂ 'ਚੋਂ ਆ ਕੇ ਲੋਕ ਬੈਠੇ ਆ। ਹੈੱਡ ਆਫ ਦੀ ਡਿਪਾਰਟਮੈਂਟ ਆ, ਕਿਉਂਕਿ ਜਿੰਨੇ ਵੀ ਮਹਿਕਮਿਆਂ ਦਾ ਹੈੱਡ ਆਫਿਸ ਆ ਦਿੱਲੀ 'ਚ, ਔਰ ਉੱਥੇ ਬਸ ਬਚਦੇ ਹੋ। ਉਹਨਾਂ ਨੂੰ ਚੀਜ਼ ਮੰਗਣੀ ਵੀ ਆਉਂਦੀ ਹੈ, ਕਹਿਣੀ ਵੀ ਆਉਂਦੀ ਹੈ, ਸਾਰਾ ਕੁਝ ਆਉਂਦਾ। ਪੰਜਾਬ ਦੇ ਲੋਕ ਖੇਤੀਬਾੜੀ ਵਾਲੇ ਲੋਕ ਨੇ, ਇਹਨਾਂ ਨੂੰ ਕੋਈ ਡਿਮਾਂਡ ਨਹੀਂ ਕਰਦੇ, ਨਾ ਕੋਈ ਮੰਗਦੇ ਆ। ਜਿੰਨਾ ਕੁ ਮਿਲ ਗਿਆ ਠੀਕ ਹੈਗਾ, ਪਰ ਉਹ ਗਲ 'ਚ ਗੂੜ ਦੇ ਕੇ ਵੀ ਲੈ ਲੈਂਦੇ ਆ। ਔਰ ਦਿੱਲੀ ਤੇ ਰਾਜ ਕਰਨਾ ਛੋਟੀ ਗੱਲ ਨਹੀਂ। ਇਹਨੇ ਜੋ ਕੁਝ ਕੀਤਾ, ਇਹਨਾਂ ਨੇ, ਕੇਜਰੀਵਾਲ ਨੇ ਵਧੀਆ ਕੀਤਾ, ਇੱਕ ਆਪਣੇ ਆਪ ਨੂੰ ਉਦਾਹਰਨ ਸਾਬਤ ਕਰ ਦਿੱਤਾ। ਪਰ ਜੇ ਉਹਨਾਂ ਕੋਲ ਸਲਾਹ ਵੀ ਲੈ ਲਈ ਜਾਂ ਉਹਨਾਂ ਨੇ ਕਰ ਵੀ ਲਿਆ, ਤੇ ਮੇਰਾ ਖਿਆਲ ਹੈ ਕੋਈ ਇਦਾਂ ਦੀ ਗੱਲ ਨਹੀਂ। ਸਲਾਹ ਲੈਣ ਜੇ ਆਪਾਂ ਹੁਣੇ ਤੇ ਇਹ ਲੋਕ ਕਹਿ ਰਹੇ ਜੀ ਭੱਜ ਕੇ ਦਿੱਲੀ ਨੂੰ ਜਾ ਰਹੇ, ਕਿਹੜੀ ਗੌਰਮੈਂਟ ਨਹੀਂ ਜਾਂਦੀ ਰਹੀ? ਕਿਉਂਕਿ ਇੱਕ ਬਹੁਤ ਵੱਡਾ ਸੂਬਾ ਵਾ ਜਿਹਦਾ ਇਹਨਾਂ ਨੇ ਕੰਮ ਕਰਨਾ। ਜੇ ਉਹਦੀ ਸਲਾਹ ਲੈ ਲਈ ਤੇ ਮੇਰਾ ਖਿਆਲ ਇਹਦੇ 'ਚ ਕੋਈ ਇਦਾਂ ਦੀ ਗੱਲ ਹੀ ਨਹੀਂ, ਕਿਉਂਕਿ ਇਹ ਕਿਹੜਾ ਉੱਥੇ ਪੈਸਾ ਦੇ ਕੇ ਆਉਂਦੇ ਆ, ਸਲਾਹ ਹੀ ਲੈਂਦੇ ਆ। ਸਲਾਹ ਲੈਣਾ ਚੰਗੀ ਗੱਲ, ਕਿਉਂਕਿ ਉਹ ਐਕਸਪੀਰੀਅੰਸ ਐਕਸਪੀਰੀਅੰਸ ਉਹਨਾਂ ਕੋਲ ਹੈਗਾ। ਔਰ ਦੇਖੋ ਮਾਹਿਰ ਨੇ, ਕਿਉਂਕਿ ਇਹ ਤਾਂ ਡਿਬੇਟ ਵਾਲਾ ਸਵਾਲ ਹੈ, ਆਈਐਸ ਆਫੀਸਰ ਆ ਰਿਟਾਇਰਡ ਤੇ ਡਿਬੇਟ ਹੋ ਸਕਦੀ ਹੈ, ਤੇ ਤਾਂ ਕਾਫੀ ਲੰਬੀ ਚੌੜੀ ਗੱਲ ਇੰਨੀ ਕਹਿ ਕੇ ਨਾ, ਜੋ ਐਕਸਪਰਟਸ ਇਹ ਮੰਨਦੇ ਨੇ ਕਿ ਪੰਜਾਬ ਇੱਕ ਵੱਡੀ ਸਟੇਟ ਆ, ਇੱਕ ਬਹੁਤ ਵੱਡਾ ਸੂਬਾ ਹੈ, ਔਰ ਦਿੱਲੀ ਉਹਦਾ ਇੱਕ ਏਰੀਆ ਹੈ, ਉਹਨਾਂ ਕੋਲ ਇੱਕ ਬਿਗ ਕਾਰਪੋਰੇਸ਼ਨ ਜਿੰਨਾ ਹੀ ਏਰੀਆ ਹੈ, ਨਾਟ ਅ ਸਟੇਟ ਨਹੀਂ ਹੈ, ਐਡਾ ਵੱਡਾ ਚੀਜ਼ ਨਹੀਂ ਹੈ ਜਿੱਡੀ ਵੱਡੀ ਪੰਜਾਬ ਚੀਜ਼ ਹੈ। ਯੂਨਿਟ ਟੈਰੀਟਰੀ ਤਾਂ ਸਾਰਾ ਕੁਝ ਹੈਗਾ ਏਰੀਆ, ਉਹ ਸੈਂਟਰ ਦੇ ਅੰਡਰ ਵੀ ਹੈ। ਇਹਨਾਂ ਦਾ ਏਰੀਆ ਸਿਰਫ ਕੇਜਰੀਵਾਲ ਸਾਹਿਬ ਦਾ ਇੱਕ ਬਿਗ ਕਾਰਪੋਰੇਸ਼ਨ ਤੇ ਜਿੰਨਾ ਹੀ ਏਰੀਆ ਹੈ। ਉਹਨਾਂ ਕੋਲ ਕੋਈ ਖਾਸ ਪਾਵਰਸ ਵੀ ਨਹੀਂ, ਇਵਨ ਉਹਨਾਂ ਕੋਲ ਆਪਣੀ ਪੁਲਿਸ ਵੀ ਨਹੀਂ ਹੈਗੀ, ਉਹ ਵੀ ਪੰਜਾਬ ਤੋਂ ਸਪੋਰਟ ਲੈਂਦੇ ਨੇ। ਖੈਰ ਜੋ ਵੀ ਹੈ, ਰਲਵੇਂ ਮਿਲਵੇਂ ਵਿਚਾਰ ਨੇ, ਤੇ ਕੁਝ ਆਪਣੇ ਆਪ ਵੀ ਹੋਣਾ ਚਾਹੀਦਾ ਹੈ। ਇੱਥੇ ਵੀ ਜਿਹੜੇ ਸੂਝਵਾਨ ਲੋਕ ਪੰਜਾਬ 'ਚ ਬੈਠੇ ਨੇ, ਉਹਨਾਂ ਕੋਲੋਂ ਵੀ ਗੱਲਬਾਤ ਉਹਨਾਂ ਨੇ ਬੋਰਡ ਆਪਣਾ ਬਣਾ ਲਿਆ ਚਾਹੀਦੀ ਹੈ। ਉਹਨਾਂ ਨੇ ਆਪਣਾ ਬੋਰਡ ਬਣਾ ਲਿਆ। ਮਤਲਬ ਕਿਤੇ ਦੇਖਣ ਨੂੰ ਇਹ ਨਾ ਲੱਗੇ ਕਿ ਜੋ ਫੈਸਲੇ ਨੇ ਕੇਜਰੀਵਾਲ ਸਾਹਿਬ, ਰਾਘਵ ਚੱਡਾ ਜਾਂ ਉੱਥੋਂ ਹੀ ਫੈਸਲੇ ਲਿੱਤੇ ਜਾਂਦੇ ਨੇ। ਇੱਥੇ ਤੁਸੀਂ ਕੀ ਕਰਦੇ ਪਏ ਹੋ, ਬੀਇੰਗ ਅ ਸੀਐਮ, ਤੁਸੀਂ ਕੀ ਕਰਦੇ ਪਏ ਹੋ, ਔਰ ਤੁਹਾਡੀ ਸਾਰੇ ਕੈਬਨਿਟ ਦੇ ਮੰਤਰੀ ਔਰ ਤੁਹਾਡੀ ਜਿਹੜੀ ਸਾਰੀ ਟੀਮ ਹੈ ਉਹ ਕਿੱਥੇ ਖੜੀ ਹੈ? ਪਰ ਇਹਦੇ 'ਚ ਨਾ ਆਮ ਜਨਤਾ ਨੂੰ ਕੋਈ ਰੋਸ ਨਹੀਂਗਾ, ਨਾ ਕੋਈ ਨੇ ਕਿਹਾ ਹੀ ਹੈਗਾ। ਇਹ ਕੁਝ ਜਿਹੜੇ ਨਾ ਹੈਂਡਫੁਲ ਪੀਪਲ ਲੋਕ ਹੈਗੇ ਉਹੀ ਕਰ ਰਹੇ ਆ। ਵੈਸੇ ਲੋਕ ਖੁਸ਼ ਹੈਗੇ ਆ, ਜੇ ਆਉਂਦਾ ਜਾਂ ਜਾਂਦਾ ਜਾਂ ਕਰਦਾ ਹੈਗਾ ਸਾਰਾ ਕੁਝ। ਹੁਣ ਵੀ ਇਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਇਹ ਰਿਪੋਰਟ ਦਿੱਤੀ ਹੈ ਨਾ, ਹੁਣ ਰਿਪੋਰਟ 'ਚ ਵੀ ਇਹਨਾਂ ਨੇ ਕਿਹਾ ਹੈਗਾ, ਜਿਹੜੀ ਆਪੋਜੀਸ਼ਨ ਨੇ ਕਿਹਾ ਕਿ ਜਿਹੜਾ ਤੁਹਾਨੂੰ ਸ਼ਾਇਦ ਉਹ ਭੁੱਲ ਗਿਆ। ਇਹਦੇ 'ਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸ਼ਾਇਦ ਤੁਹਾਨੂੰ ਕੇਜਰੀਵਾਲ ਸਾਹਿਬ ਭੁੱਲ ਗਿਆ, ਤੁਸੀਂ ਅਕਾਲੀ ਦਲ ਦਾ ਨਾਂ ਨਹੀਂ ਲਿਆ, ਜਦੋਂ ਕਿ ਬਾਦਲ ਸਾਹਿਬ ਨੇ ਇਹਦੇ ਬਾਰੇ ਕਿਹਾ ਸੀਗਾ। ਉਹਨਾਂ ਨੂੰ ਸ਼ਾਮਲ ਕਿਉਂ ਨਹੀਂ ਕੀਤਾ? ਕਿਉਂਕਿ ਬਰਗਾੜੀ ਜਿਹੜਾ ਬੇਅਦਬੀ ਕੇਸ ਆ, ਉਹਦੇ 'ਚ ਬਾਦਲ ਸਾਹਿਬ ਦਾ ਨਾਂ ਆਉਂਦਾ। ਹੁਣ ਇਹ ਵੀ ਗੱਲ ਤਾਂ ਹੈਗੀ ਨਾ ਕਿ ਆਪੋਜੀਸ਼ਨ ਲੜਾ ਵੀ ਰਹੀ ਹੈ, ਲੜਾਈ ਵੀ ਕਰਵਾਉਂਦੀ ਹੈ, ਸਾਰਾ ਕੁਝ ਹੁੰਦਾ। ਕਿਉਂਕਿ ਜਦੋਂ ਬਾਦਲ ਸਾਹਿਬ ਨੇ ਕੰਮ ਕੀਤਾ, ਕਰਵਾਇਆ ਗਿਆ, ਸਾਰਾ ਕੁਝ ਹੈਗਾ। ਬੇਅਦਬੀ ਕਾਂਡ 'ਚ ਬਾਦਲ ਸਾਹਿਬ ਨੇ ਬਹੁਤਾ ਉਲਟ ਕੰਮ ਨਹੀਂ ਕੀਤਾ, ਉਹਨਾਂ ਨੂੰ ਪਤਾ ਸੀਗਾ ਕਿ ਪੰਜਾਬ ਦਾ ਕੰਮ ਹੈਗਾ। ਆਪੋਜੀਸ਼ਨ ਜਦੋਂ ਕਿਸੇ ਤੇ ਚਿੱਕੜ ਸੁੱਟਦੀ ਹੈ, ਜ਼ਿਆਦਾ ਗੱਲ ਹੋ ਜਾਂਦੀ ਹੈ। ਹੁਣ ਜੇ ਭਗਵੰਤ ਮਾਨ ਨੇ ਬਾਦਲ ਸਾਹਿਬ ਦਾ ਨਾਂ ਨਹੀਂ ਲਿਆ ਜਾਂ ਕੇਜਰੀਵਾਲ ਨੇ ਨਹੀਂ ਲਿਆ, ਇਹ ਕਹਿੰਦੇ ਕਿ ਉਹਨਾਂ ਨੂੰ ਕਲੀਨ ਚਿੱਟ ਕਿਉਂ ਦਿੱਤੀ ਗਈ ਹੈ? ਬੇਅਦਬੀ ਮਾਮਲਾ ਰਿਪੋਰਟ ਦੇ ਦਿੱਤੀ ਉਹਨਾਂ ਨੇ, ਜਿਹੜੀ ਧਾਰਮਿਕ ਨੇਤਾ ਨੇ ਉਹਨਾਂ ਨੂੰ ਰਿਪੋਰਟ ਸਪੁਰਦ ਕਰ ਦਿੱਤੀ ਆ। ਉਹ ਫਿਰ ਆਪਸੀ ਟੱਕਰ, ਆਪਸੀ ਜੁੰਡੇ ਖੋਣ ਵਾਲੀ ਗੱਲ ਹੁੰਦੀ ਆ, ਕਿਉਂਕਿ ਸਮੂਥਲੀ ਜਦੋਂ ਦੇਤੀ ਉਹਦੇ ਤੇ ਪੈਰਵਾਈ ਹੋਗੀ, ਜਿਹਦੇ 'ਚ ਕੇਸ ਜ਼ਿਆਦਾ ਰਿਹਾ ਵਾ। ਜਿਹੜਾ ਸਰਸੇ ਵਾਲੇ ਸੰਤ ਨੇ ਰਾਮ ਰਹੀਮ, ਉਹਨਾਂ ਦੇ ਵਿੱਚ ਉਹਨਾਂ ਦਾ ਨਾਂ ਜ਼ਿਆਦਾ ਰਿਹਾ। ਉਹ ਤੇ ਆਪਾਂ ਆਉਂਦੇ ਹਾਂ, ਬਸ ਇਹ ਮੇਨ ਚੀਜ਼ ਹੈ ਜਿਹੜੀ ਤੁਸੀਂ ਪਬਲਿਕ ਦੀ ਗੱਲ ਕੀਤੀ ਹੈ ਕਿ ਭਾਵੇਂ ਦਿੱਲੀ ਜਾਣ, ਭਾਵੇਂ ਨਾ ਜਾਣ, ਭਾਵੇਂ ਉੱਥੋਂ ਫੈਸਲੇ ਲੈਣ, ਭਾਵੇਂ ਉੱਥੋਂ ਸਲਾਹ ਲੈਣ, ਜੋ ਮਰਜ਼ੀ ਹੈ,
ਲੋਕਾਂ ਨੂੰ ਮਤਲਬ ਇਹ ਹੈ ਕਿ ਡਿਲੀਵਰ ਕੀ ਕਰਦੇ ਬਸ ਗੱਲ ਉੱਥੇ ਆ ਕੇ ਗੱਲ ਮੁੱਕਣੀ ਹੈ। ਹਾਂ, ਇਸ ਚੀਜ਼ ਨੂੰ ਪ੍ਰੈਸਟੀਜ ਇਸ਼ੂ ਨਹੀਂ ਪੈਸਾ ਤਾਂ ਪੰਜਾਬ ਗਵਰਨਮੈਂਟ ਦਾ ਜੇ ਸਲਾਹ ਲੈ ਲੈ ਜਾਂ ਕੰਮ ਕਰ ਲਿਆ, ਜਿੰਨੇ ਇਹਨਾਂ ਨੇ ਪੁਆਇੰਟ ਕੀਤੇ ਦਿੱਤੇ ਹੁਣ ਤੱਕ ਵੈਸੇ ਠੀਕ ਕਰ ਦਿੱਤਾ ਇਹਨਾਂ ਨੇ। ਬੀਬੀਆਂ ਦਾ 1000 ਰੁਪਈਆ ਜੇ ਪੈਂਡਿੰਗ ਪਿਆ ਉਹ ਇਸੇ ਕਰਕੇ ਨਾ ਕਹਿਤਾ ਹੁਣ ਜਦੋਂ ਵਿਧਾਨ ਸਭਾ ਦੀ ਮੀਟਿੰਗ ਹੋਈ ਆ ਉਹਨਾਂ ਕਹਿਤਾ ਵੀ ਇਹ ਥੋੜ੍ਹੇ ਦਿਨਾਂ ਵਿੱਚ ਬਹੁਤ ਛੇਤੀ ਇਹ ਮੁਕੰਮਲ ਤੌਰ 'ਤੇ ਹੋ ਜਾਊਗਾ। 300 ਜਿਹੜੇ ਯੂਨਿਟ ਆ ਬਿਜਲੀ ਦੇ ਉਹ ਲਾਗੂ ਹੋ ਗਏ 1 ਜੁਲਾਈ ਤੋਂ ਹੋ ਗਿਆ। ਲੋਕ ਉੱਤੇ ਸ਼ਾਂਤੀਪੂਰਵਕ ਗੱਲ ਆ ਗਈ, ਉਹਨਾਂ ਐਕਸੈਪਟ ਕਰ ਲਿਆ, ਲੋਕਾਂ ਨੇ ਕੋਈ ਨੁਕਤਾਚੀਨੀ ਨਹੀਂ ਹੋਈ। ਫਿਰ ਵੀ ਉਹਦੇ 'ਚ ਕੁਝ ਲੋਕ ਕਹਿੰਦੇ ਆ ਕਿ ਇੱਕ ਕੈਟਾਗਰੀ ਕਿਉਂ ਬਣਾਤੀ, ਦੂਜੀ ਨੂੰ ਕਿਉਂ ਦੇ ਦਿੱਤਾ। SC ST ਤੇ ਜਿਹੜੇ ਸੁਤੰਤਰਤਾ ਸੈਨਾਨੀ ਉਹਨਾਂ ਨੂੰ ਇੱਕ ਪਾਸੇ ਦਿੱਤਾ ਉਹਨਾਂ ਨੇ ਵੀ 300 ਯੂਨਿਟ ਜਿਹੜੇ ਹੈਗੇ ਆ ਉਹਦੇ ਬਾਅਦ ਜੇ ਉੱਤੇ 50 ਆ ਗਏ ਜਾਂ 45 ਆ ਗਏ ਇਹ ਉਹਨਾਂ ਦੇ ਕੇਵਲ ਦੇਣਗੇ, 300 ਦੇ ਨਹੀਂ ਦੇਣਗੇ। ਆਲਰੇਡੀ 200 ਯੂਨਿਟ ਤਾਂ ਉਹਨਾਂ ਨੂੰ ਪਹਿਲਾਂ ਮਿਲੇ ਸੀ, 100 ਪਲੱਸ ਕਰ ਦਿੱਤਾ ਉਹਨਾਂ ਦਾ, 300 ਕਰ ਦਿੱਤਾ। ਇੱਕ ਕੈਟਾਗਰੀ ਜਿਹੜੀ ਮੱਧ ਵਰਗੀ ਜਾਂ ਜਿਹੜੇ ਦੂਸਰੇ ਜਨਰਲ ਕੈਟਾਗਰੀ ਉਹਨਾਂ ਨੂੰ 600 ਯੂਨਿਟ ਤਾਂ ਫ੍ਰੀ ਹੋ ਗਏ। ਹੁਣ ਲੋਕਾਂ ਨੂੰ ਲਿਮਿਟ 'ਚ ਰਹਿਣਾ ਪਊਗਾ, ਜੇ ਨਹੀਂ ਰਹਿਣਗੇ ਤਾਂ ਉਤਲੇ ਯੂਨਿਟ ਜੇ 2 ਯੂਨਿਟ ਚਲ ਗਏ 3 ਯੂਨਿਟ ਗਏ ਇਹਨਾਂ ਨੂੰ ਸਾਰੇ 600 ਯੂਨਿਟ ਦਾ ਦੇਣਾ ਪਏਗਾ ਸਾਰਾ ਕੁਝ। ਸੋ ਚਲੋ ਆਪਾਂ ਅੱਗੇ ਵਧਦੇ ਹਾਂ। ਤੁਸੀਂ ਬਰਗਾੜੀ ਕਾਂਡ ਦੀ ਰਿਪੋਰਟ ਦੀ ਗੱਲ ਕੀਤੀ ਹੈ ਕਿ ਪਹਿਲਾਂ ਕੇਜਰੀਵਾਲ ਸਾਹਿਬ ਨੇ ਬਾਦਲ ਪਰਿਵਾਰ ਦੇ ਉੱਤੇ ਵੀ ਗੱਲਾਂ ਕੀਤੀਆਂ ਸੀ, ਪਰ ਰਿਪੋਰਟ ਦੇ ਵਿੱਚ ਉਹਨਾਂ ਦੀ ਕੋਈ ਗੱਲ ਨਹੀਂ, ਕੋਈ ਜ਼ਿਕਰ ਨਹੀਂ ਉਹਨਾਂ ਦਾ। ਸੋ ਸਾਰੀ ਰਿਪੋਰਟ ਬਿਲਕੁਲ ਡਿਫਰੈਂਟ ਹੈ। ਸਿਰਸਾ ਵਾਲੇ ਜੋ ਉੱਥੇ ਸੰਤ ਬੈਠਦੇ ਨੇ, ਸੰਤ ਰਾਮ ਰਹੀਮ ਉਹਨਾਂ ਦੇ ਉੱਤੇ ਗੱਲ ਆ ਰਹੀ ਹੈ, ਉਹਨਾਂ ਦੇ ਪੈਰੋਕਾਰਾਂ ਦੇ ਉੱਤੇ ਗੱਲ ਆ ਰਹੀ ਹੈ। ਖੈਰ ਇਹ ਰਿਪੋਰਟ ਦੇ ਵਿੱਚ ਜੋ ਵੀ ਮੈਂਸ਼ਨਡ ਹੈ, ਔਰ ਉਸ ਤੋਂ ਪਹਿਲਾਂ ਇਹ ਵੀ ਗੱਲ ਹੋਈ ਸੀ ਕਿ ਸੈਂਟਰ ਵੱਲੋਂ ਵੀ ਇਨਕੁਆਇਰੀ ਕੀਤੀ ਗਈ ਸੀਗੀ ਜਿਹਦੇ ਵਿੱਚ ਕੋਈ ਗੱਲ ਐਸੀ ਮੈਂਸ਼ਨ ਨਹੀਂ ਸੀ, ਔਰ ਸਾਡੀ ਜਿਹੜੀਆਂ ਲੋਕਲ SIT ਸੀ ਉਹਨਾਂ ਨੇ ਇਸ ਚੀਜ਼ ਨੂੰ ਖੰਡਨ ਕੀਤਾ ਕਿ ਇਹ ਜਿਹੜੀ ਤੁਸੀਂ ਕਲੋਜ਼ਰ ਰਿਪੋਰਟ ਵੀ ਦੇ ਦਿੱਤੀ ਹੈ ਉਹਦੇ 'ਚ ਐਕਚੁਅਲ ਜਿਹੜੀ ਇਨਵੈਸਟੀਗੇਸ਼ਨ ਹੈ ਉਹਦਾ ਕਿਤੇ ਜ਼ਿਕਰ ਨਹੀਂ ਹੈ। ਇਸ ਕਰਕੇ ਉਹਨਾਂ ਨੇ ਨਵੀਂ ਇਨਵੈਸਟੀਗੇਸ਼ਨ ਕੀਤੀ ਔਰ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਇਹ ਰਿਪੋਰਟ ਪੇਸ਼ ਕੀਤੀ ਗਈ ਹੈ ਜਿਹਦੇ ਵਿੱਚ ਸਿੱਧੇ ਤੌਰ ਤੇ ਮੈਂਸ਼ਨ ਕੀਤਾ ਗਿਆ ਔਰ ਨਾਲੇ ਵੀ ਕਿਹਾ ਗਿਆ ਕਿ ਅਸੀਂ ਜੇਲ੍ਹ ਵਿੱਚ ਜਾ ਕੇ ਵੀ ਉਹਨਾਂ ਕੋਲੋਂ ਪੁੱਛਣ ਦੀ ਕੋਸ਼ਿਸ਼ ਕੀਤੀ। ਜੋ ਉੱਥੇ ਰਾਮ ਰਹੀਮ ਜੀ ਉੱਥੇ ਜੇਲ੍ਹ ਵਿੱਚ ਨੇ, ਉਹਨਾਂ ਕੋਲ ਜਾ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਬਹੁਤਾ ਸਾਥ ਨਹੀਂ ਮਿਲਿਆ ਔਰ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਨਾਲ ਇਨਕਾਰ ਹੀ ਰਹੇ ਨੇ ਸਾਡਾ ਸਾਥ ਦੇਣ ਦੇ ਇਸ ਇਨਕੁਆਇਰੀ ਦੇ ਵਿੱਚ। ਸੋ ਇਹ ਸਭ ਚੀਜ਼ਾਂ ਆਪਾਂ ਕਿੱਦਾਂ ਇਹਨੂੰ ਐਨਾਲਿਸਿਸ ਕਰ ਸਕਦੇ ਹਾਂ ਕਿ ਅੱਜ ਉਹਦੇ ਵਿੱਚ ਬਾਦਲ ਪਰਿਵਾਰ ਦਾ ਕੋਈ ਜ਼ਿਕਰ ਨਹੀਂ ਮਿਲਦਾ। ਅਸਲ 'ਚ ਜਦੋਂ ਪਹਿਲਾਂ ਇਹਨਾਂ ਨੇ ਜਿਹੜੀ ਇਹਦੀ ਇਨਕੁਆਇਰੀ ਕਰਵਾਈ ਆ ਜਿਹਦੇ ਵਿੱਚ ਇਹਨਾਂ ਨੇ ਕਮੇਟੀ ਬਣਾਈ ਆ, ਪਹਿਲਾਂ ਤਾਂ ਉਹਨੇ ਬੜਾ ਡਿਲੇ ਕੀਤਾ। ਜਿਹੜੇ ਵਿੱਚ ਬਿਠਾਏ ਉਹਨਾਂ ਨੇ ਚੇਅਰਮੈਨ ਕੀਤੇ ਸੀਗੇ ਉਹਨਾਂ ਨੇ, ਕਿਉਂਕਿ ਲੋਕਲ ਹੈਗਾ ਸੀ, ਇਨਕੁਆਇਰੀ ਤਾਂ ਹੋ ਸਕਦੀ ਸੀ, ਬਰਗਾੜੀ ਕੋਈ ਬਹੁਤਾ ਦੂਰ ਨਹੀਂ ਗਾ ਔਰ ਲੋਕਾਂ ਨੂੰ ਪੁੱਛਿਆ ਜਾ ਸਕਦਾ ਸੀਗਾ। ਉਹਦੇ 'ਚ ਪੁੱਛ ਦੱਸ ਕੇ ਕਰਨਾ ਇਨਕੁਆਇਰੀ। ਉਹ ਜਿੰਨੇ ਵੀ ਉਹਨਾਂ ਨੇ ਕੀਤੇ ਕੰਮ ਬੜਾ ਲੇਟ ਕੀਤਾ। ਜਦੋਂ ਕਰਕੇ ਫਿਰ ਸਰਕਾਰਾਂ ਬਦਲ ਗਈਆਂ। ਸਰਕਾਰਾਂ ਬਦਲਣ ਤੋਂ ਬਾਅਦ ਜਦੋਂ ਹੁਣ ਆਊਟ ਹੋਈ ਹੈ ਉਦੋਂ ਆਈ ਔਰ ਜਿਹਦੇ 'ਚ ਕੁਛ ਗੱਲ ਬਿਕਰਮਜੀਤ ਮਜੀਠੀਆ ਦਾ ਵੀ ਉਸ ਵੇਲੇ ਰੌਲਾ ਸੀਗਾ ਕਿ ਉਹਨਾਂ ਦਾ ਵਿੱਚ ਵੀ ਸੀਗਾ, ਉਹ ਦੂਜੇ ਪਾਸੇ ਇਨਵਾਲਵ ਹੋ ਗਏ, ਤਸਕਰੀ ਵਾਲੇ ਪਾਸੇ ਆ ਗਏ। ਔਰ ਉਹ ਜ਼ਮਾਨਾ ਜਿਹੜਾ ਸੀਗਾ ਅਕਾਲੀ ਦਲ ਦਾ ਹੈ ਸੀਗਾ, ਪਾਵਰਫੁਲ ਇੱਕ ਸਰਕਾਰ ਸੀ ਉਹਨਾਂ ਦੀ। ਔਰ ਜਦੋਂ ਕਿ ਸਾਰਾ ਕੁਝ ਹੋਇਆ ਔਰ ਉਹਦੇ ਵਿੱਚ ਜਦੋਂ ਹੋਇਆ ਤਾਂ ਉਹਦੇ ਵਿੱਚ ਬਾਦਲ ਸਾਹਿਬ ਨੇ ਤਾਂ ਇਹਦੇ 'ਚ ਜੋ ਕੁਛ ਕੀਤਾ ਨਹੀਂ ਕੀਤਾ ਉਹਨਾਂ ਦਾ ਇਹ ਨਾਂ ਇਸ ਵੇਲੇ ਇੱਦਾਂ ਦਾ ਬਿਲਕੁਲ ਕਲੀਅਰ ਹੋ ਗਿਆ। ਉਹਨਾਂ ਨੂੰ ਕਲੀਨ ਚਿੱਟ ਵਾਲੀ ਗੱਲ ਹੀ ਹੈਗੀ ਜੋ ਕੁਛ ਕੀਤਾ। ਰਹੀ ਗੱਲ ਆ ਜਿਹੜੇ ਵਿੱਚ ਬਾਕੀ ਇਨਵੋਲਵ ਹੈਗਾ ਪੰਜਾਬ ਪੁਲਿਸ ਦਾ ਰਿਹਾ 'ਚ ਉਮਰਾ ਨੰਗਲ ਸੀਗੇ ਜਿਨ੍ਹਾਂ ਨੇ ਉੱਥੇ ਗੋਲੀ ਚਲਾਈ ਹੈ, ਉਹਨਾਂ IG ਸੀਗੇ, ਉਹਨਾਂ ਨੂੰ ਇਨਵੋਲਵਮੈਂਟ ਉਹਨਾਂ ਦੀ ਹੋਈ ਹੈ। ਹੋਰ ਵੀ ਪੰਜਾਬ ਪੁਲਿਸ ਦੇ ਆਫੀਸਰ ਸੀਗੇ। ਬਸ ਗੱਲ ਇਹ ਹੈਗੀ ਕਿ ਜਦੋਂ ਉਹਨਾਂ ਨੂੰ ਆਰਡਰ ਹੋਇਆ, ਉਹਨਾਂ ਜਦੋਂ ਗੋਲੀ ਚਲਾਈ ਜਾਂ ਬੰਦੇ ਉੱਥੇ ਮਰ ਗਏ ਆ, ਪਰ ਉਹਨਾਂ ਨੂੰ ਆਰਡਰ ਤਾਂ ਡਾਇਰੈਕਟਰ ਜਨਰਲ ਜਿਹੜਾ ਪੰਜਾਬ ਉਹਨਾਂ ਨੂੰ ਹੋਇਆ। ਪੰਜਾਬ ਪੁਲਿਸ ਦਾ ਜਿਹੜਾ ਹੈੱਡ ਸੀ ਉਸ ਵੇਲੇ ਉਹਨਾਂ ਵੱਲੋਂ ਕੀਤਾ ਗਿਆ ਔਰ ਉਹਨਾਂ ਨੂੰ ਜਦੋਂ ਉਹ ਹੈੱਡ ਨੂੰ ਕਿਹਨੇ ਕੀਤਾ, ਹੈੱਡ ਨੇ ਫਿਰ CM ਤੱਕ ਜਾਊਗੀ ਗੱਲ ਕਿ CM ਨੇ ਕਿਹਾ ਜਾਂ ਉਹਨੇ ਆਪ ਡਿਸੀਜਨ ਕਰਨੇ ਲੈ ਲਿਆ। ਜਦੋਂ KPS ਗਿੱਲ ਹੁੰਦੇ ਸੀ ਇੱਥੇ ਕਈ ਡਿਸੀਜਨ ਆਪ ਹੀ ਲੈ ਰਹੇ। ਜਦੋਂ ਅੱਤਵਾਦ ਫੈਲਿਆ ਸੀ ਇੱਥੇ ਔਰ ਉਦੋਂ ਬੇਅੰਤ ਸਿੰਘ ਸਰਕਾਰ ਸੀ ਕਿ ਬਹੁਤ ਡਿਸੀਜਨਾਂ ਨੇ ਆਪ ਹੀ ਲਏ ਆ। ਉਹਨਾਂ ਦੀ ਮੁੜ ਕੇ ਆਪ ਹੀ ਉੱਥੋਂ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ ਸੀ। ਉਹਨਾਂ 'ਤੇ ਆਪਣੇ 'ਤੇ ਕੇਸ ਹੋ ਗਿਆ ਸੀ। ਇੱਕ IAS ਆਫੀਸਰ ਲੇਡੀ ਸੀ, ਉਹਨਾਂ ਨਾਲ ਉਹਨਾਂ ਦਾ ਕੇਸ ਸੀ ਹੈ ਨਾ, ਤੁਹਾਨੂੰ ਯਾਦ ਹੋਣਾ। ਕੋਈ ਡਿਸੀਜਨ ਉਹਨਾਂ ਨੇ ਆਪ ਹੀ ਲਿਆ। ਇਹ ਹੁਣ ਨਖੇੜਾ ਨਹੀਂ ਹੋ ਰਿਹਾ ਕਿ ਉਦੋਂ CM ਤੋਂ ਇਹਨਾਂ ਨੂੰ ਮਿਲਿਆ ਜਿਹੜਾ DGP ਆ ਆਰਡਰ ਗੋਲੀ ਚਲਾਉਣ ਦਾ, ਜਿਹੜਾ SSP ਆ ਜ਼ਿਲ੍ਹੇ ਦਾ ਉਹਨੇ ਗੋਲੀ ਚਲਵਾਈ ਉੱਥੇ ਔਰ ਹੋਇਆ ਉੱਥੇ ਬੇਅਦਬੀ ਹੋਈ ਆ। ਜਿਹੜਾ ਉਹ ਸਾਰਾ ਜਿੰਨਾ ਹੋਇਆ ਉਹਦੇ ਵਿੱਚ ਹੁਣ ਸਰਕਾਰ ਤਾਂ ਵੈਸੇ ਲਾਂਭੇ ਹੋ ਜਾਂਦੀ ਹੁੰਦੀ ਹੈ, ਸਰਕਾਰ ਦਾ ਨਾਂ ਨਹੀਂ ਲੱਗਦਾ ਹੁੰਦਾ। ਜਿੰਨੇ ਵੀ ਪੈਰਵਾਈ ਕਰ ਰਹੇ ਆ, ਜਿੰਨੇ ਕਰਮਚਾਰੀ ਆ ਇਨਵਾਲਵ ਉਹੀ ਹੁੰਦੇ ਆ। ਤੁਸੀਂ ਹੁਣ ਲਾਲੂ ਯਾਦਵ ਦਾ ਜਿਹੜਾ ਉੱਥੇ ਚਾਰਾ ਘੁਟਾਲਾ ਸੀਗਾ ਉਹਦੇ 'ਚ ਜਿੰਨੇ ਬੰਦੇ ਫੜੇ ਆ ਜਿਹੜੇ ਉਹਦੇ ਚਾਰਾ ਘੁਟਾਲੇ 'ਚ, ਲਾਲੂ ਯਾਦਵ ਬੜੀ ਦੇਰ ਬਾਅਦ ਕੈਪਚਰ ਹੋਇਆ। ਇੱਕ ਮਿਸ਼ਰਾ ਜੀ ਕੇ ਸੀਗੇ, ਹੋਰ ਜਿਹੜੇ ਉਹਦੇ ਵਿੱਚ ਪੁਲਿਸ ਆਫੀਸਰ ਸੀਗੇ ਦੂਜੇ ਸੀ, ਉਹ ਸਸਪੈਂਡ ਕਰ ਦਿੱਤੇ, ਉਸ ਵੇਲੇ ਟਰਮੀਨੇਟ ਕਰ ਦਿੱਤੇ ਜੀ। ਲਾਲੂ ਯਾਦਵ 'ਤੇ ਅਜੇ ਕੇਸ ਚੱਲ ਰਿਹਾ, ਉਹਨਾਂ ਨੂੰ ਕੁਝ ਨਹੀਂ ਹੋਇਆ, ਉਹਨਾਂ ਨੂੰ ਥੋੜ੍ਹੀ ਬਹੁਤ ਸਜ਼ਾ ਦਿੱਤੀ ਗਈ ਆ। ਮਰਦਾ ਕੌਣ ਉਦੋਂ ਇੰਪਲਾਈ ਜਿਹੜਾ ਉੱਥੇ ਲੱਗ ਰਿਹਾ ਉਹਦੀ ਨੌਕਰੀ ਜਾਂਦੀ ਰਹਿੰਦੀ ਹੈ। ਕੋਈ ਕੇਸ ਵੀ ਹੋਵੇ ਕਿਸੇ ਪਾਸੇ ਵੀ ਹੋਵੇ। ਚਾਰਾ ਘੁਟਾਲਾ ਦਾ ਅਜੇ ਤੱਕ ਲਾਲੂ ਯਾਦਵ 'ਤੇ ਕੋਈ ਨਹੀਂ, ਉਹਦੇ ਮੁੰਡਿਆਂ 'ਤੇ ਵੀ ਰਿਹਾ, ਰਾਬੜੀ ਦੇਵੀ 'ਤੇ ਵੀ ਰਿਹਾ ਥੋੜ੍ਹਾ ਬਹੁਤ ਕੇਸ, ਉਹ ਜਿਹੜਾ ਬੜਾ ਚਰਚਿਤ ਰਿਹਾ ਜਿਹੜਾ ਘੁਟਾਲੇ ਤੋਂ। ਔਰ ਹੁਣ ਤੱਕ ਉਹ ਜਿੰਨੀ ਕਿ ਉਹਨਾਂ ਨੇ ਸਜ਼ਾ ਭੁਗਤੀ ਠੀਕ ਹੈਗਾ,
ਪਰ ਇਮੀਡੀਏਟ ਐਕਸ਼ਨ ਕਿਹਨਾਂ ਤੋਂ ਹੋ ਗਿਆ, ਜਿਹੜੇ EMPLOYEE ਸੀ ਜਿਨ੍ਹਾਂ ਕੋਲ ਸਾਰਾ ਉਹ ਮਹਿਕਮਾ ਸੀਗਾ ਉਹ ਗਏ ਵਿਚਾਰੇ। ਔਰ ਇਸੇ ਤਰ੍ਹਾਂ ਇਹ ਸਾਡੇ ਜਿਹੜੇ ਆ ਇਹ ਤਾਂ ਬੜਾ ਜਿਹੜਾ ਧਾਰਮਿਕ ਅਕੀਦਾ ਔਰ ਬੜਾ ਸਤਿਕਾਰਤ ਜਿਹੜਾ ਹੈਗਾ ਇਸ਼ੂ ਹੈਗਾ, ਔਰ ਇਹਨੂੰ ਇੰਨਾ ਲਮਕਾਇਆ ਗਿਆ ਇਹਦੇ ਵਿੱਚੋਂ ਕੋਈ ਵੀ ਅਜੇ ਤੱਕ ਸਿੱਟਾ ਤਕਰੀਬਨ ਨਹੀਂ ਨਿਕਲਿਆ। ਰਿਪੋਰਟ ਵੀ ਤਿਆਰ ਹੋਈ ਹੈ, ਰਿਪੋਰਟ ਮਿਲਣ ਤੋਂ ਬਾਅਦ ਹੁਣ ਦੇਖੋ ਅੱਗੇ ਕੀ ਹੁੰਦਾ। ਅੱਗੇ ਵੀ ਇਹ ਸਾਰੇ ਹੀ ਉਸੇ ਚੱਲ ਜਾਣੀਆਂ, ਇੱਥੇ ਐਕਸ਼ਨ ਹੁੰਦਿਆਂ ਵੀ ਲੇਟ ਹੋ ਜਾਣਾ ਇਹਦੇ ਤੇ ਪਤਾ ਨਹੀਂ ਹੁਣ ਇਹ ਕਿਉਂਕਿ ਹੋਣੀ ਤਾਂ ਚਾਹੀਦੀ ਸੀ ਫੌਰਨ ਕਾਰਵਾਈ। ਬਹੁਤ ਲਮਕਦਾ ਮਾਮਲਾ ਹੈ, ਬਹੁਤ ਜ਼ਿਆਦਾ ਲਟਕਾ ਦਿੱਤਾ ਗਿਆ ਔਰ ਹੁਣ ਵੀ ਉਹਦੇ ਬਾਅਦ ਜੋ ਰਿਪੋਰਟ ਵੀ ਪੇਸ਼ ਹੋਈ ਹੈ ਉਹਦੇ ਉੱਤੇ ਕੀ ਕਾਰਗੁਜ਼ਾਰੀ ਹੋਏਗੀ, ਕੀ ਸਟੈਪ ਲਿੱਤੇ ਜਾਣਗੇ, ਉਹ ਵੀ ਕੁਝ ਨਹੀਂ ਕਿਹਾ ਜਾ ਸਕਦਾ। ਔਰ ਇੱਕ ਨਵੀਂ ਚੀਜ਼ ਜਿਹੜੀ ਸਾਹਮਣੇ ਆ ਰਹੀ ਹੈ ਕਿ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਜੋ ਇਸ ਵਕਤ ਜੇਲ੍ਹ ਦੇ ਵਿੱਚ ਬੰਦ ਨੇ ਜੋ ਰਾਮ ਰਹੀਮ ਜੀ ਨੇ ਉਹ ਡੁਪਲੀਕੇਟ ਨੇ ਔਰ ਜਿਹੜੇ ਅਸਲ ਵਿੱਚ ਨੇ ਉਹ ਉੱਥੇ ਨਹੀਂ ਹੈਗੇ, ਸ਼ਾਇਦ ਉਹਨਾਂ ਨੂੰ ਅਗਵਾ ਕਰ ਲਿਆ ਗਿਆ ਹੈ, ਕਦੇ ਰੂਪੋਸ਼ ਹੈ। ਮਤਲਬ ਕਈ ਗੱਲਾਂ ਸਾਹਮਣੇ ਆ ਰਹੀਆਂ ਨੇ। ਕਿੰਨੀ ਵਾਰੀ ਆ ਗਏ ਬਾਹਰ, ਇਸ ਤਰ੍ਹਾਂ ਪੈਰੋਲ ਤੇ ਨਹੀਂ ਆ ਸਕਦਾ। ਜਦੋਂ ਇਲੈਕਸ਼ਨ ਹੁੰਦੀ ਉਹ ਬਾਹਰ ਹੁੰਦੇ। ਆਪਾਂ ਤਾਂ ਇੱਕ ਕੇਸ ਦੀ ਗੱਲ ਕਰਦੇ ਹਾਂ, ਇਹ ਕੇਸ ਦੇਖ ਲਓ, ਜਦੋਂ ਆ ਰਹੇ ਆ ਸਨਾਰੀਆ ਜੇਲ੍ਹ ਤੋਂ ਬਾਹਰ ਜਦੋਂ ਆਉਂਦੇ ਆ ਉਹ ਤਾਂ ਪਤਾ ਨਹੀਂ ਲੱਗਦਾ। ਜਦੋਂ ਇਲੈਕਸ਼ਨ ਆ ਗਈ, ਹੁਣ ਆਹ ਇਲੈਕਸ਼ਨ ਆਈ ਆ ਸੰਗਰੂਰ ਦੀ, ਉਹ ਫਿਰ ਬਾਹਰ ਆ ਗਿਆ। ਜਿਹਦੀ ਪਹਿਲੋਂ ਇਲੈਕਸ਼ਨ ਸੀਗੀ ਆਪਣੀ ਆਈ ਮਾਰਚ ਦੇ ਵਿੱਚ, ਉਹ ਫਿਰ ਬਾਹਰ ਸੀਗੇ। ਔਰ ਇਹਦਾ ਦੇਖੋ ਕੀ ਹੈਗਾ ਭੇਦ, ਇਹਦੇ ਪਿੱਛੇ ਹੈਗਾ ਕਿ ਵੋਟਾਂ ਦਾ ਬੈਂਕ ਆ ਬਹੁਤ ਵੱਡਾ। ਜਦੋਂ ਵੀ ਆਉਣਗੇ ਜਿਹੜੀ ਸਰਕਾਰ ਬੈਠੀ ਹੈ ਮੌਜੂਦਾ, ਉਹਨਾਂ ਨੂੰ ਬਾਹਰ ਲੈ ਆਉਂਦੇ ਆ ਤਾਂ ਮੋਹਰਾਂ ਲੱਗਦੀਆਂ ਠੱਕ ਉਹਦੇ 'ਤੇ, ਉਸੇ ਜਿਹੜਾ ਉਮੀਦਵਾਰ ਖੜਾ ਹੈਗਾ। ਔਰ ਇਹ ਇਸੇ ਕਰਕੇ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ, ਨਹੀਂ ਤੇ 3 ਵਾਰੀ ਆਉਣਾ ਔਖਾ, ਕਦੇ ਵੀ ਨਹੀਂ ਆਉਂਦਾ। ਇੱਕ ਵਾਰੀ ਤਾਂ ਆਪਣੀ ਮਦਰ ਦੀ ਬਿਮਾਰ ਸੀ, ਮੰਨ ਲਓ ਆ ਗਿਆ, ਹੁਣ ਉਦੋਂ ਬਾਅਦ ਕਦ ਲਈ ਆ ਰਿਹਾ। ਇਹ ਚੀਜ਼ਾਂ ਕਈ ਵਾਰੀ ਸਜ਼ਾ ਜਿਹੜੀਆਂ ਦਿੱਤੀਆਂ ਹੈਗੀਆਂ ਜਾਂ ਡੈਮੋਕ੍ਰੇਸੀ ਦੇ ਵਿੱਚ ਜਿਹੜੀ ਆ ਨਾ, ਇਹ ਬੜੀਆਂ ਊਣਤਾਈਆਂ ਹੁੰਦੀਆਂ। ਊਣਤਾਈਆਂ ਤਾਂ ਆਪਾਂ ਸਮਝਦੇ ਹਾਂ, ਲੋਕ ਵੀ ਸਮਝਦੇ ਆ, ਬਾਕੀ ਵੀ ਤਾਂ ਜੇਲ੍ਹ 'ਚ ਬੈਠੇ ਆ ਕੈਦੀ, ਉਹ ਕਿਉਂ ਨਹੀਂ ਬਾਹਰ ਆ ਰਹੇ ਜਿਹਨਾਂ ਵਿਚਾਰਿਆਂ ਨੇ ਕੀਤਾ। ਜਿਹਦੇ 'ਚ ਹੁਣ ਬੈਠੇ ਆ ਆਪਣੇ ਮਜੀਠਾ ਜੀ ਬੈਠੇ ਆ, ਇਹ ਕਿਉਂ ਨਹੀਂ ਬਾਹਰ ਆ ਕੇ ਜਦੋਂ ਇਲੈਕਸ਼ਨ 'ਚ ਆਏ ਆ, ਇਲੈਕਸ਼ਨ ਤੋਂ ਬਾਅਦ ਨਹੀਂ ਆ ਸਕੇ ਮੁੜ ਕੇ, ਹੈ ਨਾ। ਹੁਣ ਸਿੱਧੂ ਜੀ ਵੀ ਉੱਥੇ ਨਵਜੋਤ ਸਿੱਧੂ ਜੀ ਬੈਠੇ, ਉਹ ਕਿਉਂ ਨਹੀਂ ਬਾਹਰ ਆ ਰਹੇ। ਇਹ ਦੇਖੋ ਪਾਵਰਫੁਲ ਬੰਦਾ ਆ ਜਾਂਦਾ। ਵੋਟਾਂ ਦੀ ਸਿਆਸਤ ਅਸੀਂ ਸਾਰੇ ਸਮਝਦੇ ਹਾਂ ਇਸ ਗੱਲ ਨੂੰ। ਔਰ ਜੋ ਉਹਨਾਂ ਦੇ ਪੈਰੋਕਾਰ ਨੇ ਉਹ ਕਹਿੰਦੇ ਨੇ ਕਿ ਇਸ ਵਾਰ ਜੋ ਉਹਨਾਂ ਨੇ ਵੀਡੀਓ ਰਿਲੀਜ਼ ਕੀਤੀ ਹੈ ਉੱਥੋਂ ਅੰਦਾਜ਼ਾ ਲੱਗਦਾ ਕਿ ਉਹਨਾਂ ਦਾ ਜਿਹੜਾ ਕੱਦ ਹੈ ਉਹ ਵੀ 1 ਇੰਚ ਜ਼ਿਆਦਾ ਹੈ, ਉਂਗਲਾਂ ਦੀ ਲੰਬਾਈ ਦੀ ਵੀ ਗੱਲ ਹੋ ਰਹੀ ਹੈ। ਅਸਲ ਕਾਟ ਹੋਈ ਹੈ ਇਹਦੇ ਵਿੱਚ, ਬਦਲਿਆ ਪਿਆ ਸਾਰਾ ਕਿ ਕੌਣ ਬੰਦਾ ਆ ਰਿਹਾ ਕੀ ਹੈਗਾ। ਦੇਖੋ ਹੁਣ ਇਹ ਹਾਈ ਕੋਰਟ ਕੀ ਫੈਸਲਾ ਲੈਂਦਾ ਹੈ। ਖੈਰ ਆਪਾਂ ਅੱਗੇ ਵਧਦੇ ਹਾਂ ਅਗਲੀ ਖਬਰ ਦੇ ਵੱਲ ਕਿ ਜਿਹੜੇ ਭਾਜਪਾ ਆਗੂ ਨੇ ਅਮਿਤ ਸ਼ਾਹ ਜੀ ਨੇ ਔਰ ਮੋਦੀ ਸਾਹਿਬ ਨੇ, ਉਹ ਕਹਿ ਰਹੇ ਨੇ ਕਿ ਅਸੀਂ ਜਿਹੜਾ ਪਰਿਵਾਰਵਾਦ ਹੈ ਉਹ ਆਪਣੀ ਬੀਜੇਪੀ ਦੇ ਵਿੱਚ ਪਰਿਵਾਰਵਾਦ ਲੈ ਕੇ ਨਹੀਂ ਤੁਰਦੇ। ਬਾਕੀ ਪਾਰਟੀਆਂ ਦੇ ਵਿੱਚ ਇਹ ਚੀਜ਼ ਵੇਖਣ ਨੂੰ ਮਿਲਦੀ ਹੈ ਜਿਹਦੀ ਉਹ ਨਖੇਦੀ ਕਰਦੇ ਨੇ। ਇੱਥੇ ਆਮ ਆਦਮੀ ਵੀ ਸੱਤਾ ਦੇ ਵਿੱਚ ਆ ਸਕਦਾ ਹੈ, ਆਮ ਆਦਮੀ ਵੀ ਪੋਲਿਟਿਕਸ ਦੇ ਵਿੱਚ ਆ ਸਕਦਾ ਹੈ। ਸਾਡੀ ਪਾਰਟੀ ਉਹਨੂੰ ਖੁੱਲੀ ਛੂਟ ਦਿੰਦੀ ਹੈ ਕਿਉਂਕਿ ਸਾਡੀ ਪਾਰਟੀ ਦੇ ਅੰਦਰ ਲੋਕਤੰਤਰ ਹੈ। ਉਹ ਇਸ ਗੱਲ ਦੇ ਉੱਤੇ ਉਹ ਜ਼ੋਰ ਦਿੰਦੇ ਪਏ ਨੇ ਤੇ ਨਾਲ ਉਹ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਜਿੱਥੇ ਵੀ ਇਲੈਕਸ਼ਨਸ ਹੋਣ ਵਾਲੀਆਂ ਨੇ ਔਰ ਖੁਦ ਦਿੱਲੀ ਵਿੱਚ ਵੀ ਜਿਹੜੀਆਂ ਇਲੈਕਸ਼ਨਸ ਹੋਣੀਆਂ ਨੇ ਮੇਨ 2024 ਦੇ ਵਿੱਚ, ਅਗਲੇ ਆਉਣ ਵਾਲੇ 30-40 ਸਾਲ ਤੱਕ ਬੀਜੇਪੀ ਪੂਰੇ ਭਾਰਤ ਦੇ ਵਿੱਚ ਆਪਣਾ ਸ਼ਾਸਨ ਕਰਦੀ ਰਹੇਗੀ। ਇਸ ਤਰ੍ਹਾਂ ਦੀਆਂ ਸਟੇਟਮੈਂਟਸ ਵੀ ਜਾਰੀ ਹੋ ਰਹੀਆਂ ਨੇ। ਹਾਂ, ਇਹਨਾਂ ਨੇ ਦੋਨੇ ਜਿਹੜੇ ਇਸ ਵੇਲੇ ਬੜੇ ਮੁੱਖ ਅਧਿਕਾਰੀ ਨੇ ਔਰ ਬਹੁਤ ਵੱਡੀ ਪੋਸਟ 'ਤੇ ਨੇ। ਇੱਕ ਤਾਂ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਜੀ ਔਰ ਦੂਜੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜੀ। ਉਹਨਾਂ ਨੇ ਕਿਹਾ ਕਿ ਜਿਹੜੀ ਉਹਨਾਂ ਤੰਜ ਕੱਸਿਆ ਜਿਹੜੀਆਂ ਪਿਛਲੀਆਂ ਸਰਕਾਰਾਂ ਤੇ ਪਾਰਟੀਆਂ 'ਤੇ ਕਿ ਜਿਹੜੇ ਜਿਸ 'ਚ ਕੁਨਬਾ ਪ੍ਰਸਤੀ ਤੇ ਜਿਸ 'ਚ ਪਰਿਵਾਰਵਾਦ ਰਿਹਾ ਵਾ, ਬੰਸਵਾਦ ਹੀ ਰਿਹਾ ਜਿਨ੍ਹਾਂ ਦਾ। ਔਰ ਉਹਨਾਂ ਨੇ ਕਿਹਾ ਕਿ ਉਹ ਸਰਕਾਰਾਂ ਜਿਹੜੀਆਂ ਲੋਕਾਂ ਨਾਲ ਧੋਖਾ ਕਰਦੀਆਂ ਰਹੀਆਂ, ਜਿਹਦਾ ਸਿੱਧਾ ਜਿਹੜਾ ਤੰਜ ਸੀਗਾ ਕਾਂਗਰਸ 'ਤੇ ਸੀਗਾ। ਕਾਂਗਰਸ ਤਾਂ ਜਦੋਂ ਗਾਂਧੀ ਪਰਿਵਾਰ ਰਿਹਾ ਅੱਗੇ ਚੱਲਦਾ ਰਿਹਾ ਸਾਰਾ ਹੀ, ਔਰ NDA ਬਾਅਦ 'ਚ ਆਈ ਆ। ਔਰ ਅਟਲ ਬਿਹਾਰੀ ਵਾਜਪਾਈ ਇਕੱਲੇ ਆਏ, ਉਹਨਾਂ ਦਾ ਕੋਈ ਪਰਿਵਾਰ ਨਹੀਂ ਸੀਗਾ, ਮਤਲਬ ਕੋਈ ਬੱਚਾ ਨਹੀਂ। ਔਰ ਇਹਨਾਂ ਦਾ ਵੀ ਇਹੋ ਹੀ ਹਾਲ ਆ, ਨਰਿੰਦਰ ਮੋਦੀ ਜੀ ਦਾ ਵੀ ਤਾਂ ਕੋਈ ਬੱਚਾ ਨਹੀਂ ਹੈ ਕਿ ਨਹੀਂ, ਇਹਨਾਂ ਦਾ ਪਰਿਵਾਰ ਤਾਂ ਹੈ ਹੀ ਨਹੀਂ, ਤਾਂ ਆਉਣਾ ਕਿੱਥੋਂ ਹੈਗਾ। ਅਮਿਤ ਸ਼ਾਹ ਦਾ ਪਰਿਵਾਰ ਹੈ, ਪਰ ਇਹਨਾਂ ਨੇ ਜਿਹੜੀ ਗੱਲ ਕੀਤੀ, ਗੱਲ ਕਿਸੇ ਸਿੱਟੇ ਤੱਕ ਗੱਲ ਠੀਕ ਵੀ ਹੈਗੀ ਹੈ ਕਿ ਜਿੰਨੀਆਂ ਵਿਰੋਧੀ ਪਾਰਟੀਆਂ ਆਉਂਦੀਆਂ ਆਪਣਾ ਪਰਿਵਾਰ ਅੱਗੇ ਲੈ ਕੇ ਆਉਂਦੀਆਂ। ਭਾਈ ਭਤੀਜਾਵਾਦ ਹੈਗਾ, ਨੌਕਰੀਆਂ ਵੀ ਉਹਨਾਂ ਨੂੰ ਮਿਲਦੀਆਂ ਪਿਛਲੇ ਪਾਸੇ, ਤੇ ਉਹਨਾਂ ਨੂੰ ਕੁਰਸੀਆਂ ਵੀ ਮਿਲਦੀਆਂ, ਉਹਨਾਂ ਨੂੰ ਉਪਾਧੀਆਂ ਵੀ ਮਿਲਦੀਆਂ ਔਰ ਉਹਨਾਂ ਨੂੰ ਮੰਤਰੀਸ਼ਿਪ ਦੀਆਂ ਜਿਹੜੀਆਂ ਸੀਟਾਂ ਵੀ ਮਿਲਦੀਆਂ। ਇਹ ਟਿਕਟਾਂ ਵੀ ਇਸੇ ਤਰ੍ਹਾਂ ਵੰਡੀਆਂ ਜਾਂਦੀਆਂ। ਗੱਲ ਤਾਂ ਉਹਨਾਂ ਦੀ ਠੀਕ ਹੈ, ਪਰ ਉਹਨਾਂ ਨੇ ਇੱਕ ਹੋਰ ਗੱਲ ਵੀ ਕਹੀ ਹੈ ਕਿ 30 ਤੋਂ ਅਗਲੇ 40 ਸਾਲ ਤੱਕ ਬੀਜੇਪੀ ਦਾ ਰਾਜ ਹੋਊਗਾ, ਸਾਰੇ ਪਾਸੇ ਬੀਜੇਪੀ ਰਹੇਗੀ। ਔਰ ਤੇਲੰਗਾਨਾ ਔਰ ਜਿਹੜਾ ਪੱਛਮੀ ਬੰਗਾਲ ਆ, ਉਹਨਾਂ ਨੇ ਕਿਹਾ ਇਹਦੇ ਵਿੱਚ ਸਾਡੀਆਂ ਸਰਕਾਰਾਂ ਹੋਣਗੀਆਂ। ਐਟ ਪ੍ਰੈਜ਼ੈਂਟ ਨਹੀਂ ਹੈ, ਅਗਲੀਆਂ ਸਰਕਾਰਾਂ ਸਾਡੀਆਂ ਹੋਣਗੀਆਂ। ਪਰ ਇਹਦੇ 'ਤੇ ਜਿਹੜਾ ਤੰਜ ਕੱਸਿਆ TMC ਜਿਹੜੀ ਤ੍ਰਿਣਮੂਲ ਕਾਂਗਰਸ ਹੈ, ਉਹਨਾਂ ਨੇ ਕਿਹਾ, ਉਹ ਹੱਸੇ ਇਸ ਗੱਲ 'ਤੇ ਕਿ ਤੁਸੀਂ ਸਾਡਾ ਮੁਕਾਬਲਾ ਨਹੀਂ ਕਰ ਸਕਦੇ। ਅਸੀਂ ਪੱਛਮੀ ਬੰਗਾਲ 'ਚ ਜਿੱਥੇ ਬੈਠੇ ਹਾਂ, ਸਾਡਾ ਕੋਈ ਹੈ ਹੀ ਆ। ਪਹਿਲੋਂ ਉੱਥੇ ਰਹੀਆਂ ਖੱਬੇ ਪਾਰਟੀਆਂ ਰਹੀਆਂ, ਉਸ ਤੋਂ ਬਾਅਦ ਇਹ ਨਵੀਂ ਪਾਰਟੀ ਬਣੀ ਔਰ ਇਹਨੇ ਰਾਜ ਕੀਤਾ ਉੱਥੇ ਸਾਰਾ ਕੁਝ। ਪਰ ਬੀਜੇਪੀ ਦਾ ਉਹਦੇ 'ਤੇ ਨਿਸ਼ਾਨਾ ਰਿਹਾ ਵਾ ਵੀ ਅਸੀਂ ਤੀਰ ਚਲਾਵਾਂਗੇ ਤੇ ਇੱਧਰ ਨੂੰ ਚਲਾਵਾਂਗੇ। ਸਾਡੀਆਂ ਸਰਕਾਰਾਂ ਇਹਨਾਂ 2 ਸਟੇਟਾਂ 'ਚ ਪੱਕੀਆਂ ਹੋਣਗੀਆਂ, ਜਦੋਂ ਕਿ ਪੰਜਾਬ ਵਿੱਚ ਵੀ ਇਹਨਾਂ ਦੀ ਸਰਕਾਰ ਨਹੀਂ NDA ਦੀ ਰਹੀ, ਬਣ ਕੇ ਰਹੀ। ਕੁਝ ਹੈਗੇ ਆ ਔਰ ਜਿਨ੍ਹਾਂ ਸਟੇਟਾਂ 'ਚ ਨਹੀਂ, ਉਹਨਾਂ ਦੀ ਅੱਖ ਉੱਥੇ ਹੈਗੀ ਹੁਣ
ਇਸ ਕਰਕੇ ਹੈਗੇ ਕਿ 2024 ਦੀਆਂ ਜਿਹੜੀਆਂ ਆ ਰਹੀਆਂ ਲੋਕ ਸਭਾ ਇਲੈਕਸ਼ਨ ਉਹਦੇ ਵਿੱਚ ਵੀ ਹੈਗਾ ਹੁਣ ਸਾਰੇ ਸਰਗਰਮ ਨੇ, ਔਰ ਖ਼ਾਸ ਤੌਰ ਤੇ ਜਿਹੜਾ ਕੇਂਦਰ ਹੈਗਾ ਜਿਹਦੇ 'ਚ ਬੀਜੇਪੀ ਦੇ ਸਾਰੇ ਨੇਤਾ ਬੈਠੇ ਨੇ, ਉਹਨਾਂ ਦਾ ਧਿਆਨ ਹੁਣ ਸਾਰੇ ਸਟੇਟਾਂ 'ਤੇ ਹੈਗਾ, ਖ਼ਾਸ ਤੌਰ 'ਤੇ ਪੰਜਾਬ ਵਿੱਚ ਵੀ। ਪੰਜਾਬ ਵਿੱਚ ਜੇ 92 ਸੀਟਾਂ ਆਪ ਲੈ ਗਈ ਹੈ ਤਾਂ ਉਹਨਾਂ ਦਾ ਬਣਦਾ ਹੁਣ ਕਾਰਨ ਹੈਗਾ ਕਿ ਅਗਲੀਆਂ 13 ਸੀਟਾਂ ਬੀਜੇਪੀ ਦੇ ਹੱਥ 'ਚ ਆਉਣਗੀਆਂ, ਕਿਉਂਕਿ ਇੱਥੋਂ ਵੀ ਚਲੇ ਗਏ ਨੇ। ਜਿੱਦਾਂ ਉਪ ਰਾਸ਼ਟਰਪਤੀ ਦਾ ਵੀ ਰੌਲਾ ਪਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਦਾ, ਉਹ ਵੀ ਇਹਨਾਂ ਦੇ ਜਾ ਕੇ ਇਸੇ ਪਾਰਟੀ 'ਚ ਸ਼ਾਮਲ ਹੋ ਰਹੇ ਹੈ। ਔਰ ਉਹਦੇ ਤੋਂ ਬਾਅਦ ਜਿੰਨੇ ਵੀ ਇੱਥੋਂ ਗਏ ਆ, ਜਾਖੜ ਸਾਹਿਬ ਵੀ ਉੱਧਰ ਗਏ, ਬਲਾਮ ਜਾਖੜ ਦੇ ਬੇਟਾ ਸੁਨੀਲ ਜਾਖੜ ਜੀ, ਇਹ ਵੀ ਗਏ। ਹੁਣ ਬਹੁਤ ਵੱਡੀਆਂ ਜਿਹੜੀਆਂ ਤੋਪਾਂ ਗਿਣੀਆਂ ਜਾਂਦੀਆਂ ਸੀ ਉੱਧਰ ਚਲੇ ਗਈਆਂ, ਔਰ ਇਸ ਤੋਂ ਬਾਅਦ ਇਹ ਗਿਣਿਆ ਜਾਊਗਾ ਕਿ ਅਗਲੀਆਂ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨ ਆ ਉਹਨਾਂ 'ਚ ਇਹਨਾਂ ਨੂੰ ਥੋੜ੍ਹੀ ਬਹੁਤ ਸੈਟਬੈਕ ਲੱਗ ਸਕਦੀ ਆ ਆਮ ਪਾਰਟੀ ਆ ਜਿਹੜੀ ਆਪ ਪਾਰਟੀ ਹੈਗੀ ਇਹਦੇ ਵਿੱਚ, ਕਿਉਂਕਿ ਉਹ ਵੀ ਪਾਵਰਫੁਲ ਪਾਰਟੀ ਹੈ ਐਨਡੀਏ। ਬੀਜੇਪੀ ਪੰਜਾਬ 'ਚ ਵੀ ਆਪਣਾ ਅਸ਼ਵਨੀ ਕੁਮਾਰ ਜੀ ਇਹਦੇ ਕਰਤਾ ਧਰਤਾ ਨੇ ਪੰਜਾਬ 'ਚ, ਔਰ ਇਹਨਾਂ ਨੇ ਇਸ ਵੇਲੇ ਪੂਰੇ ਦਾ ਪੂਰਾ ਆਪਣਾ ਬਣਾ ਲਿਆ ਇੱਥੇ ਸਾਰਾ ਜੋ ਕੁਛ ਇਹਨਾਂ ਬਣਾਉਣੀ ਬੈਕਗਰਾਊਂਡ ਲੋਕਾਂ ਤੱਕ ਪਹੁੰਚ ਗਏ ਆ। ਔਰ ਉਹਨਾਂ ਨੇ ਵੀ ਕਿਹਾ ਵੀ ਸਾਡੇ ਜਿਹੜੇ ਇੱਕ ਯਾਤਰਾ ਕੱਢ ਰਹੇ ਆ ਉਹ ਯਾਤਰਾ ਪੂਰੇ ਹਿੰਦੁਸਤਾਨ 'ਚ ਹੋਊਗੀ। ਜਿੱਦਾਂ ਇੱਕ ਵਾਰੀ ਐਲ.ਕੇ. ਅਡਵਾਨੀ ਨੇ ਰੱਥ ਯਾਤਰਾ ਕੱਢੀ ਸਾਰਿਆਂ ਨੇ, ਔਰ ਪੂਰੇ ਦੇਸ਼ 'ਚ ਘੁਮਾਇਆ ਹੈ ਲੋਕਾਂ ਨੂੰ, ਜੋ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੇ ਪੂਰੇ ਦੇਸ਼ 'ਚ ਘੁੰਮੇ ਆ। ਹੁਣ ਵੀ ਇਹਨਾਂ ਦਾ ਇਹੋ ਹੀ ਹੈਗਾ ਕਿ ਸੁਨੇਹਾ ਇੱਕ ਰੱਥ ਯਾਤਰਾ ਦੀ ਤਰ੍ਹਾਂ ਦੀ ਗੱਲ ਇਹ ਹੈ ਨਾ ਬਲਕਾਰ ਜੀ ਕਿ ਓਪੋਜੀਸ਼ਨ ਸਟਰੋਂਗ ਨਹੀਂ ਹੈ, ਇਹਦਾ ਪੂਰਾ ਫਾਇਦਾ ਮਿਲ ਰਿਹਾ ਬੀਜੇਪੀ ਨੂੰ। ਬਿਲਕੁਲ ਓਪੋਜੀਸ਼ਨ ਸਟਰੋਂਗ ਹੋਵੇ, ਕੋਈ ਇੱਦਾਂ ਦੇ ਨੇਤਾ ਸਟਰੋਂਗ ਹੋ ਕੇ ਸਾਹਮਣੇ ਆਉਣ, ਜਿਹੜੀ ਇਹ ਆਮ ਆਦਮੀ ਪਾਰਟੀ ਕੋਸ਼ਿਸ਼ ਕਰ ਰਹੀ ਆ, ਤਾਂ ਹੋ ਸਕਦਾ ਕਿ ਅਲਰਟ ਹੋ ਜਾਣ। ਅਲਰਟ ਤਾਂ ਹੁਣ ਵੀ ਨੇ, ਮਤਲਬ ਉਹ ਅਲਰਟ ਹੋਣਾ ਥੋੜਾ ਡਿਫਰੈਂਟ ਹੋਏਗਾ ਕਿ ਅੱਗੇ ਕੋਈ ਆਪੋਜੀਸ਼ਨ ਵਾਸਤੇ ਖੜੇ ਨੇ ਤਾਂ ਸਾਨੂੰ ਕਿਸ ਤਰ੍ਹਾਂ ਆਪਣੀ ਤਿਆਰੀ ਖਿੱਚਣੀ ਚਾਹੀਦੀ ਹੈ। ਸੋ ਖੈਰ ਉਹਨਾਂ ਦੀ ਆਪਣੀ ਵਿਚਾਰਧਾਰਾ ਹੈ ਔਰ ਆਪਣੇ ਵਿਚਾਰ ਨੇ, ਔਰ ਹਰੇਕ ਨੂੰ ਆਪਣੇ ਵਿਚਾਰ ਦੇਣ ਦਾ ਹੱਕ ਹੈ। ਨਾਲੇ ਇਸ ਵੇਲੇ ਪਾਵਰ 'ਚ ਨੇ, ਪਾਵਰ 'ਚ ਬੈਠੇ ਹਨ ਤੇ ਮਸ਼ੀਨਰੀ ਉਹਨਾਂ ਕੋਲ ਹੈ ਨਾ, ਸਾਰੀਆਂ ਜਿੰਨੀ ਜੁਡੀਸ਼ਰੀ ਉਹਨਾਂ ਕੋਲ ਆ, ਹਰ ਇੱਕ ਚੀਜ਼ ਉਹਨਾਂ ਕੋਲ ਆ। ਉਹਨਾਂ ਨੇ ਕਈ ਕੁਛ ਇਹਦਾ ਫਾਇਦਾ ਲੈਣਾ ਔਰ ਲੈ ਵੀ ਰਹੇ ਆ। ਔਰ ਜੇ ਦੇਖੋ ਕਈਆਂ ਸਟੇਟਾਂ 'ਚ ਉਹਨਾਂ ਨੇ ਬੜਾ ਕੁਝ ਕਰ ਲਿਆ, ਜਿੰਨੇ ਆ ਕੇ 5 ਸਟੇਟਾਂ 'ਚ ਉਹਨਾਂ ਨੇ ਆਪਣੀ ਸਰਕਾਰਾਂ ਬਣਾ ਲਈਆਂ। ਆਉਣ ਵਾਲੇ ਸਮੇਂ 'ਚ ਵੀ ਇਹਨਾਂ ਦੀ ਸੋਚ ਇੱਥੇ ਹੀ ਆ, ਔਰ ਇਹਦੇ 'ਚ ਕੋਈ ਲੜਾਈ ਵਾਲੀ ਗੱਲ ਤਾਂ ਨਹੀਂ ਹੁੰਦੀ। ਲੋਕਾਂ ਨੇ ਵੋਟ ਪਾਉਣੀ ਹੈ, ਜੇ ਲੋਕ ਬੀਜੇਪੀ ਨੂੰ ਚੰਗਾ ਸਮਝਦੇ ਆ ਤਾਂ ਉਹਨਾਂ ਨੇ ਲੈ ਲੈਣੀ ਆ। ਇੱਥੇ ਆਪ ਨੂੰ ਲੋਕਾਂ ਨੇ ਚੰਗਾ ਸਮਝਿਆ ਤੇ 92 ਸੀਟਾਂ ਲੈ ਗਏ, ਇਹ 'ਚ ਕੋਈ ਗੱਲ ਤਾਂ ਹੁੰਦੀ ਨਹੀਂ, ਕੰਮ ਬੋਲਦਾ ਲੋਕ। ਜੁਡੀਸ਼ਰੀ ਦੀ ਗੱਲ ਜਿਹੜੀ ਤੁਸੀਂ ਕਰਦੇ ਪਏ ਹੋ, ਸੋ ਜੁਡੀਸ਼ਰੀ ਨੂੰ ਲੈ ਕੇ ਕਪਿਲ ਸਿੱਬਲ ਸਾਹਿਬ ਜੋ ਕਾਂਗਰਸ ਦੇ ਬੜੇ ਸੀਨੀਅਰ ਹੈਵੀਵੇਟ ਨੇਤਾ ਨੇ, ਉਹਨਾਂ ਨੇ ਇੱਕ ਗੱਲ ਕੀ ਹੈ ਕਿ ਕਈ ਕੈਂਡੀਡੇਟਸ ਜੋ ਜੁਡੀਸ਼ਰੀ ਦੇ ਵਿੱਚ ਮੌਜੂਦ ਨੇ, ਉਹਨਾਂ ਨੇ ਜੋ ਵੱਡੇ ਆਫਿਸਰਸ ਵੀ ਨੇ, ਉਹਨਾਂ ਨੇ ਕਿਤੇ ਨਾ ਕਿਤੇ ਨਿਰਾਸ਼ ਵੀ ਕੀਤਾ ਹੈ। ਸੋ ਇੱਕ ਐਕਸਪੀਰੀਅੰਸਡ ਬੰਦਾ ਜਿਨ੍ਹਾਂ ਨੇ ਸਾਰੀ ਉਮਰ ਕੋਰਟਸ ਆਫ ਲਾਅ ਦੇ ਵਿੱਚ ਬਿਤਾਈ ਹੈ ਔਰ ਬੜੇ ਟੇਢੇ ਮੇਢੇ ਕੇਸਿਸ ਵੀ ਉਹਨਾਂ ਨੇ ਡੀਲ ਕੀਤੇ ਨੇ, ਔਰ ਇਸ ਤਰ੍ਹਾਂ ਦੀ ਸਟੇਟਮੈਂਟ ਦੇਣ, ਔਰ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਨਿਰਾਸ਼ ਕੀਤਾ ਹੈ। ਮਤਲਬ ਨਿਰਾਸ਼ਾ ਦਾ ਕੀ ਮਤਲਬ, ਇਹ ਕਿੱਧਰ ਨੂੰ ਗੱਲ ਕਰਦੇ ਪਏ ਨੇ? ਜਦੋਂ ਜੁਡੀਸ਼ਰੀ ਆਨਰੇਬਲ ਹੁੰਦੀ ਆ, ਕਾਰ ਹੁੰਦਾ ਇਹਦਾ, ਔਰ ਇਹਦੇ 'ਤੇ ਕੋਈ ਇੱਦਾਂ ਵਿਅੰਗਤਾ ਨਹੀਂ ਹੁੰਦਾ, ਪਰ ਇਹਨਾਂ ਨੂੰ ਆਇਆ ਕਿ ਕੁਝ ਮੈਂਬਰਾਂ ਨੇ ਜਿਹੜੇ ਲੋਕਾਂ ਨੂੰ ਨਾਰਾਜ਼ ਕੀਤਾ ਵਾ, ਕੁਝ ਫੈਸਲੇ ਜਿਹੜੇ ਆਉਂਦੇ ਹੈਗੇ ਕਿ ਲੋਕਾਂ ਦੇ ਉਲਟ ਗਏ ਆ, ਔਰ ਉਹ ਹੋ ਸਕਦਾ ਉਹਨਾਂ ਨੇ ਕਿਹਾ ਕਿ 22 ਹੋ ਕੇ ਜਿਹੜੀ ਸਰਕਾਰ ਆ ਉਹਦੀ ਫੇਵਰ 'ਚ ਗਏ ਹੋਣਗੇ, ਔਰ ਜਿਹਦੇ 'ਚ ਜਿਸ ਤਰ੍ਹਾਂ ਕੁਝ ਹੋਏ ਵੀ ਆ, ਜਿਸ ਤਰ੍ਹਾਂ ਬਲਡੋਜ਼ਰ ਚੱਲੇ ਆ ਔਰ ਸਟੇਟਾਂ 'ਚ ਹੈ ਨਾ ਮੰਦਰ ਮਸਜਿਦ ਤੋੜੇ ਆ, ਔਰ ਉਹਨਾਂ 'ਚ ਲੋਕਾਂ 'ਤੇ ਸੱਟਾਂ ਵੀ ਲੱਗੀਆਂ, ਔਰ ਮਾਈਨੋਰਿਟੀ ਜਿਹੜੀ ਆ ਉਹ ਥੋੜ੍ਹੀ ਜਿਹੀ ਤੰਗ ਵੀ ਰਹੀ ਹੈ, ਜਿਸ 'ਚ ਮੁਸਲਮਾਨ ਸਿੱਖ ਵੀ ਉਹਦੇ 'ਚ ਆਉਂਦੇ ਆ, ਕ੍ਰਿਸਚਨ ਉਹਦੇ 'ਚ ਆਉਂਦੇ ਆ, ਬੋਧੀ ਆਉਂਦੇ ਆ, ਜੈਨੀ ਆਉਂਦੇ ਆ, 7 ਤਰ੍ਹਾਂ ਦੀਆਂ ਮਾਈਨੋਰਿਟੀ ਜਿਹੜੀ ਘੱਟ ਗਿਣਤੀ ਵਾਲੇ ਆ, ਉਹ ਇਸ ਗੱਲ ਤੋਂ ਤੰਗ ਰਹੇ ਆ। ਔਰ ਇਹ ਹੋ ਸਕਦਾ ਉਹਦੇ 'ਤੇ ਕੋਈ ਇਸ ਤਰ੍ਹਾਂ ਦੀ ਗੱਲ ਹੋ ਸਕਦੀ। ਸਾਡੇ 3 ਵਿੰਗਸ ਨੇ, ਲਾਅ ਮੇਡ, ਲਾਅ ਇੰਪਲੀਮੈਂਟਡ ਐਂਡ ਲਾਅ ਡਿਸਾਈਡਡ। ਲਾਅ ਮੇਡ ਔਰ ਲਾਅ ਇੰਪਲੀਮੈਂਟਡ, ਉਹਨਾਂ ਉੱਤੇ ਤਾਂ ਪਹਿਲਾਂ ਹੀ ਕੁਐਸਚਨ ਮਾਰਕ ਲੱਗਦਾ ਸੀ, ਅੱਜ ਲਾਅ ਡਿਸਾਈਡਡ ਉੱਤੇ ਵੀ ਇੱਥੇ ਲੱਗਿਆ ਨਹੀਂ, ਕਦੇ ਲੱਗ ਚੁੱਕਾ ਹੈ। ਜਿਸ ਤਰ੍ਹਾਂ ਕਪਿਲ ਸਿੱਬਲ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ, ਤਾਂ ਲਾਅ ਡਿਸਾਈਡਡ ਉੱਤੇ ਜਦੋਂ ਕੁਐਸਚਨ ਮਾਰਕ ਲੱਗਦਾ ਤਾਂ ਆਮ ਲੋਕ ਜਿਹੜੇ ਨੇ ਉਹ ਕਾਫੀ ਜ਼ਿਆਦਾ ਘਬਰਾ ਜਾਂਦੇ ਨੇ, ਕੰਨੇ ਹੋ ਜਾਂਦੇ। ਤੁਸੀਂ ਦੇਖੋ ਜੁਡੀਸ਼ਰੀ ਦੇ ਉੱਤੇ ਸਭ ਨੂੰ ਭਰੋਸਾ, ਕੋਈ ਵੀ ਗੱਲ ਹੋਵੇ, ਕੋਈ ਵੀ ਬਾਤ ਹੋਵੇ ਆਮ ਜ਼ਿੰਦਗੀ ਦੇ ਵਿੱਚ, ਆਈ ਵਿਲ ਸੀ ਯੂ ਇਨ ਦਾ ਕੋਰਟ। ਸਹੀ ਗੱਲ ਹਮੇਸ਼ਾ ਕਿਹਾ ਜਾਂਦਾ, ਆਈ ਵਿਲ ਨੌਕ ਦਾ ਡੋਰ ਆਫ ਕੋਰਟ, ਮੈਂ ਉਹਨੂੰ ਖੜਕਾਉਂਗਾ ਜਾ ਕੇ ਤੇ ਮੈਂ ਤੁਹਾਡੇ ਤੇ ਉਲਟਾ ਕੇਸ ਕਰੂੰਗਾ। ਉੱਥੇ ਵਿਸ਼ਵਾਸ ਆ ਕਿ ਉੱਥੇ ਕੋਈ ਬੈਠਾ ਹੈ ਜੋ ਸਾਡੀ ਗੱਲ ਸੁਣੂਗਾ। ਜੇ ਸਾਨੂੰ ਲਾਅ ਡਿਸਾਈਡਡ ਵਿੱਚ ਨਿਆਂ ਨਹੀਂ ਮਿਲਦਾ, ਲਾਅ ਇੰਪਲੀਮੈਂਟਡ ਵਿੱਚ ਨਿਆਂ ਨਹੀਂ ਮਿਲਦਾ, ਕਿ ਜਿੱਥੇ ਲੋਕ ਸਭਾ, ਵਿਧਾਨ ਸਭਾ, ਰਾਜ ਸਭਾ ਹੈ, ਜਾਂ ਜਿੱਥੇ ਐਡਮਿਨਿਸਟ੍ਰੇਸ਼ਨ ਬੈਠੀ ਹੈ, ਆਈਐਸ ਆਫਿਸਰਸ ਬੈਠੇ ਨੇ, ਗਜ਼ਟਿਡ ਆਫਿਸਰਸ ਬੈਠੇ ਨੇ, ਜਿਹਨੂੰ ਆਪਾਂ ਰੈਡ ਟੇਪਿਜ਼ਮ ਕਹਿ ਦਿੰਦੇ ਹਾਂ, ਲਾਲ ਫੀਤਾਸ਼ਾਹੀ, ਅਫਸਰਸ਼ਾਹੀ ਕਹਿ ਦਿੰਦੇ ਹਾਂ, ਉੱਥੇ ਵੀ ਕੋਈ ਨਹੀਂ ਸੁਣਦਾ। ਲੋਕ ਸਭਾ, ਰਾਜ ਸਭਾ ਦੇ ਵਿੱਚ ਕੋਈ ਨਹੀਂ ਸੁਣਦਾ, ਤੇ ਇੱਧਰ ਸਾਡੀ ਕੋਰਟ ਸੁਣੇਗਾ, ਕੋਰਟ ਦੇ ਵਿੱਚ ਸਾਡੀ ਗੱਲ ਸੁਣੀ ਜਾਏਗੀ। ਪਰ ਜੇ ਉੱਥੇ ਵੀ ਕੁਐਸਚਨ ਮਾਰਕ ਲੱਗਦਾ ਹੈ, ਜਿਸ ਤਰ੍ਹਾਂ ਇੱਕ ਸੀਨੀਅਰ ਐਡਵੋਕੇਟ ਦੀ ਸਟੇਟਮੈਂਟ ਆਉਂਦੀ ਹੈ, ਤਾਂ ਵਾਕਈ
ਇਹ ਫੈਡਰਲ ਸਿਸਟਮ ਦੇ ਲਈ ਸਾਨੂੰ ਇੱਕ ਖਤਰਾ ਮਹਿਸੂਸ ਹੁੰਦਾ ਹੈ ਕਿ ਜਾਵਾਂਗੇ ਤੇ ਕਿੱਧਰ ਜਾਵਾਂਗੇ। ਹੁਣ ਸਾਡੀ ਬਾਂਹ ਕੌਣ ਫੜੂਗਾ, ਸਾਨੂੰ ਨਿਆਂ ਕੌਣ ਦਊਗਾ, ਹਿਊਮਨ ਰਾਈਟਸ ਦਾ ਕੀ ਬਣੂਗਾ, ਔਰ ਕੋਰਟ ਆਫ ਜਸਟਿਸ ਤਾਂ ਫਿਰ ਜਸਟਿਸ ਦਾ ਕੀ ਬਣੂਗਾ ਜੇ ਇਸ ਤਰ੍ਹਾਂ ਦੀ ਜਿਹੜੇ ਵੈਸੇ ਲੋੜਵੰਦ ਆ, ਜਿਨ੍ਹਾਂ ਨੂੰ ਜ਼ਰੂਰਤ ਆ, ਜਾਂ ਜਿਹੜੇ ਗਰੀਬ ਕੁਨਬੇ 'ਚ ਲੋਕ, ਉਹ ਵਿਚਾਰੇ ਜੁਡੀਸ਼ਰੀ ਦੇ ਜਾਂ ਨਿਆਂਪਾਲਿਕਾ 'ਚੋਂ ਆਪਣੇ ਫੈਸਲੇ ਕਰਵਾਉਂਦੇ ਆ, ਉੱਥੋਂ ਹੀ ਉਹਨਾਂ ਨੂੰ ਸਾਰਾ ਕੁਝ ਜਸਟਿਸ ਤਾਂ ਉੱਥੋਂ ਹੀ ਮਿਲਣਾ, ਨਿਆਂ ਉੱਥੋਂ ਹੀ ਮਿਲਣਾ। ਬਿਲਕੁਲ। ਔਰ ਰਹੀ ਗੱਲ ਇਹਦੇ ਨਾਲ, ਇਹ ਗੱਲ ਨਹੀਂ ਹੈਗਾ, ਤੁਸੀਂ ਦੇਖੋ ਈਡੀ ਦਾ ਵੀ ਇਹ ਚੱਕਰ ਰਿਹਾ, ਜਿਹਦੇ ਵਿੱਚ ਜਦੋਂ ਰਾਹੁਲ ਗਾਂਧੀ ਨੂੰ ਉਹਨਾਂ ਨੇ ਕਿੰਨਾ ਉਹਦੇ 'ਚ ਘੜੀਸਿਆ, ਕਿੰਨਾ ਕੁਛ ਉਹਦੀਆਂ ਜਿਹੜੀਆਂ ਇਨਕੁਆਰੀ ਹੋਈ ਯਾਰ, ਉਹ ਵਿਚਾਰਾ ਰੋਟੀ ਖਾਣ ਤੋਂ ਵੀ ਥੋੜ੍ਹਾ ਜਿਹਾ ਹੁੰਦਾ, ਤੰਗ ਹੋ ਗਿਆ, ਉਹਨੂੰ ਫੈਸਲਾ ਲੈਣਾ ਔਖਾ ਹੋ ਗਿਆ ਕਿ ਮੈਂ ਕਦੋਂ ਕੀ ਕਰਾਂ ਤੇ ਕੀ। ਔਰ ਕਿੰਨਾ ਪੁਰਾਣਾ ਕੇਸ ਉਹਦਾ ਜਿਹੜਾ ਉਹਨਾਂ ਨੇ ਦੁਬਾਰਾ ਪੁੱਟਿਆ, ਔਰ ਉਸ ਕੇਸ ਨੂੰ ਦੁਬਾਰਾ ਇਹਨਾਂ ਨੇ ਲੈ ਕੇ ਆਏ, ਕਿੰਨੇ ਸਾਲ, ਔਰ ਇਹਦੀ ਉਮਰ 50 ਸਾਲ ਹੈ, 50 ਸਾਲ ਪੁਰਾਣਾ ਕੇਸ ਹੀ ਉਹਨਾਂ ਨੇ ਦੁਬਾਰਾ ਇਹਦੇ 'ਚ ਲਿਆਂਦਾ ਗਿਆ। ਔਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਲੋਕਾਂ ਦੇ ਨਜ਼ਰ 'ਚ ਆਉਂਦੀਆਂ, ਔਰ ਇਹ ਦੂਜੀ ਨਜ਼ਰ 'ਚ ਜਿਹੜੀ ਆ ਗੱਲ ਆ, ਕਿਉਂਕਿ ਸੀਨੀਅਰ ਵਕੀਲ ਹੈਗੇ ਆ ਕਪਿਲ ਸਿੱਬਲ ਜੀ, ਉਹਨਾਂ ਨੇ ਜੇ ਮਸਲਾ ਅੱਗੇ ਲਿਆਂਦਾ ਲੋਕਾਂ ਤੱਕ, ਤੇ ਲੋਕਾਂ ਨੇ ਇਸ ਨੂੰ ਵੈਸੇ ਤਾਂ ਚੰਗੀ ਨਜ਼ਰ ਨਾਲ ਦੇਖਿਆ ਕਿ ਠੀਕ ਹੈ, ਕਿ ਸਾਨੂੰ ਅਸੀਂ ਪੜ੍ਹਦੇ ਰਹੇ ਹਾਂ, ਲੋਕਾਂ ਨੇ ਕਿਹਾ ਹੈ, ਬਿਆਨ ਵੀ ਹੈ ਲੋਕਾਂ ਦੇ ਕਿ ਇਸ ਵਿੱਚ ਜੋ ਕੁਝ ਹੋਇਆ ਲੋਕਾਂ ਦੇ ਅਗੇਂਸਟ ਵੀ ਚੱਲ ਰਿਹਾ ਕੰਮ। ਔਰ ਉਹਨਾਂ ਨੇ ਇੱਕ ਮਾੜਾ ਜਿਹਾ ਸੰਕੇਤ ਹੀ ਦਿੱਤਾ, ਕਿਉਂਕਿ ਦੇਖੋ ਜਿਹੜੀ ਪਾਵਰਫੁਲ ਹੁੰਦੀ ਹੈ ਗੌਰਮੈਂਟ, ਜਿਹਦੇ ਕੋਲ ਪਾਵਰ ਆ, ਜਿਹੜੀ ਗੱਦੀ ਤੇ ਬੈਠੀ ਆ, ਉਹ ਸਾਰੇ ਮਹਿਕਮਿਆਂ ਤੇ ਕੰਟਰੋਲ ਤਾਂ ਕਰਦੀ ਹੈ, ਪਰ ਜੁਡੀਸ਼ਰੀ ਜਿਹੜੀ ਹੈ ਇੰਡੀਪੈਂਡੈਂਟ ਹੁੰਦੀ ਹੈ। ਜਿਹੜੀ ਨਿਆਂਪਾਲਿਕਾ ਹੈ ਇਹ ਬਹੁਤਾ ਉੱਤੇ ਤਾਂ ਨਹੀਂ ਕਰਦੀ, ਪਰ ਜੇ ਇਹਨਾਂ ਨੇ ਗੱਲ ਕੀਤੀ ਹੈ ਤਾਂ ਸਮਥਿੰਗ ਇਜ਼ ਰੋਂਗ ਵਿਦ ਦਿਸ ਇਸ਼ੂ, ਇਹਦੇ ਨਾਲ ਤਾਂ ਕੁਝ ਨਾ ਕੁਝ ਹੋਊਗੀ ਗੱਲ। ਔਰ ਬਾਕੀ ਪਬਲਿਕ ਵੀ ਸਿਆਣੀ ਆ, ਪਬਲਿਕ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਮੀਡੀਆ ਕਿਤੇ ਤਾਂ ਕਿਤੇ ਪਹੁੰਚਿਆ ਹੈਗਾ, ਮੀਡੀਆ ਵੀ ਇਹਨੂੰ, ਪ੍ਰਿੰਟ ਮੀਡੀਆ ਨੇ ਤਾਂ ਅੱਗੇ ਇਹਨਾਂ ਦਾ ਬਿਆਨ ਸ਼ਾਇਆ ਕੀਤਾ, ਔਰ ਇਲੈਕਟ੍ਰੋਨਿਕਸ ਮੀਡੀਆ 'ਚ ਵੀ ਆਊਗਾ ਤੇ ਲੋਕ ਇੱਥੇ ਪਰਪੱਕ ਹੋ ਜਾਣਗੇ, ਪਤਾ ਲੱਗ ਲੱਗੂਗਾ ਲੋਕਾਂ ਨੂੰ ਵੀ ਵਾਕਿਆ ਗੱਲ ਉਹਨਾਂ ਦਾ ਬਿਆਨ ਠੀਕ ਹੈ। ਹੁਣ ਇਹਨੂੰ ਨਖੇੜਾ ਪਾਇਆ ਜਾਊਗਾ ਕਿ ਬਿਆਨ ਠੀਕ ਹੈ ਜਾਂ ਪੋਲੀਟੀਕਲ ਬਿਆਨ ਵੀ ਕਈ ਵਾਰੀ ਇੱਧਰ ਉੱਧਰ ਹੁੰਦੇ ਆ, ਇਹਨੂੰ ਸਾਰੇ ਨੂੰ ਪੱਕਾ ਕਰਨਾ ਲੋਕਾਂ ਨੇ। ਕਿਉਂਕਿ ਕਈ ਵਾਰ ਜੁਡੀਸ਼ਰੀ ਵੱਲੋਂ ਵੀ, ਜੱਜਿਸ ਵੱਲੋਂ ਵੀ ਇਹ ਗੱਲ ਹੁੰਦੀ ਹੈ ਕਿ ਤੁਸੀਂ ਪਹਿਲਾਂ ਹੀ ਇੱਕ ਮੀਡੀਆ ਟ੍ਰਾਇਲ ਚਲਾ ਦਿੰਦੇ, ਕਿਉਂਕਿ ਅੱਜ ਕੱਲ੍ਹ ਤੁਸੀਂ ਮੀਡੀਆ ਦੀ ਗੱਲ ਕੀਤੀ ਹੈ ਨਾ, ਮੀਡੀਆ ਬਹੁਤ ਤੇਜ਼ ਹੋਇਆ TRP ਦੇ ਚੱਕਰ ਦੇ ਵਿੱਚ ਮੀਡੀਆ ਟ੍ਰਾਇਲ ਚੱਲਦਾ ਹੁੰਦਾ, ਕਹਿੰਦੇ ਅਸੀਂ ਕੋਰਟ ਆਫ ਲਾਅ ਦੇ ਵਿੱਚ ਕੋਈ ਫੈਸਲਾ ਵੀ ਨਹੀਂ ਕੀਤਾ ਹੁੰਦਾ, ਉੱਥੇ ਪਹਿਲਾਂ ਹੀ ਉਹ ਫੈਸਲਾ ਹੋ ਜਾਂਦਾ, ਲੋਕਾਂ ਦਾ ਮਨ ਉਧਰ ਨੂੰ ਬਣਾ ਦਿੱਤਾ ਜਾਂਦਾ ਕਿ ਨਹੀਂ ਜੀ ਇਹ ਦੋਸ਼ੀ ਆ, ਇਹ ਦੋਸ਼ੀ ਨਹੀਂ, ਹਜੇ ਫੈਕਟਸ ਨਹੀਂ ਆਏ, ਹਜੇ ਐਵੀਡੈਂਸ ਨਹੀਂ ਆਇਆ, ਹਜੇ ਪ੍ਰੂਫਸ ਨਹੀਂ ਆਇਆ, ਹਜੇ ਪ੍ਰੋਸੈਸ ਚੱਲਦਾ ਪਿਆ, ਤੁਸੀਂ ਮੀਡੀਆ ਟ੍ਰਾਇਲ ਦੇ ਵਿੱਚ ਸਭ ਕੁਝ ਬਿਲਕੁਲ ਡਿਸਾਈਡ ਕਰਕੇ ਬਹਿ ਗਏ। ਇਹ ਵੀ ਇੱਕ ਬੜੀ ਫੈਡਰਲ ਸਿਸਟਮ ਦੇ ਅਗੇਂਸਟ ਗੱਲ, ਬੜੇ ਸੀਨੀਅਰ ਜੱਜ ਨੇ ਚੰਦਰਚੂੜ ਜੀ, ਉਹਨਾਂ ਨੇ ਕੀਤਾ, ਉਹਨਾਂ ਨੇ ਕਿਹਾ ਸੀਗਾ, ਉਹਨਾਂ ਕਿਹਾ ਸੋਸ਼ਲ ਮੀਡੀਆ ਤੇ ਪਹਿਲਾਂ ਆ ਜਾਂਦਾ, ਉੱਤੇ ਸੁਜੈਸ਼ਨਾਂ ਵੀ ਆ ਜਾਂਦੀਆਂ, ਉੱਤੇ ਲੋਕ ਆਪਣੇ ਸੁਝਾਅ ਵੀ ਦੇ ਦਿੰਦੇ, ਸਾਰਾ ਕੁਝ ਕਹਿੰਦਾ ਉਹ ਪਾਰੇ। ਜਦੋਂ ਇਹ ਵੀ ਕਹਿੰਦੇ ਕਿ ਵਕੀਲ ਕੌਣ ਹੋਣਗੇ ਇਹਦੇ 'ਚ, ਤੇ ਕਿ ਅੱਗੇ ਜੱਜ ਕੌਣ ਹੋਊਗਾ, ਉਹਨਾਂ ਜੁਡੀਸ਼ਰੀ ਦੇ ਵਿੱਚ ਕੌਣ ਬੈਠੂਗਾ, ਜਿਊਰੀ ਕਿਹੜੀ ਹੈਗੀ ਉਹਦੇ 'ਚ, ਉਹ ਸਾਰਾ ਕੁਝ ਕਹਿੰਦਾ ਪਹਿਲਾਂ ਆਇਆ ਹੁੰਦਾ। ਵੇਖ ਲਓ ਕਿੰਨੇ ਸੀਕ੍ਰੇਟ ਜਿਹੜੇ ਆ ਉਹ ਲੋਕਾਂ ਦੇ ਸਾਹਮਣੇ ਆ ਜਾਂਦੇ। ਲੋਕ ਜ਼ਿਆਦਾ ਸਿਆਣੇ ਹੋ ਗਏ ਨੇ, ਜ਼ਰੂਰਤ ਤੋਂ ਜ਼ਿਆਦਾ ਸਿਆਣੇ ਹੋ ਗਏ ਨੇ। ਔਰ ਜਿਹੜੀ ਇਹ WhatsApp ਯੂਨੀਵਰਸਿਟੀ ਹੈ, ਸੋਸ਼ਲ ਮੀਡੀਆ ਯੂਨੀਵਰਸਿਟੀ ਹੈ, ਇਹ ਜਿਹੜਾ ਗਿਆਨ ਵੰਡਦੀ ਹੈ ਨਾ, ਇਹ ਬੜਾ ਖਤਰਨਾਕ ਹੈ, ਕਈ ਕੇਸਾਂ 'ਚ ਬੜਾ ਖਤਰਨਾਕ ਸਾਬਿਤ ਹੁੰਦਾ। ਇਹ ਝੋਲੇ 'ਚੋਂ ਕਈ ਵਾਰੀ ਕਬੂਤਰ ਐਸੇ ਉੱਡਦੇ ਆ ਨਾ ਜਿਹੜੇ ਫੜੇ ਨਹੀਂ ਜਾਂਦੇ। ਸੋ ਸੰਯੁਕਤ ਕਿਸਾਨ ਮੋਰਚਾ ਇੱਕ ਵਾਰ ਫਿਰ ਐਕਟੀਵੇਟ ਹੋ ਗਿਆ, 31 ਜੁਲਾਈ ਨੂੰ ਫਿਰ ਤੋਂ ਇੱਕ ਮੁਹਿੰਮ ਸ਼ੁਰੂ ਕਰਨ ਜਾ ਰਿਹਾ। ਕੀ ਗੱਲ ਹੋ ਗਈ, ਇਹ ਤਾਂ ਟੁੱਟ ਗਏ ਸੀ, ਇਹ ਤਾਂ ਇਲੈਕਸ਼ਨ ਵਿੱਚ ਵੀ ਆ ਗਏ ਸੀ, ਇਲੈਕਸ਼ਨ ਹਾਰ ਵੀ ਗਏ ਸੀ, ਤੇ ਇਹਨਾਂ ਨੂੰ ਕਹਿ ਵੀ ਦਿੱਤਾ ਗਿਆ ਸੀਗਾ ਕਿ ਤੁਸੀਂ ਸਾਡੇ ਤੋਂ ਸੈਪਰੇਟ ਹੋ। ਟਕੈਤ ਸਾਹਿਬ ਨੇ ਪੰਜਾਬ ਦੇ ਜਿਹੜੇ ਆਗੂ ਪਹੁੰਚੇ ਸੀ ਉਹਨਾਂ ਨੂੰ ਆਪਣੇ ਨਾਲ ਸ਼ਾਮਿਲ ਹੋਣ ਤੋਂ ਮਨਾ ਕਰ ਦਿੱਤਾ ਸੀ। ਸੋ ਇਹ ਸਭ ਗੱਲਾਂ ਹੋਣ ਤੋਂ ਬਾਅਦ ਫਿਰ ਤੋਂ ਸੰਯੁਕਤ ਕਿਸਾਨ ਮੋਰਚਾ ਕਿੱਦਾਂ ਬਣ ਸਕਦਾ ਹੈ? ਇਹਨਾਂ ਨੇ ਵੈਸੇ ਦੁਬਾਰਾ ਹੁਣ ਗੱਲ ਕੀਤੀ ਯੂਨਾਈਟ ਹੋਣ ਦੀ, ਇਕੱਠੇ ਹੋ ਰਹੇ ਆ। ਜਿਹੜੇ ਪੰਜਾਬ 'ਚੋਂ ਜਿਨ੍ਹਾਂ ਨੇ ਇਲੈਕਸ਼ਨ ਲੜੀ ਸੀ ਪਹਿਲਾਂ, ਇਹਨਾਂ ਨੇ ਉਹਨਾਂ ਨੂੰ ਡਿਸਕਾਰਡ ਕਰਤਾ ਸੀਗਾ ਵੀ ਅਸੀਂ ਉਹਨਾਂ ਨੂੰ ਵਿੱਚ ਨਹੀਂ ਲਾਉਂਗੇ, ਪਰ ਹੁਣ ਜਿਹੜੀਆਂ 16 ਏਜੰਸੀਆਂ ਦੁਬਾਰਾ ਫਿਰ ਇਨਕਲੂਡ ਕਰ ਲਈਆਂ ਪੰਜਾਬ ਦੀਆਂ ਵਿੱਚ ਹੀ, ਜਿਸ 'ਚ ਸਾਰੇ ਜਿਹੜੇ ਨੇਤਾ ਸੀ, ਪ੍ਰਮੁੱਖ ਨੇਤਾ ਉਹਨਾਂ ਦੇ, ਜਿਸ 'ਚ ਰਕੇਸ਼ ਡਕੈਤ ਜੀ ਉਹਨਾਂ ਦੇ ਹੈੱਡ ਨੇ, ਚੇਅਰਮੈਨ ਨੇ, ਉਹਨਾਂ ਦੀ ਇਹ ਸਾਰੀ ਗੱਲਬਾਤ ਹੁਣੇ ਹੋਈ ਆ। ਔਰ ਇਸ ਗੱਲ 'ਚ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਪਿਛਲੇ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀਗਾ, ਉਹਨਾਂ ਦੀਆਂ ਮੇਨ ਤਾਂ ਮੰਗਾਂ ਮੰਨੀਆਂ ਗਈਆਂ ਸੀ। ਕੁਝ ਮੰਗਾਂ ਉਹਨਾਂ ਨੇ ਕਿਹਾ ਕਿ ਮੋਦੀ ਜੀ ਨੇ ਕਿਹਾ ਸੀਗਾ, ਸਾਰੀ ਇਹਨਾਂ ਦੀ ਜਿਹੜੀ ਵਕੀਲਾਂ ਦੀ, ਸਾਰੀ ਇਹਨਾਂ ਦੇ ਮੰਤਰੀਆਂ ਦੀ ਬਣੀ ਸੀ ਕਮੇਟੀ, ਉਹਨਾਂ ਨੇ ਕਹਿਤਾ ਸੀਗਾ ਵੀ ਆਹ ਤਾਂ ਓਕੇ ਹੋ ਗਿਆ, ਬਾਕੀ ਅਸੀਂ ਦੁਬਾਰਾ ਇੱਥੇ ਡਿਸਕਸ ਕਰਾਂਗੇ। ਉਹ ਕਹਿੰਦੇ ਕੁਝ ਮੰਗਾਂ ਸਾਡੀਆਂ ਅਜੇ ਨਹੀਂ ਮੰਨੀਆਂ ਗਈਆਂ, ਜਿਸ 'ਚ MSP ਦੀ ਵੀ ਹੈਗੀ ਆ, ਜਿਸ 'ਚ ਇਹਨਾਂ ਕਮੇਟੀ ਤੇ ਬਣਾਈ ਸੀਗੀ, ਔਰ ਉਹਦੇ 'ਤੇ ਕੋਈ ਉਹਨਾਂ ਨੇ ਉਹਨੂੰ ਲਾਗੂ ਨਹੀਂ ਕੀਤਾ। ਉਹਦੇ ਵਿੱਚ ਜਿੰਨੇ ਸੀਗਾ ਮੰਤਰੀ, ਉਹ ਤਾਂ ਉਹਨਾਂ ਦੀ ਕਮੇਟੀ ਬਣਾ ਕੇ ਬੈਠੇ ਰਹੇ, ਪਰ ਉਹ 'ਚ ਕੋਈ ਨਹੀਂ ਕੀਤਾ। ਉਹ ਮੰਗਦੇ ਰਹੇ ਇਹਨਾਂ ਦਾ, ਕਿਸਾਨਾਂ ਦਾ ਇੱਕ ਨੁਮਾਇੰਦਾ, ਪਰ ਕਿਸਾਨਾਂ ਉਹਨੂੰ ਨੁਮਾਇੰਦਾ ਵੀ ਨਹੀਂ ਗਿਆ। ਕੁਝ ਮੰਗਾਂ ਇਹਨਾਂ ਦੀਆਂ ਅਧੂਰੀਆਂ ਰਹਿ ਗਈਆਂ, ਪਰ ਹੁਣ ਉਹਨਾਂ ਨੇ 31 ਜੁਲਾਈ ਨੂੰ ਫਿਰ ਕਹਿਤਾ ਕਿ ਪੂਰਾ ਚੱਕਾ ਜਾਮ ਤੌਰ ਹਿੰਦੁਸਤਾਨ 'ਚ ਪੂਰੇ ਨੂੰ ਰੋਕਿਆ ਜਾਊਗਾ ਔਰ ਬੰਦ ਰਹੂਗਾ ਹਿੰਦੁਸਤਾਨ, ਡਿਕਲੇਅਰ ਕਰਤਾ ਇਹਨਾਂ ਨੇ। ਪਰ ਜੇ ਆਂਦੇ ਉਦੋਂ ਤੱਕ ਜੇ ਗੱਲਾਂ ਕਰ ਲਈਆਂ ਇਹਨਾਂ ਨੇ, ਸਾਨੂੰ ਇੰਪਲੀਮੈਂਟ ਕਰਤਾ, ਤੇ ਫਿਰ ਅਸੀਂ ਵਾਪਸ ਲੈ ਲਾਂਗੇ ਸਾਰਾ ਕੁਝ। ਤੁਹਾਨੂੰ ਲੱਗਦਾ ਕਿ ਕਿਸਾਨ ਮੋਰਚਾ ਹੁਣ ਉਹ ਜਲਵਾ ਦਿਖਾ ਸਕੇਗਾ ਜੋ ਕਿਸਾਨ ਅੰਦੋਲਨ ਵੇਲੇ
ਲੋਕਾਂ ਦਾ ਸਾਥ ਮਿਲਿਆ ਸੀ, ਉਦੋਂ ਜਲਵਾ ਦਿਖਾਉਣ 'ਚ ਕਾਮਯਾਬ ਹੋਇਆ ਸੀ ਔਰ ਵਿਦੇਸ਼ਾਂ ਤੋਂ ਸਾਥ ਮਿਲਿਆ ਸੀ, NRIs ਨਾਲ ਆ ਕੇ ਖੜੇ ਹੋ ਗਏ ਸੀ, ਵਿਦੇਸ਼ਾਂ ਦੀਆਂ ਗਵਰਨਮੈਂਟਸ ਦੀਆਂ ਪਾਰਲੀਮੈਂਟ ਦੇ ਵਿੱਚ ਚਰਚਾ ਹੁੰਦੀ ਸੀ ਇਸ ਗੱਲ ਦੀ ਕਿ ਕਿਸਾਨ ਮੋਰਚਾ ਚੱਲਦਾ ਪਿਆ ਹੈ ਪੰਜਾਬ ਦੀ ਧਰਤੀ ਦੇ ਉੱਤੇ ਔਰ ਦਿੱਲੀ ਦੇ ਬਾਰਡਰਸ ਤੇ ਬੈਠੇ ਨੇ, ਸਾਲ ਹੋਣ ਵਾਲਾ ਹੋ ਗਿਆ। ਔਰ ਟਕੈਤ ਸਾਹਿਬ ਦੀ ਠੀਕ ਹੈ ਕੰਟਰੀਬਿਊਸ਼ਨ ਉਹਦੇ 'ਚ ਬੜੀ ਜ਼ਬਰਦਸਤ ਹੈ। ਪੂਰਾ ਮੋਰਚਾ ਯੂ ਟਰਨ ਦੇ ਵਿੱਚ ਲੈ ਕੇ ਗਏ ਸੀ ਉਹ, ਪੂਰਾ ਮੋਰਚਾ ਫਿਰ ਤੋਂ ਲੈ ਕੇ ਗਏ ਸੀ ਚੜ੍ਹਤ ਦੇ ਵੱਲ। ਅਸੀਂ ਦੇਖਦੇ ਹਾਂ ਇਸ ਗੱਲ ਨੂੰ ਵੀ। ਸੋ ਤੁਹਾਨੂੰ ਕੀ ਲੱਗਦਾ ਕਿ ਇਸ ਵਕਤ ਓਨੀ ਮਜ਼ਬੂਤੀ ਨਾਲ ਇਹ ਟਿਕ ਸਕਣਗੇ ਜਿਵੇਂ ਪਹਿਲਾਂ ਮਜ਼ਬੂਤੀ ਨਾਲ ਟਿਕ ਸਕੇ ਸੀ? ਕਿਉਂਕਿ ਇਸ ਵਾਰ ਲੋਕ ਇਹਨਾਂ ਦੇ ਨਾਲ ਨੇ, ਕਿਉਂਕਿ ਬਹੁਤ ਸਾਰੇ ਇਲਜ਼ਾਮ ਇਹਨਾਂ ਦੇ ਉੱਤੇ ਵੀ ਲੱਗਦੇ ਪਏ ਨੇ। ਗੱਲ ਤੁਹਾਡੀ ਸਹੀ ਹੈ। ਇਹਨਾਂ ਨੂੰ ਵੀ ਕਿਹਾ ਜਾਂਦਾ ਹੈ ਕਿ ਇਹ ਉਹ ਜੋ ਦਿਖਾ ਰਹੇ ਨੇ ਅਸਲ ਵਿੱਚ ਉਹ ਹੈ ਨਹੀਂ, ਕਿਉਂਕਿ ਇਹ ਵੀ ਆਪਣਾ ਫੁਟੇਜ ਲੈਣਾ ਚਾਹੁੰਦੇ ਨੇ, ਲਾਈਮਲਾਈਟ ਲੈਣਾ ਚਾਹੁੰਦੇ ਨੇ, ਇਹ ਵੀ ਆਪਣੇ ਮਾਈਲੇਜ ਲੈਣਾ ਚਾਹੁੰਦੇ ਨੇ, ਬੈਨੀਫਿਟਸ ਲੈਣਾ ਚਾਹੁੰਦੇ ਨੇ, ਕਿਉਂਕਿ ਇਹ ਵੀ ਕੋਈ ਦੁੱਧ ਦੇ ਧੋਤੇ ਨਹੀਂ ਹੈਗੇ, ਇਹ ਵੀ ਇਲਜ਼ਾਮ ਲੱਗਦੇ ਨੇ ਇਹਨਾਂ ਦੇ ਉੱਤੇ। ਆਹ ਗੱਲ ਰਹੀ ਜਦੋਂ ਕਿ ਜਿੰਨੇ ਪੰਜਾਬ ਵੱਲੋਂ ਬਹੁਤ ਵੱਡੀ ਗਲਤੀ ਵਾਲੀ ਗੱਲ ਵੀ ਹੋਈ ਹੈ ਕਿ ਜਦੋਂ ਇਹਨਾਂ ਨੇ ਆ ਕੇ ਰਾਜਨੀਤੀ ਵਿੱਚ ਆ ਕੇ ਫਸ ਗਏ, ਜਦੋਂ ਇਹਨਾਂ ਨੇ ਇਲੈਕਸ਼ਨ ਲੜੀ ਆ, ਲੋਕ ਵੈਸੇ ਉਦੋਂ ਵੀ ਇਹਨਾਂ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਲੋਕਾਂ ਨੇ ਕਿ ਜਦੋਂ ਤੁਸੀਂ ਆਪਣੇ ਲਈ ਨੇਤਾਗਿਰੀ ਸ਼ੁਰੂ ਕਰ ਦੋਗੇ, ਜਦੋਂ ਤੁਸੀਂ ਫਿਰ ਨੇਤਾ ਨਾਲ ਲੜਾਈ ਕੀ ਕਰੋਗੇ? ਤੁਸੀਂ ਤਾਂ ਲੜਾਈ ਪਬਲਿਕ ਵੱਲੋਂ ਕਰ ਰਹੇ ਜੇ, ਤੁਸੀਂ ਲੋਕ ਜੇ, ਨਾ ਕਿ ਨੇਤਾ ਜੇ। ਕੁਰਸੀ ਤੇ ਬਹਿਣ ਦਾ ਗੱਲ ਜਿਹੜੀ ਹੈ ਉਹਨਾਂ ਦੇ ਵਿੱਚ ਇੱਕ ਲਾਲਚ ਬਣ ਗਈ, ਲੋਕਾਂ ਨੇ ਉਹਨੂੰ ਦਰਕਾਰਿਆ, ਲੋਕਾਂ ਨੂੰ ਨਹੀਂ ਚੰਗਾ ਲੱਗਾ ਔਰ ਪੰਜਾਬ 'ਚ ਸਭ ਤੋਂ ਵੱਡੀ ਹੋਈ, ਇਹਨਾਂ ਨੇ ਉਹਨਾਂ ਨੂੰ ਕੱਢ ਦਿੱਤਾ ਬਾਹਰ। ਪਰ ਹੁਣ ਉਹਨਾਂ ਨੇ ਇਨਕਲੂਡ ਲਿਆ ਕਰ। ਪਰ ਤੁਹਾਡੀ ਗੱਲ ਸਹੀ ਆ, ਉਹ ਗ੍ਰੇਸ, ਉਹ ਜਿਹੜੀ ਲੋਕਾਂ ਨੂੰ ਪਿਆਰ ਸੀਗੀ, ਜੋ ਉਦੋਂ ਤੱਕ ਲੋਕਾਂ ਨੇ ਇੱਜ਼ਤ ਬਣਾ ਕੇ ਰੱਖੀ, ਉੱਥੇ ਤਾਂ ਗੱਲ ਨਹੀਂ ਪਹੁੰਚੂਗੀ। ਹੁਣ ਅਜੇ ਦੇਖਦੇ ਹਾਂ ਕਿ ਕੀ ਕਰਦੇ। ਉਦੋਂ NRI ਨੇ ਬੜਾ ਸਹਿਯੋਗ ਦਿੱਤਾ ਸੀ, ਪੈਸਾ ਵੀ ਆਇਆ ਸੀਗਾ ਔਰ ਸੈਂਟਰ ਨੇ ਪੁੱਛਿਆ ਸੀ ਇਹਨਾਂ ਨੂੰ ਕਿ ਤੁਹਾਨੂੰ ਜਿਹੜਾ ਪੈਸਾ ਮਿਲ ਰਿਹਾ, ਜਿਹੜੀ ਇਮਦਾਦ ਮਿਲ ਰਹੀ ਹੈ, ਉਹ ਕਾਹਦੀ ਆ? ਇਹਨਾਂ ਨੇ ਅਕਾਊਂਟ ਦਿਖਾਏ ਸੀ, ਆਹ ਜੇ ਪੈਸਾ ਆ ਰਿਹਾ ਸਾਡੇ ਕੋਲ ਬਾਹਰੋਂ, ਆਹ ਖਾ ਰਹੇ ਅਸੀਂ। ਟੈਂਟ ਲੱਗ ਗਏ ਸੀ ਵੱਡੇ ਔਰ ਜਰਾਬਾਂ ਬੂਟ ਵੀ ਆ ਗਏ ਸੀ ਉੱਥੇ ਜਲੇਬਾਂ ਵੀ ਨਿਕਲ ਰਹੀਆਂ ਸੀ, ਉੱਥੇ ਮਠਿਆਈਆਂ ਵੀ ਖਾ ਰਹੇ ਸੀ ਔਰ ਬਾਕਾਇਦਾ ਤੌਰ 'ਤੇ ਝੁੱਲੇ ਬਿਸਤਰੇ ਵੀ ਇਹਨਾਂ ਦੇ ਕੋਲ ਸੀ, ਕੰਬਲ ਵੀ ਇਹਨਾਂ ਨੂੰ ਮਿਲ ਗਏ ਸੀ। ਸਰਦੀ 'ਚ ਬੈਠੇ ਰਹੇ 1 ਸਾਲ 3 ਮਹੀਨੇ 1.5 ਸਾਲ ਦੇ ਕਰੀਬ ਬੈਠੇ ਰਹੇ ਔਰ ਕਿੰਨੇ ਕਿਸਾਨ ਉੱਚ ਮਰ ਵੀ ਗਏ ਸਰਦੀ ਦੇ ਵਿੱਚ ਆ ਕੇ। ਔਰ ਬੜਾ ਵੱਡੀ ਇਹਨਾਂ ਨੇ ਆਪਣੇ ਕਿਸਾਨਾਂ ਨੇ ਬੜੀ ਸਾਰੀ ਸਰਕਾਰ ਦੇ ਨਾਲ ਲੜਾਈ ਲੜੀ ਔਰ ਉਸ ਲੜਾਈ ਦੇ ਵਿੱਚ ਜਿੱਤੀ ਤੇ ਹੋਈ। ਔਰ ਦੇਖੋ ਮੋਦੀ ਸਰਕਾਰ ਨੇ ਕਦੋਂ ਦਿੱਤਾ ਇਹਨਾਂ ਨੂੰ ਫੈਸਲਾ? ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਸੀ, ਪ੍ਰਕਾਸ਼ ਉਤਸਵ ਸੀ, ਉਸ ਦਿਨ ਅਨਾਉਂਸ ਕੀਤਾ, ਬੜਾ ਸ਼ੁਭ ਦਿਨ 'ਤੇ ਕੀਤਾ ਔਰ ਲੋਕ ਮੋਦੀ ਜੀ ਲਈ ਵੀ ਬਹੁਤ ਫੇਵਰ 'ਚ ਗਏ, ਲੋਕ ਖੁਸ਼ ਵੀ ਹੋਏ ਔਰ ਕਿਸਾਨ ਵੀ ਖੁਸ਼ ਹੋ ਗਏ। ਉਹ ਜ਼ਮਾਨਾ, ਉਹ ਟਾਈਮ ਤੇ ਜਿਹੜਾ ਪਾਸਟ ਗਿਆ, ਪਾਸਟ ਤਾਂ ਫੋਰਗੇਟ ਦਿਸ ਪਾਸਟ ਨੂੰ ਤਾਂ ਭੁੱਲ ਜਾਣਾ ਚਾਹੀਦਾ ਜੋ ਕੁਛ ਹੈ। ਹੁਣ ਜਿਹੜਾ ਫਿਊਚਰ ਆ ਗਿਆ, ਫਿਊਚਰ ਲਈ ਜੋ ਕੁਛ ਇਹਨਾਂ ਨੇ ਤਲਵਾਰਾਂ ਲਹਿਰਾਈਆਂ, ਇਹਦੇ 'ਚ ਉਹ ਗੱਲ ਤਾਂ ਸ਼ਾਇਦ ਨਹੀਂ ਬਣਦੀ। ਪਰ ਡਿਮਾਂਡ ਜਿਹੜੀਆਂ ਅਜੇ ਵੀ ਇਹਨਾਂ ਨੇ ਨਹੀਂ ਦਿੱਤੀਆਂ ਵੀ ਕਿਹੜੀਆਂ ਡਿਮਾਂਡ ਹੈਗੀ। ਜਦੋਂ ਤਾਂ ਆਇਆ ਇਹਨਾਂ ਦੇ ਬਿਆਨ ਆਏ ਹਨ, ਪਰ ਇਹ 'ਚ ਬਿਆਨ ਦੇ ਵਿੱਚ ਇਹ ਨਹੀਂ ਆਇਆ। ਪਰ ਰਹੀ ਗੱਲ ਸਬਸਿਡੀ ਦੀ, ਜਿਹੜੀ ਸਬਸਿਡੀ ਮੰਗਦੇ ਆ ਨਾ ਸਰਕਾਰ, ਪੰਜਾਬ ਸਰਕਾਰ ਕੋਲ ਤਾਂ ਪਹਿਲਾਂ ਹੀ ਪੈਸਾ ਹੈ ਨਹੀਂ, ਸਬਸਿਡੀਆਂ 'ਚ ਵੀ ਜੇ ਰੁਲ ਗਿਆ ਕੰਮ ਔਰ ਇਹਦੇ 'ਚ ਵੀ ਇੰਨੇ ਨਗੂਣੇ ਨਹੀਂ ਹੋਣਾ ਚਾਹੀਦਾ, ਇੰਨੇ ਬੇਰੁਜ਼ਗਾਰ ਨਹੀਂ ਹੋਣਾ ਚਾਹੀਦਾ। ਜੇ ਸਬਸਿਡੀਆਂ ਦੇਣੀ ਚਾਹੀਦੀ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਦੇਣੀ ਚਾਹੀਦੀ ਆ, ਜਿਹੜੀਆਂ ਔਰਤਾਂ ਵਿਚਾਰੀਆਂ ਲੋੜਵੰਦ ਫਿਰਦੀਆਂ ਲੋੜਵੰਦ, ਉਹਨਾਂ ਨੂੰ ਦੇਣੀ ਚਾਹੀਦੀ ਹੈ। ਕਿਸਾਨ ਨੂੰ ਵੀ ਹਰ ਜਗ੍ਹਾ ਨਹੀਂ ਇਕੱਠੇ ਹੋ ਕੇ ਬਹਿਣਾ ਚਾਹੀਦਾ, ਕਈ ਅਮੀਰ ਕਿਸਾਨ ਸਿਰਫ ਜ਼ਮੀਨਾਂ ਨੂੰ ਵਾਹੁਣਾ ਚਾਹੀਦਾ, ਜ਼ਮੀਨਾਂ ਦੀ ਪੈਦਾਵਾਰ ਲੈਣੀ ਚਾਹੀਦੀ ਹੈ, ਨਾ ਕਿ ਰੋਜ਼ ਦਿਹਾੜੀ ਨਾਅਰੇਬਾਜ਼ੀ ਕਰਨੀ ਚਾਹੀਦੀ ਹੈ। ਇਹ ਵੀ ਇੱਕ ਤੁਹਾਡੀ ਗੱਲ ਬਿਲਕੁਲ ਸਹੀ ਸੀਗੀ ਕਿ ਇਹਦੇ ਨਾਲ ਸਿਰਫ ਮੀਡੀਆ ਨਹੀਂ ਕਹਿ ਰਿਹਾ, ਲੋਕ ਵੀ ਕਹਿਣਗੇ। ਲੋਕਾਂ ਨੂੰ ਇਹ ਨਹੀਂ ਚਾਹੀਦਾ ਕਿ ਅੱਗੇ ਸੜਕਾਂ ਰਹੀਆਂ ਬੰਦ, ਕੰਮ ਰਹੇ ਬੰਦ, 1.5 ਸਾਲ ਉਹ ਬੰਦ ਰਿਹਾ, ਵਿੱਚੋਂ ਕਰੋਨਾ ਆ ਗਿਆ, ਕੰਮ ਤਾਂ ਕਿਤੇ ਹੋਇਆ ਨਹੀਂ। ਜੇ ਹੁਣ ਸਮੂਥਲੀ ਕੰਮ ਚੱਲਣ ਲੱਗ ਪਿਆ, ਕਿਸਾਨਾਂ ਨੇ ਫਿਰ ਤਲਵਾਰਾਂ ਲਹਿਰਾ ਦਿੱਤੀ ਹੈ। ਜੇ ਤਾਂ ਵਾਜਬ ਮੰਗਾਂ ਹੋਈਆਂ, ਸਰਕਾਰ ਨੂੰ ਮੰਨਣਾ ਪਊਗਾ, ਲੋਕ ਵੀ ਨਾਲ ਫੇਵਰੇਬਲ ਹੋ ਜਾਣਗੇ। ਜੇ ਨਾਲ ਮੰਗਾਂ 3 ਮੰਗਾਂ ਨਾਲ 4 ਮੰਗਾਂ ਹੋਰ ਜੋੜ ਲਈਆਂ, ਫਿਰ ਲੋਕ ਕਹਿਣਗੇ ਕਿਸਾਨਾਂ ਦੀਆਂ ਮੰਗਾਂ ਰਹਿ ਗਈਆਂ, ਬਾਕੀ ਦੁਨੀਆ ਕੀ ਕਰ ਰਹੀ ਹੈ? ਦਿਹਾੜੀਦਾਰ ਵੀ ਹੈਗੇ ਆ, ਮਜ਼ਦੂਰ ਵੀ ਹੈਗੇ ਆ, ਕਿਰਤ ਕਰਨ ਵਾਲੇ ਵੀ ਹੈਗੇ ਆ, ਐਜੂਕੇਸ਼ਨ ਵਾਲੇ ਵੀ ਹੈਗੇ ਆ, ਫੌਜੀ ਵੀ ਹੈਗੇ ਆ, ਆਰਮੀ ਵਾਲੇ ਤਾਂ ਵਿਚਾਰੇ ਕੀਤੇ ਨੇ ਅਜੇ ਤੱਕ। ਜਿਹੜੇ ਜਵਾਨ ਮੁੰਡੇ ਸੜਕਾਂ 'ਤੇ ਰੁਲ ਰਹੇ ਆ, ਜਿਨ੍ਹਾਂ ਨੂੰ ਇਹਨਾਂ ਨੇ ਭਰਤੀ ਦੇਣੀ ਸੀ, ਅਗਨੀਵੀਰ ਬਣਾ ਰਹੇ ਸੀ, ਉਹਦੇ 'ਚ ਅਗਨੀਪਥ ਦਾ ਸੀ ਯੋਜਨਾ, ਉਹ ਸਾਰੀਆਂ ਯੋਜਨਾ ਅਜੇ ਭੜੋਲੇ 'ਚ ਹੀ ਪਈਆਂ ਤੇ ਇਹ ਯੋਜਨਾ ਫਿਰ ਅੱਗੇ ਆ ਗਈਆਂ। ਇੱਕ ਜਗ੍ਹਾ ਇਹ ਵੀ ਗੱਲ ਹੋਈ ਕਿ ਇਸ ਵਾਰ ਮਜ਼ਦੂਰਾਂ ਨੂੰ ਨਾਲ ਨਹੀਂ ਲੈ ਰਹੇ, ਕਿਸਾਨ ਮਜ਼ਦੂਰ ਏਕਤਾ ਕਿੱਥੇ ਗਈ? ਮਜ਼ਦੂਰ ਇਸ ਗੱਲ ਦਾ ਨਾਰੇ ਨਾਲ ਹੀ ਰਹੀ, ਨਾਰਾ ਵੱਜਿਆ ਨਾਰਾ ਰਹਿ ਗਿਆ। ਮਜ਼ਦੂਰ ਇਸ ਗੱਲ ਦਾ ਇਤਰਾਜ਼ ਕਰ ਰਹੇ ਨੇ। ਦੂਜਾ, ਜਦੋਂ ਇਲੈਕਸ਼ਨਸ ਹੋਈਆਂ ਨੇ ਉਦੋਂ ਸੁਜੈਸ਼ਨਸ ਇਹਨਾਂ ਕੋਲ ਗਏ ਸੀਗੇ, ਤੁਸੀਂ ਸਾਰੀਆਂ ਸੀਟਾਂ ਦੇ ਉੱਤੇ ਨਾ ਲੜੋ, ਸਾਰੀਆਂ ਸੀਟਾਂ ਦੇ ਉੱਤੇ ਕੈਂਡੀਡੇਟ ਖੜੇ ਨਾ ਕਰੋ, ਕਿਉਂਕਿ ਤੁਹਾਡੇ ਕੋਲ ਫੰਡ ਨਹੀਂ ਹੈ, ਤੁਹਾਡੇ ਕੋਲ ਕੋਈ ਸਟ੍ਰੈਟਜੀ ਨਹੀਂ ਹੈ, ਤੁਹਾਡੇ ਕੋਲ ਕੋਈ ਟੀਮ ਨਹੀਂ ਹੈ। ਇਸ ਦੀ ਬਜਾਏ 5-7 ਬੰਦੇ ਆਪਣੇ ਜਿਹੜੇ ਮੌਤਬਰ ਨੇ ਉਤਾਰੋ ਔਰ ਤੁਹਾਡੇ ਖਿਲਾਫ ਕੋਈ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਨੇ ਉਹ ਵੀ ਕੋਈ ਕੈਂਡੀਡੇਟ ਖੜਾ ਨਹੀਂ ਕਰਨਗੇ। ਜਿੱਤੀ ਸੀਟ ਇੱਕ ਵੀ ਨਹੀਂ ਗਈ, ਤੁਸੀਂ 5-7 ਲੋਕਾਂ 'ਚ ਇਹਨਾਂ ਨੇ ਆਪਣਾ ਜਿਹੜੇ ਇਮੇਜ ਹੋਰ ਗਵਾ ਲਿਆ ਔਰ ਤੁਸੀਂ 5-7 ਬੰਦੇ ਖੜੇ ਕਰੋਗੇ ਤਾਂ ਹੋ ਸਕਦਾ ਤੁਹਾਡੇ 5-7 ਬੰਦੇ ਸਾਰੇ ਜਿੱਤ ਜਾਣ ਔਰ ਤੁਹਾਡੇ ਨੁਮਾਇੰਦੇ ਹੋਣਗੇ ਵਿਧਾਨ ਸਭਾ ਦੇ ਵਿੱਚ, ਜੋ ਤੁਹਾਡੀ ਗੱਲ ਸਾਹਮਣੇ ਰੱਖਣਗੇ, ਕਿਸਾਨਾਂ ਦੀ ਗੱਲ ਸਾਹਮਣੇ ਰੱਖਣਗੇ। ਇੱਕ ਪ੍ਰੈਸ਼ਰ ਗਰੁੱਪ ਬਣ ਕੇ ਰਹੋ, ਨਾ ਕਿ ਪੋਲੀਟੀਕਲ ਪਾਰਟੀ। ਇਹ ਸੁਜੈਸ਼ਨਸ ਆਏ ਸੀ, ਨਹੀਂ ਮੰਨੇ ਗਏ। ਦੇਖੋ ਅੱਜ
ਜੋ ਕੰਡੀਸ਼ਨ ਬਣੀ ਹੋਈ ਹੈ। ਅੱਜ ਅਸੀਂ ਆਪਣੇ ਸਟੂਡੀਓ 'ਚ ਬਹਿ ਕੇ ਇਹ ਗੱਲ ਡਿਸਕਸ ਕਰਦੇ ਪਏ ਹਾਂ ਕਿ ਇਹ ਪਹਿਲਾਂ ਵਾਲਾ ਜਲਵਾ ਦਿਖਾ ਸਕਦੇ ਨੇ, ਇਹਨਾਂ ਦੀ ਉਹ ਗ੍ਰੇਸ ਹੈਗੀ, ਉਹ ਵਕਾਰ, ਉਹ ਕੱਦ ਹੈਗਾ। ਅਸੀਂ ਇਸ ਗੱਲ ਨੂੰ ਡਿਸਕਸ ਕਰਦੇ ਪਏ ਪਰ ਜੇ ਲੋਕ ਸਹਿਯੋਗ ਦੇਣਗੇ ਤਾਂ ਹੀ ਹੋਣਾ, ਇਕੱਲਿਆਂ ਕੋ ਨਹੀਂ ਹੋਣਾ ਕੁਝ ਵੀ, ਕਿਉਂਕਿ ਪਬਲਿਕ ਨਾਲ ਹੋਗੀ, NRI ਵੀਰ ਨਾਲ ਹੋਣਗੇ, ਜਿਹਨੇ ਪ੍ਰਵਾਸੀ ਭਾਰਤੀ ਬਾਹਰਲੇ ਦੇਸ਼ਾਂ 'ਚ ਬੈਠੇ, ਪੈਸੇ ਨਾਲ ਗੱਲ ਚੱਲਣੀ। ਹਰ ਗੱਲ ਟਰੈਕਟਰ ਕਾਹਦੇ ਨਾਲ, ਤੁਸੀਂ ਇਹ ਇਮੇਜਿਨ ਕਰੋ ਟਰੈਕਟਰ ਕਾਹਦੇ ਨਾਲ ਚੱਲੇ, ਪਾਰਲੀਮੈਂਟ ਦੇ ਆਲੇ ਦੁਆਲੇ ਜਦੋਂ ਟਰੈਕਟਰ ਘੁੰਮ ਰਿਹਾ, ਦਿੱਲੀ ਸੜਕਾਂ ਤੇ ਘੁੰਮ ਰਿਹਾ, ਡੀਜ਼ਲ ਕਿੱਥੋਂ ਆਇਆ? ਉਹ ਮੋਰਚਾ ਜਿੱਤਿਆ ਸੀ ਲੋਕਾਂ ਨੇ, ਲੋਕਾਂ ਨੇ, ਸਿਰਫ ਕਿਸਾਨਾਂ ਦਾ ਨਹੀਂ ਹੈ, ਉਹ ਲੋਕਾਂ ਦਾ ਮੋਰਚਾ ਹੈ। ਹਮਾਇਤ ਕੀਤੀ ਲੋਕਾਂ ਨੇ। ਕਿੱਥੇ ਲੋਕ ਜਾ ਕੇ ਉੱਥੇ ਬੈਠਦੇ ਸੀ, ਹਰ ਰੋਜ਼ ਕੋਈ ਨਾ ਕੋਈ ਤੁਰਿਆ ਹੁੰਦਾ ਸੀ ਪੰਜਾਬ 'ਚੋਂ। ਉਹ ਵਾਜਬ ਮੰਗਾਂ ਸੀ ਇਹਨਾਂ ਦੀਆਂ, ਮੰਗਾਂ ਸੀ ਔਰ ਹਿਸਟਰੀ ਕ੍ਰੀਏਟ ਹੋਈ ਸੀ, ਬੜਾ ਸ਼ਾਨਦਾਰ ਹਿਸਟਰੀ। ਪਰ ਮੋਦੀ ਸਾਹਿਬ ਨੇ ਕਿਹਾ ਕਿ ਉਦੋਂ ਕਿ ਇਹਨਾਂ ਨੂੰ ਸਮਝ ਨਹੀਂ ਆ ਰਹੀ, ਇਹਦੇ ਜੋ ਬਿੱਲ ਬਣੇ 3 ਜਿਨ੍ਹਾਂ ਨੂੰ ਕਾਲੇ ਕਾਨੂੰਨ ਗਿਆ, ਜਦੋਂ ਆਂਦੇ ਲਾਗੂ ਹੋਣਗੇ ਫਿਰ ਇਹਨਾਂ ਨੂੰ ਸਮਝ ਆ ਜਾਊਗੀ। ਜੋ ਉਹ ਹੁਣ ਉਹੀ ਕਿਹਾ ਅਗਨੀਵੀਰ ਤੇ ਅੱਗੇ ਜਿਹੜਾ ਹੈਗਾ ਅਗਨੀਪਥ, ਇਹਦੇ 'ਚ ਵੀ ਕਿਹਾ ਕਿ ਜੇ ਲੋਕਾਂ ਨੂੰ ਸਮਝ ਆ ਜਾਊਗੀ ਤੇ ਇਹ ਉਹਨਾਂ ਨੂੰ ਫਾਇਦੇਮੰਦ ਹੋਊਗਾ। ਹੁਣ ਇਹ ਤਾਂ ਨਹੀਂ ਵੀ ਫਾਰਸੀ 'ਚ ਲਿਖਿਆ ਜਾਂ ਅਰਬੀ 'ਚ ਲਿਖਿਆ ਹੈ, ਤਾਂ ਪੰਜਾਬੀ ਹਿੰਦੀ 'ਚ ਉਹ ਆਪਣੀ ਲੈਂਗੁਏਜ ਬਾਹਰ ਇਹੀ ਕਹਿੰਦੇ ਨੇ ਕਿ ਜੋ ਵੀ ਇਹਨਾਂ ਦੀਆਂ ਯੋਜਨਾਵਾਂ ਹੁੰਦੀਆਂ ਨੇ ਬੀਜੇਪੀ ਦੀਆਂ, ਉਹ ਇਹਨਾਂ ਨੂੰ ਹੀ ਸਮਝ ਆਉਂਦੀਆਂ ਨੇ, ਬਾਕੀ ਕਿਸੇ ਨੂੰ ਸਮਝ ਨਹੀਂ ਆਉਂਦੀਆਂ। ਪਤਾ ਨਹੀਂ ਬਾਕੀ ਜਦੋਂ ਇੰਪਲੀਮੈਂਟ ਹੁੰਦੀਆਂ ਉਹਨਾਂ ਪਤਾ ਲੱਗਦਾ, ਕੁਐਸਚਨ ਮਾਰਕ ਲੱਗਾ ਹੁੰਦਾ। ਇਹਨਾਂ ਕਹਿੰਦੇ ਵੀ ਸਮਝੋ। ਨੋਟਬੰਦੀ ਵੇਲੇ ਵੀ ਇਹਨਾਂ ਨੂੰ ਸਮਝ ਆਈ, ਪਬਲਿਕ ਨੂੰ ਸਮਝ ਨਹੀਂ ਆਈ। GST ਵੇਲੇ ਵੀ ਪਬਲਿਕ ਨੂੰ ਸਮਝ ਨਹੀਂ ਆਈ, ਖੇਤੀ ਕਾਨੂੰਨ ਵੀ ਪਬਲਿਕ ਨੂੰ ਸਮਝ ਨਹੀਂ ਆਏ। ਹੁਣ ਇਹ ਅਗਨੀਪਥ ਪਬਲਿਕ 'ਚ ਬਹੁਤੇ ਪੜ੍ਹੇ ਲਿਖੇ ਨਹੀਂ ਲੋਕ ਹੈਗੇ, ਜਿੰਨੇ ਪੜ੍ਹੇ ਲਿਖੇ ਜਾਂ ਐਜੂਕੇਟਡ ਲੋਕ ਹੈ ਦਿੱਲੀ 'ਚ ਬੈਠੇ ਹੈਗੇ, ਬਾਕੀ ਕਿਤੇ ਹੈਗੇ ਨੇ, ਸਮਝ ਨਹੀਂ ਆਗੀ ਲੋਕਾਂ ਨੂੰ। ਲੋਕ ਵਿਚਾਰੇ ਰੋਂਦੇ ਆ। ਅੱਜ ਜਿਹੜਾ ਨੋਟਬੰਦੀ ਹੋਇਆ, ਬੜਾ ਲੋਕਾਂ ਦਾ ਨੁਕਸਾਨ ਹੋਇਆ। ਨੁਕਸਾਨ ਵੱਡਿਆਂ ਨੂੰ ਕੁਝ ਨਹੀਂ ਹੁੰਦਾ, ਜਿਹੜੇ ਵੱਡੇ ਹੈਗੇ ਇੱਥੇ ਬੈਠੇ ਕਾਰਪੋਰੇਟ, ਉਹਨਾਂ ਨੂੰ ਕੋਈ ਦਾ ਨਹੀਂ ਮਤਲਬ, ਉਹਨਾਂ ਨੂੰ ਫਾਇਦਾ ਹੋ ਗਿਆ। ਔਰ ਜਿਹੜਾ ਨੁਕਸਾਨ ਹੋ ਗਿਆ, ਇੱਕ ਆਮ ਆਦਮੀ ਜਿਹੜਾ ਕਿਸਾਨ ਆ ਜਾਂ ਮਜ਼ਦੂਰ ਆ, ਜਿਹਨੇ ਵਿਚਾਰੇ 4 ਰੁਪਈਏ ਰੱਖੇ ਸੀਗੇ, ਜਿਨ੍ਹਾਂ ਨੇ ਆਪਣੇ ਘਰਾਂ 'ਚ ਰੱਖੇ, ਬੈਂਕਾਂ 'ਚ ਨਹੀਂ ਜਮ੍ਹਾਂ ਕਰਾਏ, ਉਹ ਵਿਚਾਰੇ ਰਹਿ ਗਏ ਉਹ ਗੱਲ ਤੋਂ। ਜਦੋਂ ਵੀ ਕੋਈ ਆਰਡਰ ਹੁੰਦਾ, ਫਾਇਦਾ ਵੱਡੇ ਨੂੰ ਹੁੰਦਾ, ਨੁਕਸਾਨ ਨਿੱਕੇ ਨੂੰ ਹੁੰਦਾ। ਬਿਲਕੁਲ ਜੀ, ਸਿੱਧੀ ਸਾਦੀ ਖੇਲ ਹੈ, ਸਿੱਧੀ ਸਾਦੀ ਗੇਮ ਹੈ, ਉਹਨੂੰ ਕੰਪਲਿਕੇਟਡ ਬਣਾ ਦਿੰਦੇ ਨੇ, ਕਿਉਂਕਿ ਨਿੱਜੀ ਫਾਇਦੇ ਬਾਅਦ ਇਹ ਚਾਹੀਦੇ ਨੇ, ਨਿੱਜੀ ਲਾਲਚ ਵਿੱਚ ਆ ਜਾਂਦਾ ਹੈ। ਇਸ ਕਰਕੇ ਸਾਰੀ ਗੇਮ ਘੁਮਾ ਦਿੱਤੀ ਜਾਂਦੀ ਹੈ ਔਰ ਪਬਲਿਕ ਨੂੰ ਸਮਝ ਨਹੀਂ ਆਉਂਦੀ, ਇਹਨਾਂ ਨੂੰ ਸਮਝ ਆਉਂਦੀ ਹੈ। ਪਬਲਿਕ ਨੂੰ ਸਮਝ ਉਦੋਂ ਆਉਂਦੀ ਹੈ ਜਦੋਂ ਬਸ ਉਹਨਾਂ ਦਾ ਸਾਰਾ ਕੁਝ ਚੱਲੇ ਘਰ ਚੋਂ ਵਿਕ ਜਾਂਦਾ ਘਰ ਜੀ। ਆਪਾਂ ਅੱਗੇ ਵਧਦੇ ਹਾਂ। ਮਹਾਰਾਸ਼ਟਰ ਦੀ ਜਿਹੜੀ ਕਾਫੀ ਗਰਮਾਈ ਹੋਈ ਹੈ ਸਿਆਸਤ, ਉੱਥੇ ਵੀ ਬੀਜੇਪੀ ਦੇ ਸਾਹਿਬ ਜੀ ਬਣ ਗਏ ਨੇ ਡਿਪਟੀ CM, ਤੇ ਸਪੀਕਰ ਸਾਹਿਬ ਵੀ ਬੀਜੇਪੀ ਦੇ ਹੀ ਨੇ। ਮਤਲਬ ਕਾਫੀ ਹੱਦ ਤੱਕ ਪਕੜ ਤਾਂ ਆ ਗਈ ਹੈ, ਮਹਾਰਾਸ਼ਟਰ ਦੀ ਗੱਦੀ ਆਪਣੀ ਪਕੜ 'ਚ ਲੈ ਲਏ ਗਏ ਬੀਜੇਪੀ ਨੇ। ਸੋ ਕੀ ਦੇਖਦੇ ਹੋ, ਕੀ ਫਿਊਚਰ ਹੋ ਸਕਦਾ ਹੈ? ਆਹ ਗੱਲ ਹੈਗਾ ਕਿ ਪਹਿਲਾਂ ਤਾਂ ਬਗਾਵਤ ਕੀਤੀ 36 ਵਿਧਾਇਕਾਂ ਨੇ, ਔਰ ਉਹ ਦੇਖੋ ਕਿੱਥੇ ਸੂਰਤ ਚਲੇ ਗਏ, ਹੈ ਨਾ। ਉਹਨਾਂ ਨੂੰ ਵੀ ਸਪੋਰਟ ਸੀ ਪਿੱਛੋਂ, ਸਭ ਜਾਣਦੇ ਨੇ ਸਪੋਰਟ ਹੈਗੀ, ਔਰ ਟ੍ਰੀਟਮੈਂਟ ਉਹਨਾਂ ਨੂੰ ਇੰਨੀ ਅੱਛੀ ਦਿੱਤੀ, ਉਹਨਾਂ ਦੀ ਸਿਕਿਉਰਿਟੀ ਵੀ ਬੜੀ ਵਧੀਆ ਸਿਕਿਉਰਿਟੀ ਸੀ, ਔਰ ਉਹਨਾਂ ਨੂੰ ਖਾਣ ਪੀਣ ਜਿਹੜਾ 5 ਸਟਾਰ ਹੋਟਲਾਂ 'ਚ ਠਹਿਰੇ ਅਗਲੇ, ਕੋਈ ਤਾਂ 22 ਈਅਰ 'ਚ ਗਏ ਉੱਥੇ, ਔਰ ਉਹਨਾਂ ਨੂੰ ਜਿੰਨਾ ਵੀ ਦਿੱਤਾ, ਜੋ ਕੁਝ ਸਹੂਲਤਾਂ ਦਿੱਤੀਆਂ ਬੜੀਆਂ ਵਧੀਆ ਦਿੱਤੀਆਂ। ਔਰ ਉਹ ਤੁਲੇ ਵੀ ਇੱਕ ਤੱਕੜੀ 'ਚ ਆ ਕੇ ਤੁਲ ਗਏ। ਉਹਨਾਂ ਨੇ ਸਰਕਾਰ ਬਦਲ ਕੇ ਰੱਖ ਦਿੱਤੀ ਆ, ਔਰ ਏਕਨਾਥ ਸ਼ਿੰਦੇ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਬਣਾ ਦਿੱਤੇ ਗਏ ਜੀ, ਤੇ ਦੇਵੇਂਦਰ ਫੜਨਵੀਸ ਜੀ ਜਿਹੜੇ ਡਿਪਟੀ CM ਬਣ ਗਏ। ਔਰ ਉਹਦੇ ਬਾਅਦ ਅੱਜ ਇਹਨਾਂ ਨੇ ਬਣਾ ਦਿੱਤੇ ਉਹਨਾਂ ਨੂੰ ਜਿਹੜੇ ਰਾਹੁਲ ਜੀ ਇਹਦੇ ਬਣ ਗਏ ਆ ਸਪੀਕਰ, ਔਰ ਬੀਜੇਪੀ ਨੂੰ ਬਿਲੋਂਗ ਕਰਦੇ ਆ। ਹੁਣ ਇਹਨਾਂ ਦੀ ਜਿਹੜਾ ਫਿਰ ਪਲੜਾ ਭਾਰੀ ਹੋ ਗਿਆ ਉਹਦੇ ਵਿੱਚ। ਮਹਾਰਾਸ਼ਟਰ ਦੀ ਜਿਹੜੀ ਸਰਕਾਰ ਆ, ਵਿਧਾਨ ਸਭਾ 'ਚ ਇਹਨਾਂ ਦਾ ਹਾਵੀਪਨ ਹੋ ਗਿਆ ਉੱਥੇ, ਔਰ ਉਹਦੇ ਤੋਂ ਬਾਅਦ ਹੁਣ ਇਹਨਾਂ ਨੇ ਜਿਹੜੇ ਮੰਤਰੀ ਬਣਾਉਣੇ ਆ, ਮੰਤਰੀ ਵੀ ਇਹਨਾਂ ਦੇ ਹੋਣਗੇ ਬਹੁਤ ਮੰਤਰੀ, ਕਿਉਂਕਿ ਜਿਹੜੇ ਅਪਰ ਮੰਤਰੀ ਤਾਂ ਹੋ ਗਏ, ਜਿਹੜੇ ਛੋਟੇ ਮੰਤਰੀ ਆ, ਜਿਹੜੇ ਕੈਬਨਿਟ ਵਾਲੇ ਮੰਤਰੀ, ਉਹ ਵੀ ਇਹਨਾਂ ਬਣਾਉਣਗੇ। ਔਰ ਹੁਣ ਵਿਧਾਨ ਸਭਾ ਦੀ ਜਿਹੜੀ ਮੀਟਿੰਗ ਵੀ ਇਹਨਾਂ ਨੇ ਰੱਖ ਲਈ ਆ ਕੱਲ੍ਹ ਤੋਂ, ਔਰ ਉਹਦੇ ਵਿੱਚ ਜੋ ਕੁਝ ਹੋ ਰਿਹਾ, ਇਹਨਾਂ ਦਾ ਪਲੜਾ ਭਾਰੀ ਰਿਹਾ। ਉਹਦੇ ਵਿੱਚ ਸ਼ਿਵ ਸੈਨਾ ਬਰਾਬਰ ਦੀ ਤਾਂ ਚੱਲ ਰਹੀ ਹੈ, ਪਰ ਉਹਨਾਂ ਦੇ ਵਿੱਚੋਂ ਕਈ ਉਪਾਧੀਆਂ ਦੂਰ ਹੋ ਗਈਆਂ ਉਹਨਾਂ ਨਾਲੋਂ, ਕਿਉਂਕਿ ਲੜਾਈ ਬੀਜੇਪੀ ਤੇ ਇਹਨਾਂ ਦੀ ਆਪਸੀ ਸਿੱਧੀ ਸੀਗੀ। ਜੋ ex-CM ਹੋ ਚੁੱਕੇ ਨੇ ਹੁਣ ਇਸ ਵਕਤ, ਉਹਨਾਂ ਦਾ ਵੀ ਬਿਆਨ ਬੜਾ ਜ਼ਬਰਦਸਤ ਰਿਹਾ ਹੈ ਕਿ ਉਹ ਕਿਹੜੀਆਂ ਕੰਡੀਸ਼ਨਸ ਹੋ ਸਕਦੀਆਂ ਨੇ, ਕਿਹੜੇ ਹਾਲਾਤ ਪੈਦਾ ਹੋ ਸਕਦੇ ਨੇ ਜੋ ਆਪਣਾ ਬਹੁਮਤ ਸਾਬਿਤ ਕਰਨ ਵੱਲ ਜਾਣਗੇ, ਜੋ ਅਸਤੀਫਾ ਨਹੀਂ ਦਿੰਦੇ ਤਾਂ ਕੀ ਹਾਲਾਤ ਬਣ ਸਕਦੇ ਨੇ। ਮੈਂ ਉਸ ਨੂੰ ਦੇਖਦੇ ਹੋਏ ਮੈਂ ਸਟੈਪ ਬੈਕ ਕਰ ਰਿਹਾ। ਸੋ ਇਹ ਬੜੀਆਂ ਇੰਪੋਰਟੈਂਟ ਚੀਜ਼ਾਂ ਨੇ ਕਿ ਸਿਆਸਤ ਦੇ ਵਿੱਚ ਉੱਠਾ ਪਟਕ, ਧੋਬੀ ਪਛਾੜ, ਮਤਲਬ ਕਿਸੇ ਤਰ੍ਹਾਂ ਨਾਲ ਸੱਤਾ ਤੇ ਕਾਬਜ਼ ਹੋਣ ਵਾਸਤੇ ਜਿਹੜੀਆਂ ਗੇਮਸ ਖੇਡੀਆਂ ਜਾਂਦੀਆਂ ਨੇ, ਮਤਲਬ ਇਹ ਬਲਕਾਰ ਜੀ ਕਿ ਸਭ ਨੰਗਾ ਹੋ ਚੁੱਕਾ ਹੈ। ਬਿਲਕੁਲ ਸਾਹਮਣੇ ਸਭ ਨੂੰ ਸਭ ਕੁਝ ਪਤਾ ਸਾਹਮਣੇ ਹੋ ਗਿਆ। ਹੁਣ ਜਿਹੜੇ ਵਿਧਾਇਕ ਤੁਸੀਂ ਕਹਿੰਦੇ ਜਿਹੜੇ ਗਏ ਸੀ 36 ਦੇ, ਕਿਤੇ ਐਵੇਂ ਥੋੜੇ ਚਲੇ ਗਏ, ਇਹਨਾਂ ਨੇ ਵੀ ਬਹੁਤ ਕੁਝ ਦਿੱਤਾ ਗਿਆ ਅੰਦਰ ਖਾਤੇ, ਇਹਨਾਂ ਕੋ ਵੀ ਗਿਆ। ਪਹਿਲਾਂ ਤਾਂ ਇਹਨਾਂ ਨੂੰ ਭਾਈ ਜਹਾਜ਼ ਉਡਾਇਆ, ਫਿਰ 5 ਸਟਾਰ ਹੋਟਲ 'ਚ ਜਿਹੜੇ ਖਾਣੇ ਦੇ ਪੇਸ਼ ਕੀਤੇ ਉਹਨੂੰ ਚੰਗੇ ਔਰ ਚੰਗੀਆਂ ਪੁਸ਼ਾਕਾਂ ਦਿੱਤੀਆਂ। ਫਿਰ ਉਦੋਂ ਬਾਅਦ ਅੰਦਰ ਖਾਤੇ ਬੜਾ ਕੁਝ ਦਿੱਤਾ, ਤੇ ਫਿਰ ਉਹ ਇੱਕ ਪਲੜੇ 'ਚ ਆ ਕੇ ਤੁਲ ਕੇ ਔਰ ਸਰਕਾਰ ਨਵੀਂ ਬਣਾ ਦਿੱਤੀ ਆ। ਇਹ ਪਹਿਲੀ ਵਾਰ ਹਿੰਦੁਸਤਾਨ 'ਚ ਹੋਇਆ ਜਿਹਦੇ 'ਚ ਇੰਨੇ ਜਿਹੜੇ ਵਿਧਾਇਕ ਉਹ ਦੌੜ ਗਏ, ਨਾਲ ਬਗਾਵਤ ਕਰਕੇ ਨਿਕਲ ਗਏ, ਸਰਕਾਰ ਉੱਥੇ ਦੀ ਉੱਥੇ ਰਹਿ ਗਈ। ਔਰ ਦੇਖੋ ਕੀ ਵੱਡਾ ਡਰਾਮਾ ਰਚਿਆ ਗਿਆ ਔਰ ਕਿੱਥੋਂ ਤੱਕ ਇਹ ਪਹੁੰਚਾਇਆ ਗਿਆ।
ਔਰ ਦੇਖੋ ਸਰਕਾਰ ਵੀ ਰਾਤੋਂ ਰਾਤ ਬਣ ਕੇ ਦੂਜੇ ਪਾਸੇ ਆ ਗਈ। ਇਸ ਤਰ੍ਹਾਂ ਦਾ ਤਾਂ ਜਿਹੜੀਆਂ ਨਿਰਕੁੰਸ਼ ਜਿਹੜੀਆਂ ਹਿਟਲਰ ਵਰਗੇ ਨੇ ਜਾਂ ਜਿਹੜੀਆਂ ਸਰਕਾਰਾਂ ਵੱਡੀਆਂ ਬਣਦੀਆਂ ਉਹਨਾਂ ਨੇ ਨਹੀਂ ਪਾਕਿਸਤਾਨ 'ਚ ਜਿੰਨੇ ਹੋਇਆ ਜਿਨ੍ਹਾਂ ਨੇ ਪ੍ਰੈਜ਼ੀਡੈਂਸ਼ੀਅਲ ਗੌਰਮੈਂਟ ਬਣੀਆਂ ਜਿਹਦੇ 'ਚ ਆਏ ਆ, ਪਰ ਉਹਦੇ 'ਚ ਰਾਤੋਂ ਰਾਤ ਇੱਦਾਂ ਨਹੀਂ ਹੋਇਆ ਕੁਝ ਵੀ ਸਾਰੇ ਮੰਤਰੀ ਭੱਜ ਜਾਣਗੇ ਉੱਧਰੋਂ, ਬਗਾਵਤ ਕਰਕੇ ਨਿਕਲ ਜਾਣਗੇ ਅਤੇ ਉਹ ਸਾਰੇ ਦਾ ਸਾਰਾ ਵਿਧਾਨ ਸਭਾ ਖਾਲੀ ਹੋ ਜੂਗੀ। ਇਹ ਵੱਡਾ ਰਿਹਾ ਉੱਥੇ ਕੰਮ, ਪਰ ਉਹ ਆਪਣੇ ਲਕਸ਼ ਦੇ ਵਿੱਚ ਕਾਮਯਾਬ ਰਹੇ। ਉਹਨਾਂ ਆਪਣਾ ਟੀਚਾ ਪੂਰਾ ਜਿਹੜਾ ਮਿਥਿਆ ਸੀ ਪੂਰਾ ਕਰ ਲਿਆ, ਜਿਹੜਾ ਤੀਰ ਨਿਸ਼ਾਨੇ ਤੇ ਗਿਆ ਉਹਨਾਂ ਦਾ। ਹਾਂ, ਤੀਰ ਨਿਸ਼ਾਨੇ ਤੇ ਗਿਆ। ਉਹਨੇ ਕਿੰਨਾ ਸਟੀਕ ਬੈਂਦਾ ਇਹਦਾ ਟਾਈਮ ਦੱਸੇਗਾ। ਗੱਲ ਇਹ ਹੁੰਦੀ ਹੈ ਕਿ ਪਬਲਿਕ ਵਾਸਤੇ ਤੁਸੀਂ ਕੀ ਡਿਲੀਵਰ ਕੀਤਾ। ਪਬਲਿਕ ਦਾ ਤੇ ਉਹੀ ਫੋਕਸ ਹੈ, ਜਿਵੇਂ ਸਾਡਾ ਪੰਜਾਬ ਫੋਕਸ ਹੈ ਉਵੇਂ ਪਬਲਿਕ ਦਾ ਫੋਕਸ ਇਹ ਹੈ ਸਾਡੇ ਪੱਲੇ ਕੀ ਪਾਉਂਦੇ ਪਏ ਹੋ, ਸਾਡੇ ਪੱਲੇ ਕੀ ਪੈਂਦਾ ਪਿਆ। ਸੋ ਗੱਲ ਇੱਥੇ ਆ ਕੇ ਮੁੱਕੇਗੀ। ਸੋ ਚਲੋ ਆਪਾਂ ਅੱਗੇ ਵਧਦੇ ਹਾਂ। ਅੱਗੇ ਆਪਾਂ ਲੈਂਦੇ ਹਾਂ ਜੀ ਕਿ ਜਿਹੜਾ ਪੰਜਾਬ ਦੇ ਵਿੱਚ ਤੁਸੀਂ ਦੇਖਦੇ ਹੋ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਬਣੇ ਨੇ, ਇੱਕ ਸਰਕਾਰ ਵੱਲੋਂ ਬਣੇ ਹੋਏ ਨੇ। ਹੁਣ ਇਹਨਾਂ ਦਾ ਇੱਕ ਆਪਸ ਦੇ ਵਿੱਚ ਕੰਪੈਰੀਜ਼ਨ ਵੀ ਹੈ ਤੇ ਕੁਝ ਇੱਕ ਥਾਂ ਦੇ ਉੱਤੇ ਇਹਨਾਂ ਨੂੰ ਮਤਲਬ ਉਸ ਨਜ਼ਰ ਨਾਲ, ਇੱਜ਼ਤ ਦੀ ਨਜ਼ਰ ਨਾਲ ਨਹੀਂ ਵੇਖਿਆ ਜਾ ਰਿਹਾ ਕਿ ਜਿਹੜੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਨੇ ਉੱਥੇ ਹੀ ਤਾਂ ਨਸ਼ੇ ਲੱਗਦੇ ਨੇ ਲੋਕਾਂ ਨੂੰ। ਸੋ ਇਹ ਵੀ ਇੱਕ ਸੋਚ ਬਣੀ ਹੋਈ ਹੈ। ਤੇ ਦੂਜੇ ਪਾਸੇ ਜਿਹੜੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵੀ ਨੇ ਉਹਨਾਂ ਉੱਤੇ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ ਐਡਾ ਵੱਡਾ ਨਸ਼ਾ ਲੈਣ ਵਾਲਾ ਬੰਦਾ ਹੁੰਦਾ ਨਹੀਂ ਹੈ, ਪਰ ਉੱਥੇ ਜਾ ਕੇ ਜਦੋਂ ਨਸ਼ਾ ਛੁਡਾਊ ਕੇਂਦਰ 'ਚ ਰਹਿੰਦਾ ਉਹਨੂੰ ਪਤਾ ਨਹੀਂ ਕਿਹੜੀ ਲੱਤ ਲੱਗ ਜਾਂਦੀ ਹੈ, ਉਹ ਸਿੱਧਾ ਹੋ ਕੇ ਨਹੀਂ ਆਉਂਦਾ। ਪਰ ਆਫ ਕੋਰਸ ਕਈ ਲੋਕ ਬਿਲਕੁਲ ਠੀਕ ਵੀ ਹੋਏ ਨੇ, ਆਪਾਂ ਇਸ ਗੱਲ ਨੂੰ ਨਕਾਰ ਨਹੀਂ ਸਕਦੇ। ਹਾਂ, ਜਿਸ ਤਰ੍ਹਾਂ ਆਪਾਂ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਦੀ ਗੱਲ ਕਰ ਰਹੇ ਹਾਂ, ਇਹ ਪੰਜਾਬ 'ਚ ਬੜੀ ਜਗ੍ਹਾ ਖੁੱਲ੍ਹੇ ਆ, ਜਿਸ ਕਸਬਿਆਂ 'ਚ ਵਿੱਚ ਆ, ਪਿੰਡਾਂ 'ਚ ਵੀ ਹੈਗੇ ਆ ਜੀ। ਔਰ ਇਹਨਾਂ 'ਚ ਉਹ ਮੁੰਡੇ ਜਾਂਦੇ ਜਿਹੜੇ ਵਿਚਾਰੇ ਨਸ਼ਾਗ੍ਰਸਤ ਨੇ, ਜਿਹੜੇ ਤੰਗ ਆ, ਜਿਨ੍ਹਾਂ ਨੂੰ ਨਸ਼ੇ ਨੇ ਜਕੜ 'ਚ ਲਿਆ ਵਾ, ਜਿਹੜੇ ਦਲਦਲ 'ਚ ਫਸੇ ਆ, ਉਹਨਾਂ ਮੁੰਡਿਆਂ ਨੂੰ। ਔਰ ਹੁਣ ਇੱਕ ਉਦਾਹਰਣ ਇਹ ਆ ਗਈ ਪੇਸ਼ ਕਿ ਰਮੀਦੀ ਪਿੰਡ ਆ, ਇਹ ਸੁਭਾਨਪੁਰ ਦੇ ਬਿਲਕੁਲ ਨਾਲ ਹੈ, ਸੁਭਾਨਪੁਰ ਥਾਣੇ 'ਚ ਹੀ ਪੈਂਦਾ। ਔਰ ਉੱਥੇ NRI ਲੋਕ ਬਹੁਤ ਹੈਗੇ ਆ। ਉੱਥੇ ਨਸ਼ਾ ਛੁਡਾਊ ਕੇਂਦਰ ਸੀਗਾ ਜਿਹਦੇ ਵਿੱਚੋਂ 20 ਮੁੰਡੇ ਉਹਨਾਂ ਦੇ ਗ੍ਰਿਫਤ ਤੋਂ ਉਹਨਾਂ ਕੋਲੋਂ ਛੁਡਵਾ ਕੇ ਲਿਆਂਦੇ ਆ, ਜਿਹੜਾ ਨਸ਼ੇ ਦੇ ਬਿਲਕੁਲ ਆਦੀ ਹੋ ਚੁੱਕੇ ਸੀ। ਉਹਨਾਂ ਨੂੰ ਬਿਲਕੁਲ ਕੋਈ ਫਾਇਦਾ ਨਹੀਂ ਹੋਇਆ, ਉਹਨਾਂ ਨੂੰ ਨਸ਼ਾ ਦਿੱਤਾ ਜਾਂਦਾ ਸੀ, ਛੁਡਾਇਆ ਨਹੀਂ ਸੀ ਜਾਂਦਾ। ਔਰ ਉਹਨਾਂ ਨੂੰ ਫੜ ਕੇ ਲਿਆਂਦਾ ਮੁੰਡਿਆਂ ਨੂੰ 20 ਨੂੰ, ਉਹਨਾਂ ਨੂੰ ਲੈਣ ਦਾ ਪੰਜਾਬ ਪੁਲਿਸ ਨੇ। ਔਰ ਬਾਕੀ ਜਿੱਥੇ ਜਿੱਥੇ ਵੀ ਹੈਗੇ ਆ ਰਮੀਦੀ ਤੇ ਇਹਨਾਂ ਨੇ ਕਰ ਲਿਆ, ਉਹਨਾਂ ਨੂੰ ਗ੍ਰਿਫਤ 'ਚੋਂ ਬੰਦੇ ਵੀ ਫੜ ਲਏ ਉਹਨਾਂ ਦੇ। ਔਰ ਬਾਕੀਆਂ ਨੂੰ ਵੀ ਇਹਨਾਂ ਨੇ ਕਰਨਗੇ। ਰਹੀ ਗੱਲ ਤੁਹਾਡੇ ਜਿਹੜੀ ਗੱਲ ਕੀਤੀ ਸਰਕਾਰੀ ਜਿਹਦਾ ਨਾਂ ਓਟ ਆ, ਉਹਦੇ ਓਟ ਵਿੱਚ ਵੀ ਕਲੀਨਿਕ ਤੌਰ ਤੇ ਬਣਾਏ ਇਹਨਾਂ ਨੇ, ਮੁੰਡਿਆਂ ਨੂੰ ਐਡਮਿਟ ਕਰਦੇ ਆ, ਪਰ ਉਹਨਾਂ ਨੂੰ ਵੀ ਵਿੱਚੋਂ ਗੋਲੀਆਂ ਦਿੱਤੀਆਂ ਜਾਂਦੀਆਂ ਨਸ਼ੇ ਦੀਆਂ, ਫਿਰ ਉਹ ਲੈਂਦੇ ਆ ਔਰ ਉੱਥੋਂ ਵੰਡਦੇ ਉਹਨਾਂ ਨੂੰ। ਔਰ ਉਹ ਦੇਖੋ ਅਜੇ ਇਹਨਾਂ ਨੇ ਕਿਹਾ ਕਿ ਉਹਨਾਂ ਦੀ ਨਫਰੀ ਵਧਾਤੀ ਹੈ। ਹੁਣ 500 ਜਿਹੜੇ ਉਹ ਕੇਂਦਰ ਖੋਲ੍ਹੇ ਗਏ ਹੋਰ ਜਦੋਂ ਨਵੀਂ ਸਰਕਾਰ ਆਈ ਹੈ, ਔਰ ਉਹਨਾਂ 'ਚ ਇਹਨਾਂ ਨੇ ਡਾਕਟਰ ਵੀ ਮੁਹੱਈਆ ਕਰ ਦਿੱਤੇ ਆ, ਅਤੇ ਉਹਦੇ ਵਿੱਚ ਨਰਸਾਂ ਵੀ ਆ ਕੁੜੀਆਂ ਜਿਨ੍ਹਾਂ ਨੇ ਉਹਨਾਂ ਨੂੰ ਸੰਭਾਲਦੀਆਂ ਜਾ ਕੇ, ਔਰ ਬੈੱਡ ਬੁੱਡ ਵੀ ਉਹਨਾਂ ਦੇ ਬਣਾ ਦਿੱਤੇ ਆ। ਪਰ ਉਹਦੇ ਵਿੱਚ ਕੋਈ ਆਊਟਪੁੱਟ ਉਹਨਾਂ 'ਚ ਵੀ ਕੋਈ ਇਸ ਤਰ੍ਹਾਂ ਦੀ ਨਹੀਂ ਨਿਕਲੀ ਕਿ ਬਹੁਤ ਮੁੰਡੇ ਇੰਪਰੂਵ ਕਰਕੇ ਆਪਣੇ ਆਪ ਨੂੰ ਬਚਾ ਕੇ ਲੈ ਗਏ ਹੋਣਗੇ। ਅਸਲ 'ਚ ਜਿਹੜੇ ਡਾਕਟਰ ਸਾਈਕੋਲੋਜਿਸਟ ਵੀ ਆ ਉਹ ਇਹ ਕਹਿੰਦੇ ਕਿ ਇੱਕਦਮ ਨਸ਼ਾ ਜਿਹੜਾ ਛਡਾਓਗੇ ਉਹ ਨਾਲ ਬੰਦਾ ਮਰ ਵੀ ਸਕਦਾ। ਜਿਹਨੂੰ ਲੱਤ ਲੱਗ ਗਈ ਨਸ਼ੇ ਦੀ, ਜਿਹੜਾ ਬਲੱਡ 'ਚ ਐਂਟਰੀ ਕਰ ਗਿਆ, ਉਹਨੂੰ ਛਡਾਉਣ ਲਈ ਔਖਾ ਵਾ। ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਲਾਹਾਂ ਦੇਣੀਆਂ ਪੈਣਗੀਆਂ। ਜਦੋਂ ਜਿਹੜੀ ਅਟਰਨਲ ਵਿਲ ਆ, ਜਿੰਨੀ ਦੇਰ ਉਹ ਨਹੀਂ ਹੁੰਦੀ, ਉਹਨਾਂ ਦੇ ਅੰਦਰ ਕੋਈ ਇੱਛਾ ਨਹੀਂ ਜ਼ਾਹਰ ਹੁੰਦੀ, ਉਨੀ ਦੇਰ ਇਹ ਨਹੀਂ ਕੇਸ ਪੂਰਾ ਨਹੀਂ ਹੁੰਦਾ। ਗੱਲ ਇਹ ਹੈ ਨਾ ਸਰ ਕਿ ਜਿਹੜੇ ਇੱਕ ਤਾਂ ਹੁੰਦੇ ਨੇ ਕੁਦਰਤੀ ਨਸ਼ੇ, ਜਿਹੜੇ ਜੜੀਆਂ ਬੂਟੀਆਂ ਖਾਂਦੇ ਪੀਂਦੇ ਨੇ, ਜਿਹੜੇ ਮਨੁੱਖ ਇਤਿਹਾਸ ਜਿੰਨਾ ਪੁਰਾਣਾ ਉਨਾ ਹੀ ਇਤਿਹਾਸ ਪੁਰਾਣਾ ਨਸ਼ਿਆਂ ਦਾ, ਨਾਲ ਦੀ ਨਾਲ ਨਸ਼ੇ ਤੁਰੇ ਆ ਰਹੇ ਨੇ ਇਨਸਾਨ ਦੇ। ਸੋ ਇੱਕ ਤਾਂ ਕੁਦਰਤੀ ਨਸ਼ੇ ਨੇ, ਇਹ ਜਿਹੜੇ ਸਿੰਥੈਟਿਕ ਨਸ਼ੇ ਨੇ, ਇਹ ਚਿੱਟਾ ਜਾਂ ਜੋ ਵੀ ਨਾਮ ਊਟ ਪਟਾਂਗ ਜੇ ਹੈਗੇ ਨੇ ਇਹਨਾਂ ਦੇ, ਇਹ ਜਿਹੜੇ ਸਿੰਥੈਟਿਕ ਨਸ਼ੇ ਨੇ ਇਹ ਕਿਤੇ ਛੇਤੀ ਜਾਂਦੇ ਨਹੀਂ। ਕਹਿੰਦੇ ਨੇ ਇੱਕ ਵਾਰੀ ਕੋਈ ਲੈ ਲਵੇ ਸਹੀ, ਗਲਤੀ ਨਾਲ ਵੀ ਸਹੀ, ਉਹ ਗਿਆ ਸਾਰੀ ਉਮਰ ਵਾਸਤੇ। ਸੋ ਇਹ ਖਤਰਨਾਕ ਖੇਡ ਜੋ ਨਸ਼ਿਆਂ ਦੀ ਖੇਡੀ ਜਾ ਰਹੀ ਹੈ ਪੰਜਾਬ ਦੀ ਧਰਤੀ ਤੇ ਕਾਫੀ ਸਾਲਾਂ ਤੋਂ, ਵੱਖ-ਵੱਖ ਸਰਕਾਰਾਂ ਵੀ ਆਈਆਂ, ਵੱਖ-ਵੱਖ ਥਾਂ ਦੇ ਉੱਤੇ ਸਹੁੰ ਚੁੱਕ ਕੇ ਵੀ ਨਸ਼ਾ ਬੰਦ ਕਰਨ ਦੀ ਗੱਲ ਕੀਤੀ ਗਈ, ਪਰ ਸਟਿਲ ਸਮੱਸਿਆ ਉੱਥੇ ਦੀ ਉੱਥੇ ਡੁੱਬਿਆ ਪਿਆ ਨਸ਼ੇ ਦੇ ਵਿੱਚ ਪੰਜਾਬ। ਅਸੀਂ ਸਾਰੇ ਜਾਣਦੇ ਹਾਂ। ਔਰ ਉਹ ਘਰ ਬਹੁਤ ਹੀ, ਤੁਸੀਂ ਕਹੋਗੇ ਕਿ ਉਹ ਪਰਮਾਤਮਾ ਵੱਲੋਂ ਜਿਹੜੇ ਬਚ ਗਏ, ਨਹੀਂ ਤੇ ਇਹ ਜਿਹੜੇ ਮਾਫੀਆ ਬੈਠੇ ਨੇ ਨਸ਼ੇ ਵਾਲੇ, ਇਹਨਾਂ ਵੱਲੋਂ ਕੋਈ ਕਸਰ ਬਾਕੀ ਨਹੀਂ ਰਹਿ ਗਈ। ਇਹ ਚਾਹੁਣ ਤੇ ਹਰ ਘਰ ਨੂੰ ਨਸ਼ੇ ਦੀ ਲੱਤ ਲਾਓ ਦੇਣ, ਕਿਉਂਕਿ ਇਹਨਾਂ ਨੇ ਆਪਣਾ ਪ੍ਰੋਫਿਟ ਦੇਖਣਾ, ਬਿਜ਼ਨਸ ਦੇਖਣਾ। ਸੋ ਇਹ ਜਿਹੜੇ ਨਸ਼ਾ ਛੁਡਾਊ ਕੇਂਦਰ ਵੀ ਨੇ, ਖੈਰ ਇਹ ਕਿਹੜਾ ਇਹਨਾਂ ਦੀ ਪਹੁੰਚ ਤੋਂ ਬਾਹਰ ਨੇ, ਇਹਨਾਂ ਦੀ ਪਹੁੰਚ ਦੇ ਅੰਦਰ ਨੇ। ਜੇਲ੍ਹਾਂ ਦੇ ਅੰਦਰ ਤੱਕ ਨਸ਼ਾ ਪਹੁੰਚ ਗਿਆ, ਕਾਲਜਾਂ ਵਿੱਚ ਨਸ਼ਾ ਪਹੁੰਚ ਗਿਆ, ਕਿਹੜੀ ਉਹ ਥਾਂ ਆ, ਦਫ਼ਤਰਾਂ ਦੇ ਵਿੱਚ ਨਸ਼ਾ ਪਹੁੰਚ ਗਿਆ, ਕਿਹੜੀ ਉਹ ਥਾਂ ਜਿੱਥੇ ਨਸ਼ਾ ਨਹੀਂ ਪਹੁੰਚਿਆ। ਔਰ ਕਈ ਐਸੇ ਸੀਨੀਅਰ ਪੁਲਿਸ ਆਫਿਸਰਸ ਜਿਨ੍ਹਾਂ ਨਾਲ ਮੈਨੂੰ ਵੀ ਗੱਲਬਾਤ ਕਰਨ ਦਾ ਮੌਕਾ ਮਿਲਿਆ, ਕਹਿੰਦੇ ਨੇ ਨੈਟਵਰਕ ਇੰਨਾ ਜ਼ਬਰਦਸਤ ਹੈ, ਯੂ ਨੈਵਰ ਨੋ ਕਿਹੜਾ ਬੰਦਾ ਨਸ਼ਾ ਸਪਲਾਈ ਕਰਦਾ ਪਿਆ। ਉੱਥੇ ਕਿਹੜਾ ਗੰਨੇ ਦਾ ਜੂਸ ਵੇਚਦਾ ਪਿਆ, ਲਾਇਆ ਹੋਇਆ ਮਸ਼ੀਨ, ਗੰਨੇ ਦਾ ਜੂਸ ਕੱਢਦਾ ਪਿਆ, ਅੰਦਰ ਨਾਲ ਨਸ਼ਾ ਵੀ ਰੱਖਿਆ ਹੋਇਆ, ਉਹ ਵੀ ਚੱਲਦਾ ਪਿਆ।
ਤੁਸੀਂ ਦੇਖਦੇ ਹੋ ਮੰਗਦੇ ਹੋਏ ਸੜਕਾਂ ਦੇ ਉੱਤੇ, ਟ੍ਰੈਫਿਕ ਸਿਗਨਲ ਦੇ ਉੱਤੇ ਉਹ ਨਸ਼ਾ ਵੀ ਸਪਲਾਈ ਕਰਦੇ ਪਏ ਨੇ, ਉੱਤੋਂ ਭਿਖਾਰੀ ਨੇ, ਮੰਗਤੇ ਬਣੇ ਹੋਏ ਨੇ। ਸੋ ਹਰ ਥਾਂ ਦੇ ਉੱਤੇ ਤੁਹਾਨੂੰ ਕੁਝ ਨਹੀਂ ਪਤਾ ਨੈਟਵਰਕ ਕਿੱਥੇ ਕਿੱਥੇ ਕੰਮ ਕਰਦਾ ਪਿਆ, ਕੌਣ ਇਹਦੇ ਵਿੱਚ ਸ਼ਾਮਿਲ ਨੇ, ਕੌਣ ਕਿਹਦੇ ਵਾਸਤੇ ਕੰਮ ਕਰਦਾ ਪਿਆ, ਪੈਸੇ ਦੀ ਸਾਰੀ ਗੇਮ ਚੱਲਦੀ ਪਈ। ਪਰ ਜੇ ਨਾ ਇਹ ਗੱਲ ਅੱਛੀ ਹੈ, ਜੇ ਲੋਕ ਯੂਨਾਈਟ ਹੋ ਕੇ ਸੱਚੇ ਦਿਲੋਂ ਇਹਨੂੰ ਕੰਟਰੋਲ ਕਰਨ ਤਾਂ ਹੋ ਸਕਦਾ। ਪਰ ਇਹਦੇ ਵਿੱਚ ਹੈਗਾ ਕਿ ਤੁਸੀਂ ਪਿੰਡਾਂ 'ਚ ਜਾਓ, ਸਰਪੰਚ ਵੀ ਇਨਵੋਲਵ ਆ, ਸਰਪੰਚ ਆਪ ਵੇਚ ਰਹੇ ਨਾਲ ਇਹਨਾਂ ਦੇ ਚਿੱਟਾ ਖਾਸ ਤੌਰ ਤੇ। ਔਰ ਇੱਕ ਗੰਨਾ ਪਿੰਡ ਹੈਗਾ ਜਿਹਦੇ 'ਚ ਜਨਾਨੀਆਂ ਵੀ ਵੇਚਦੀਆਂ ਸੀਗੀਆਂ, ਬੰਦੇ ਵੀ ਵੇਚਦੇ ਸੀਗੇ, ਔਰ ਉਹਨਾਂ ਦੇ ਵਿੱਚੋਂ ਕੌਣ ਲਿਆਉਂਦੇ ਕੌਣ ਸੀ, ਫਲੋਰ ਪੁਲਿਸ ਦੀ ਟ੍ਰੇਨਿੰਗ ਸੈਂਟਰ ਤੋਂ। ਇਹ ਦੇਖੋ ਕਿਸ ਤਰ੍ਹਾਂ ਦੇ ਸੈੱਲ ਬਣੇ ਆ। ਉੱਥੋਂ ਦੇ ਜਿਹੜੇ ਮੁੰਡੇ ਹਵਾਲਦਾਰ ਸੀ ਟ੍ਰੇਨਿੰਗ ਵਾਲੇ, ਜਿੱਥੇ ASI ਆ ਉਹਨਾਂ ਦੇ ਨਾਂ ਆਏ, ਉਹਨਾਂ ਦੇ SHO ਆ, ਉਹ ਵੀ ਉਹਨਾਂ ਦੇ ਨਾਲ ਜੁੜੇ ਰਹੇ ਆ। ਔਰ ਉਹ ਗੰਨਾ ਪਿੰਡ 'ਚੋਂ ਦੇਖ ਲਓ ਕਿੰਨਾ ਆਇਆ, ਕਿੰਨਾ ਕੁਛ ਆਇਆ, ਔਰ ਜਨਾਨੀਆਂ ਵੇਚਦੀਆਂ ਸੀ, ਵੀਡੀਓ ਵੀ ਉਹਦੀ ਵਾਇਰਲ ਹੋਈ ਹੈ। ਔਰ ਬਾਕੀ ਰਹੀ ਗੱਲ ਆ ਨਸ਼ਾ ਕੇਂਦਰ ਜਿਹੜੇ ਸੀ ਬਣਾਏ ਇਹਨਾਂ ਨੇ, ਇਹਨਾਂ ਵਿੱਚ ਤਾਂ ਇਹ ਲੋਕ ਆਪ, ਉਹ ਕਿੱਥੋਂ ਨਸ਼ਾ ਆਉਂਦਾ ਸੀ ਉਹਨਾਂ ਨੂੰ ਵੰਡਣ ਲਈ, ਉਹ ਉਹਨਾਂ ਦੇ ਮਾਂ ਪਿਓ ਕੋਲ 40-40 ਹਜ਼ਾਰ ਰੁਪਏ ਪਹਿਲੋਂ ਲੈਂਦੇ ਸੀਗੇ ਪਰ ਮੰਥ। ਅਸੀਂ ਮੁੰਡੇ ਲਈ ਰੋਟੀ ਖਵਾ ਰਹੇ ਹਾਂ, ਇਹਨੂੰ ਰਾਤ ਨੂੰ ਰੱਖ ਰਹੇ ਹਾਂ, ਇਹਨੂੰ ਦਵਾਈ ਦੇ ਰਹੇ ਹਾਂ, ਉਹ ਲਮਸਮ ਉਹਨਾਂ ਕੋਲ ਲੈਂਦੇ ਸੀ। ਹੁਣ ਜਿਹੜੇ 20 ਮੁੰਡੇ ਸੁਭਾਨਪੁਰ ਪੰਜਾਬ ਪੁਲਿਸ ਨੇ ਛੁਡਵਾ ਕੇ ਲਿਆਂਦੇ ਆ, ਹੁਣ ਉਹਨਾਂ ਦੇ ਮਾਂ ਪਿਓ ਉੱਥੇ ਰੋ ਰਹੇ ਆ। ਉਹਨਾਂ ਨੇ ਦੱਸਿਆ ਵੀ ਸਾਡੇ ਕੋਲ ਇੰਨਾ ਪੈਸਾ ਲਿਆ ਵਾ ਤੇ ਮੁੰਡੇ ਮਰਨ ਵਾਲੇ ਹੋਏ ਆ। ਔਰ ਇਹ ਦੇਖੋ ਨਸ਼ਾ ਛਡਾਉਂਦੇ ਨੇ, ਨਸ਼ਾ ਲਵਾਉਣ ਵਾਲੇ ਕੇਂਦਰ ਆ, ਲਿਖਿਆ ਤਾਂ ਉਹਨਾਂ ਨਸ਼ਾ ਛਡਾਊ ਪਰ ਨਸ਼ਾ ਲਵਾਊ ਕੇਂਦਰ ਹੀ ਹੈਗੇ ਆ। ਔਰ ਪੰਜਾਬ ਗੌਰਮੈਂਟ ਦੇ ਜਿੰਨੇ ਹੈਗੇ ਸੀ ਇਹਨਾਂ ਵਿੱਚ ਵੀ ਉਹੀ ਹਾਲ ਰਹੀ ਕਿ ਉਹ ਵੀ ਜਿਹੜੇ ਓਟ ਵਾਲੇ ਨਸ਼ਾ ਛਡਾਉਣ ਵਾਲੇ ਉਹ ਮੁੰਡੇ, ਉਹਨਾਂ ਦੇ ਮਾਂ ਪਿਓ ਵੀ ਰੋਂਦੇ ਹੈਗੇ। ਪਰ ਪਾ ਲਾ ਕੇ ਗੌਰਮੈਂਟ ਕੋ ਵੀ ਕੁਝ ਨਹੀਂ ਹੋਇਆ, ਇਹਦੇ ਤੇ ਕੋਈ ਕੰਟਰੋਲ ਨਹੀਂ ਕਰ ਸਕੀ। ਪਿਛਲੀ ਸਰਕਾਰਾਂ ਤੇ ਹੋਣ ਵਾਲੀਆਂ ਸਰਕਾਰ ਕੋ ਵੀ ਨਹੀਂ ਕੁਝ ਅਜੇ ਤੱਕ ਹੋਇਆ, ਨਾ ਸਰਪੰਚਾਂ ਪੰਚਾਂ ਕੋ ਹੋ ਸਕਿਆ, ਪਿੰਡ ਵਾਲਿਆਂ ਕੋ। ਔਰ ਸ਼ਰੇਆਮ ਚਿੱਟਾ ਪਿੰਡਾਂ 'ਚ ਵਿਕ ਰਿਹਾ। ਫਿਰ ਕਹਿ ਦਿੰਦੇ ਆ ਜੀ ਅਫਗਾਨਿਸਤਾਨ ਤੋਂ ਤੇ ਪਾਕਿਸਤਾਨ ਵੱਲੋਂ ਦੀ ਆ ਰਿਹਾ, BSF ਨਹੀਂ ਰੋਕ ਰਹੀ, ਹਿਮਾਚਲ 'ਚੋਂ ਆ ਰਿਹਾ। ਔਰ ਦੇਖੋ ਰਾਜਸਥਾਨ 'ਚ ਕਿਉਂ ਨਹੀਂ ਇੰਨਾ ਲੋਕ ਖਾ ਰਹੇ, ਰਾਜਸਥਾਨ ਦੀਆਂ ਬਾਉਂਡਰੀ ਨਾਲ ਹੀ ਲੱਗ ਰਹੀਆਂ ਹੈਗੀਆਂ। ਹਿਮਾਚਲ 'ਚ ਜੇ ਆ ਰਿਹਾ, ਪੰਜਾਬ 'ਚ, ਤੇ ਹਰਿਆਣਾ 'ਚ ਕਿਉਂ ਨਹੀਂ ਇੰਨਾ ਹੈਗਾ? ਹਰਿਆਣਾ 'ਚ ਆਪਣੇ ਨਾਲੋਂ ਇੰਨਾ ਨਹੀਂ ਗਾ, ਪੰਜਾਬ ਇਹਦੇ ਨਾਲ ਜ਼ਿਆਦਾ ਦਲਦਲ 'ਚ ਫਸ ਗਿਆ। ਔਰ ਇਹਦੇ 'ਚ ਕਈ ਰਹੀ ਗੱਲ, ਇਹ ਕੌਣ ਕਰ ਰਿਹਾ ਇਹਨੂੰ? ਹੁਣ ਇਸ ਵੇਲੇ ਪਤਾ ਇਹਨਾਂ ਨੇ ਬਣਾ ਲਈ ਇੱਕ ਬਹੁਤ ਵੱਡੀ ਆਪਣੀ ਖੇਡ ਤਮਾਸ਼ਾ ਬਣਾ ਲਿਆ, ਜਿੱਧਰ ਵੇਖੋ ਨਸ਼ਾ ਬੰਦ ਕਰਾ ਰਹੇ ਆ ਜੀ, ਉੱਤੇ ਲੈਕਚਰ ਹੋ ਰਹੇ ਆ, ਪਰ ਪ੍ਰੈਕਟੀਕਲੀ ਕੋਈ ਇਹਨੂੰ ਨਹੀਂ ਕੰਟਰੋਲ ਕਰ ਰਿਹਾ। ਜਿਹਦੇ 'ਚ ਪੰਜਾਬ ਪੁਲਿਸ ਜਿਹੜੀ ਹੈ ਉਹ ਆਪ ਇਨਵੋਲਵ ਹੋ ਗਈ, ਆਪ ਖਾਂਦੇ ਹੋ, ਆਪ ਆ ਰਹੇ। ਪਹਿਲਾਂ ਤਾਂ ਸ਼ਰਾਬ ਪੀਂਦੇ ਹੁੰਦੇ ਸੀ, ਸਾਰਾ ਕੁਝ ਸੀਗਾ, ਚੱਲ ਹੈਗਾ। ਹੁਣ ਇਹ ਬਾਕੀ ਜਿਹੜੇ ਕੈਮੀਕਲ ਜਿਹੜੇ ਨਸ਼ੇ ਆ ਇਹ ਵੀ ਆ ਗਏ ਇਹਦੇ 'ਚ। ਬਹੁਤਿਆਂ ਕੋ ਫੜਿਆ ਵੀ ਗਿਆ, ਬਹੁਤਿਆਂ ਨੇ ਲੋਕਾਂ ਕੋ ਪੈਸੇ ਵੀ ਲਏ, ਤੁਹਾਡੇ ਕੇਸ ਕਰ ਦਾਂਗੇ, ਨਸ਼ੇ ਦਾ ਕਰ ਦਾਂਗੇ। ਵੀਡੀਓ ਵਾਇਰਲ ਹੋ ਗਈ, ਪੈਸੇ ਲੈਂਦੇ ਫੜੇ ਗਏ ਵਿੱਚ, SI ਥਾਣੇਦਾਰ, SHO ਸਾਰੇ ਉਹਨਾਂ 'ਚ। ਹੁਣ ਇਹ ਦੇਖੋ, ਇੱਕ ਦਿਨ ਤੁਸੀਂ ਕਹਿ ਰਹੇ ਸੀ ਕਿ ਇਹ ਹੱਥ ਜੋੜ ਦੇਣਾ ਚਾਹੀਦਾ ਵੀ ਤੁਸੀਂ ਜੋ ਕੁਝ ਕਰਨਾ, ਜਿੰਨਾ ਕੁਝ ਕਰ ਰਹੇ ਜੇ ਤਰੀਕੇ ਨਾਲ ਸਮਝੋ। ਜੇ ਤਰੀਕੇ ਨਾਲ ਸਮਝੋਗੇ ਤੇ ਉੱਦਾਂ ਕੰਟਰੋਲ, ਕਹਿਣ ਤੇ ਨਹੀਂ ਕੰਟਰੋਲ ਹੋਊਗਾ ਕੋਈ। ਦੇਖੋ ਇਹ ਲੋਕਾਂ ਨੇ ਆਪ ਹੀ ਤਮਾਸ਼ਾ ਬਣਾ ਲਿਆ ਸਾਰਾ। ਪਿੰਡਾਂ ਵਿੱਚ ਪਿੰਡ ਵਾਲੇ ਇਕੱਠੇ ਹੋਏ, ਉਹਨਾਂ ਨੇ ਸਟੈਪ ਚੁੱਕੇ, ਗੁਰਦੁਆਰਾ ਸਾਹਿਬ ਤੋਂ ਵੀ ਅਨਾਉਂਸਮੈਂਟਸ ਹੋਈਆਂ, ਧਾਰਮਿਕ ਆਪਣਾ ਪੜਿਆ ਲਿਖਿਆ ਵਿਚਾਰ ਲਓ ਕਿ ਅੱਜ ਤੋਂ ਬਾਅਦ ਕੋਈ ਪਿੰਡ 'ਚ ਨਸ਼ਾ ਖਰੀਦਦਾ ਜਾਂ ਵੇਚਦਾ ਫੜਿਆ ਗਿਆ, ਅਸੀਂ ਸੌਦਾ ਲਾਉਣਾ ਹੈ, ਠੀਕ ਹੈ, ਅਸੀਂ ਉਹਨੂੰ ਫੜ ਕੇ ਥਾਣੇ ਲੈ ਕੇ ਜਾਵਾਂਗੇ, ਕਾਨੂੰਨ ਦੇ ਹਵਾਲੇ ਕਰਾਂਗੇ, ਜੋ ਵੀ ਬਣਦੀ ਕਾਰਵਾਈ ਹੈ। ਸੋ ਇਹ ਗੱਲਾਂ ਪਬਲਿਕ ਨੂੰ ਇਕੱਠਾ ਹੋ ਕੇ ਸਟੈਪ ਚੁੱਕਣਾ ਪਊਗਾ, ਤਾਂ ਹੀ ਬਚਾਅ ਹੋ ਸਕਦਾ, ਨਹੀਂ ਤਾਂ ਗੇਮ ਜਿਹੜੀ ਹੱਥੋਂ ਨਿਕਲ ਚੁੱਕੀ ਹੈ। ਬਿਲਕੁਲ ਸਮਝਣ ਵਾਲੀ ਗੱਲ ਹੈ, ਸਰਕਾਰਾਂ ਪਿਛਲੀਆਂ ਤਾਂ ਨਹੀਂ ਕੰਟਰੋਲ ਕਰ ਸਕੀਆਂ। ਇੱਕ ਵੀ ਰੁਪਈਏ 'ਚ 54 ਵੀ ਨਹੀਂ ਕੰਟਰੋਲ ਕੀਤਾ। ਆਹ ਸਰਕਾਰ ਆ, ਇਹਨਾਂ ਰੌਲਾ ਤਾਂ ਪਾਇਆ ਹੁਣ ਤੱਕ, ਪਰ ਪਰਨਾਲਾ ਉੱਥੇ ਦਾ ਉੱਥੇ, ਉੱਦਾਂ ਦਾ ਉੱਦਾਂ ਹੀ ਚੱਲ ਰਿਹਾ ਸਾਰਾ ਕੰਮ। ਕੰਟਰੋਲ ਕਿਹਨੇ ਕਰਨਾ? ਮੁੱਖ ਮੰਤਰੀ ਨੇ ਆਪ ਤਾਂ ਆ ਕੇ ਪਿੰਡਾਂ 'ਚ ਨਹੀਂ ਘੁੰਮਣਾ, ਨਾ ਮੰਤਰੀਆਂ ਨੇ ਘੁੰਮਣਾ ਕੇ, ਤੇ ਨਾ MLA ਘੁੰਮਣਗੇ। ਜੇ ਪਾ ਲਾ ਕੇ ਤੇ ਪੰਜਾਬ ਪੁਲਿਸ ਨੇ ਕਰਨਾ, ਫੋਰਸਾਂ ਨੇ ਕਰਨਾ। BSF ਜਿਹੜੀ 50 ਕਿਲੋਮੀਟਰ ਅੰਦਰ ਆ ਗਈ ਆ, ਔਰ ਜਿਹੜੀ ਜਿਨ੍ਹਾਂ ਤੋਂ ਰਾਹੀਂ ਨਸ਼ਾ ਹੀਰੋਇਨ ਉੱਧਰੋਂ ਆ ਰਹੀ ਹੈ, ਪਾਕਿਸਤਾਨ 'ਚੋਂ ਆ ਰਹੀ ਹੈ, ਉਹ ਬੰਡਲਾਂ ਦੇ ਬੰਡਲ ਫੜਦੇ ਆ, ਉਹਨਾਂ ਨੇ ਪਾਈਪ ਰੱਖੇ ਆ, ਤਾਰਾਂ ਬਿਜਲੀ ਦੀਆਂ ਲੱਗੀਆਂ, ਪਾਈਪ ਦੇ ਵਿੱਚ ਦੀ ਆਉਂਦੇ ਬੱਚੇ ਚੁੱਕ ਕੇ ਪਿੰਡਾਂ 'ਚ, ਜਿਹੜੇ ਉੱਥੇ ਕੱਚੇ ਪਿੰਡ ਆ, ਬੱਚੇ ਆਉਂਦੇ ਉਹ ਉਧਰੋਂ ਦੀ ਲਿਫਾਫੇ ਚੁੱਕ ਕੇ ਨਿਕਲ ਆਉਂਦੇ ਉੱਧਰ ਜਾ ਕੇ। ਹੁਣ ਜੇ ਇੱਕ ਬੱਚਾ ਵੀ, ਵੈਸੇ ਇੱਕ ਉਹਦਾ ਬੱਚਾ ਛੋਟਾ ਜਿਹਾ ਇੱਧਰ ਆ ਗਿਆ ਹੈਗਾ, ਉਹਨੂੰ BSF ਤੇ ਰੇਂਜਰ ਨੇ ਫੜ ਕੇ 3-4 ਸਾਲ ਦਾ ਸੀਗਾ, ਉਧਰ ਲਿਆ, ਐਕਸਚੇਂਜ ਕਰ ਲਿਆ ਉਹਨਾਂ ਨੇ। ਔਰ ਉਧਰ ਰੇਂਜਰ ਆ ਜਿਹੜੇ ਸਲਵਾਰਾਂ ਤੇ ਕਮੀਜ਼ ਪਾ ਕੇ ਕਾਲੇ ਤੇ ਲੰਬੇ ਫਰਲੇ ਕੱਢ ਕੇ ਬੈਠੇ, ਇੱਧਰ 6.5 ਫੁੱਟ ਦੇ ਜਵਾਨ ਇੱਧਰ ਵੀ ਘੁੰਮ ਰਹੇ ਆ। ਪਰ ਜੇ ਇਹ ਕਹੀਏ ਤਾਂ ਤਾਰਾਂ ਵਿੱਚ ਦੀ ਕਿੰਨਾ ਕੁ ਨਸ਼ਾ ਆ ਰਿਹਾ, ਤੇ ਫਿਰ ਪਿੰਡਾਂ 'ਚ ਆ ਰਿਹਾ, ਉਹ ਕਿਹਨੇ ਕੰਟਰੋਲ ਕਰਨਾ, ਕੌਣ ਵੇਖੂਗਾ? ਜਦੋਂ ਫਿਰ ਆ ਗਿਆ, ਵਰਤਾਇਆ ਗਿਆ। ਜਦੋਂ ਅਫਗਾਨਿਸਤਾਨ ਤੋਂ ਟਰੱਕ ਆਉਂਦੇ ਸੀ, ਫਰੂਟ ਦੇ ਆਉਂਦੇ ਸੀ, ਕਈ ਕੁਛ ਉਹਨਾਂ ਵਿੱਚ ਵੀ ਰੱਖਿਆ ਜਾਂਦਾ ਹੁੰਦਾ ਸੀ, ਉਹ ਵੀ ਫੜੇ ਜਾਂਦੇ ਸੀ। ਇੱਕ ਨੂੰ ਫੜ ਲਿਆ, ਬਾਕੀਆਂ ਨੂੰ ਕੌਣ ਫੜੂਗਾ ਜਿਹੜੇ ਜਦੋਂ ਆ ਰਹੇ ਆ? ਜਦੋਂ ਉੱਥੋਂ ਚੈੱਕਅਪ ਹੁੰਦੀ ਹੈ, ਪੁਲਿਸ ਹੀ ਕਰਦੀ ਚੈੱਕਅਪ ਉਹਨੂੰ। ਆਲੂਆਂ ਦੀ ਬੋਰੀ 'ਚ ਜੇ ਪਾਤੇ ਉਹਨਾਂ ਨੇ, ਭੁੱਕੀ ਪਾਤੀ ਆ, ਜਾਂ ਉਹਦੇ 'ਚ ਬਾਕੀ ਚਿੱਟਾ ਪਾਤਾ ਹੈ ਨਾ, ਉਹਨਾਂ ਨੇ ਪਾਤਾ, ਤੱਕੜੀਆਂ ਵਿੱਚ ਹੀ ਪਈਆਂ ਹੁੰਦੀਆਂ। ਇਹ ਗੱਲ ਹੱਥੋਂ ਵਾਕਿਆ ਨਿਕਲ ਚੁੱਕੀ ਆ, ਗੌਰਮੈਂਟ ਦੇ ਵੀ ਉਹ ਗੱਲ 'ਚ ਨਹੀਂ ਰਹੀ। ਔਰ ਨਾ ਇਹ ਹੁਣ ਭਗਵੰਤ ਮਾਨ ਨੇ ਤਾਂ ਨਹੀਂ ਲੋਕਾਂ ਨੂੰ ਟਰੱਕ ਭਰ ਕੇ ਪਿੰਡਾਂ 'ਚ ਜਿਹੜੀ ਫੋਰਸਾਂ ਦੇ ਭੇਜਣੇ,
ਫੋਰਸਾਂ ਤਾਂ ਆਲਰੇਡੀ ਹੈਗੀਆਂ। ਡਾਇਰੈਕਟਰ ਜਨਰਲ ਤਾਂ ਛੁੱਟੀ ਤੇ ਗਏ ਆ, ਹੁਣ ਤਾਂ ਪਾਂਡੇ ਜੀ ਛੁੱਟੀ ਤੇ ਆ, ਪਰ ਉਹਨਾਂ ਦੀ ਜਗ੍ਹਾ ਜਿਹੜੇ ਆ ਗਏ ਆ ਉਹ ਕੰਟਰੋਲ ਕਰਨਗੇ। ਇਹ ਨਹੀਂ ਹੁੰਦਾ ਕਿ ਉਹ ਹੁਣ ਛੁੱਟੀ ਤੋਂ ਬਾਅਦ ਆਉਣਗੇ ਤੇ ਫਿਰ ਸਾਰਾ ਕੁਝ ਹੋਣਾ, ਕਿਉਂਕਿ ਇਸ ਵੇਲੇ ਸਾਰਾ ਫਿਰ ਖੁੱਲ੍ਹ ਮੁਖੱਲੇ ਵਿਖ ਰਿਹਾ। ਜਿੱਦਾਂ ਵੀ ਹੈ ਮੁੰਡੇ ਫਿਰ ਉਹ ਦਲਦਲ 'ਚ ਫਸ ਕੇ ਮਾਰੇ ਜਾ ਰਹੇ ਆ। ਕਿੰਨੇ ਫੌਜ 'ਚ ਭਰਤੀ ਹੋਣਾ ਜਦੋਂ ਕਿ ਜਵਾਨੀ ਨਹੀਂ ਰਹਿਣੀ, ਜਵਾਨੀ ਤਾਂ ਖਤਮ ਹੋ ਰਹੀ ਸਾਰੀ ਪੰਜਾਬ ਦੀ। ਬਿਲਕੁਲ ਜੀ। ਔਰ ਪੁਲਿਸ ਦੀ ਵੀ ਗੇਮ ਹੈ, ਜਿਹੜੇ ਛੁੱਟੀ ਤੇ ਗਏ ਨੇ ਸਾਹਿਬ ਜੀ, ਉਹਦੇ ਪਿੱਛੇ ਵੀ ਨਵੀਂ ਪੋਲਿਟਿਕਸ ਹੈ, ਪਤਾ ਨਹੀਂ ਕੀ ਕੁਝ ਹੈ ਉਹਦੇ ਪਿੱਛੇ ਵੀ, ਜਿਹੜੇ ਸਾਹਮਣੇ ਆਉਣਗੇ ਹਾਲਾਤ, ਪਤਾ ਨਹੀਂ ਉਹਦੀ ਪੱਕੀ ਛੁੱਟੀ ਕਰ ਦੇਣੀ ਉਹਨਾਂ ਨੇ ਬਾਅਦ, ਪਤਾ ਨਹੀਂ ਉਹ ਵੀ ਸੈਂਟਰ 'ਚ ਜਾਣਗੇ ਡੈਪੂਟੇਸ਼ਨ ਤੇ, ਕੋਈ ਨਹੀਂ ਜਾਣਦਾ। 6ਵੀਂ ਵਾਰ ਸੈਂਕਸ਼ਨ ਤੇ ਛੁੱਟੀ ਇਹਨਾਂ ਨੇ ਕੀਤੀ, 6ਵੀਂ ਵਾਰ ਇਹ ਗੇਮ ਘੁੰਮਦੀ ਪਈ ਹੈ ਪੰਜਾਬ ਦੇ ਵਿੱਚ। ਚਲੋ ਦੇਖੋ ਕੀ ਬਣਦਾ ਅੱਗੇ। ਬਣਨਾ ਤਾਂ ਹੋਈ ਆ ਜੋ ਕੁਝ ਬਣਨਾ। ਅਗਲੀ ਗੱਲ ਇਹ ਹੈ, ਉਹ ਮੈਨੂੰ ਚੇਤਾ ਆ ਗਿਆ ਕਿ ਮੇਰੇ ਵਰਗੇ ਸਟੂਡੈਂਟ, ਆਪਾਂ ਸਿੱਖਿਆ ਨੀਤੀ ਦੀ ਗੱਲ ਕਰਾਂਗੇ, ਐਜੂਕੇਸ਼ਨ ਪਾਲਿਸੀ ਦੀ। ਮੇਰੇ ਵਰਗਾ ਸਟੂਡੈਂਟ ਕਹਿੰਦਾ ਜੀ ਸਿਕੰਦਰ ਦੀ ਪੌਰਸ ਨਾਲ ਲੜਾਈ ਹੋਈ ਸੀ, ਜੇ ਸਿਕੰਦਰ ਦੀ ਪੌਰਸ ਨਾਲ ਲੜਾਈ ਹੋਈ ਸੀ ਤੇ ਮੈਂ ਕੀ ਕਰਾਂ, ਮੈਨੂੰ ਕਿਉਂ ਪੜਾਈ ਜਾਂਦੇ ਹੋ। ਸੋ ਕਹਿੰਦਾ ਉਹ ਤਾਂ ਮਰ ਗਏ, ਚਲੇ ਗਏ, ਸਿਲੇਬਸ ਪੌੜੇ ਚ ਪਾ ਔਰ ਨਵਾਂ ਸਿਲੇਬਸ ਵੀ ਬਣਾਇਆ ਗਿਆ, ਨਵੀਆਂ ਭਾਸ਼ਾਵਾਂ 22 ਦੇ ਕਰੀਬ ਸ਼ਾਮਿਲ ਕੀਤੀਆਂ ਗਈਆਂ ਨੇ। ਸੰਨ 2020 ਦੀ ਜਿਹੜੀ ਸਿੱਖਿਆ ਨੀਤੀ ਪਾਸ ਹੋਈ ਹੈ, ਇਹਦੇ ਉੱਤੇ ਫਾਈਨਲ ਕਮੈਂਟਸ ਦਿਓ, ਕਿਉਂਕਿ ਹੁਣ ਆਪਣਾ ਸਮਾਂ ਵੀ ਕਹਿ ਰਿਹਾ ਕਿ ਤੁਸੀਂ ਵੀ ਸਿੱਖਿਆ ਨੀਤੀ ਦੀ ਗੱਲ ਕਰਨ ਤੋਂ ਬਾਅਦ ਸਿੱਖਿਆ ਲਓ। ਔਰ ਸਿੱਖਿਆ ਇਹ ਹੈ ਕਿ ਅੱਗੇ ਜਾ ਕੇ ਆਪਾਂ ਹੋਰ ਕਿਹੜੇ ਸਬਜੈਕਟਸ ਡਿਸਕਸ ਕਰਨੇ ਨੇ ਆਪਣੇ ਅਗਲੇ ਐਪੀਸੋਡ ਵਾਸਤੇ। ਫਿਲਹਾਲ ਇਹਦੇ ਉੱਤੇ ਫਾਈਨਲ ਕਮੈਂਟਸ ਆਪਾਂ ਲੈਂਦੇ ਹਾਂ। ਪਹਿਲਾਂ ਤਾਂ ਸਾਡੇ ਜਿੰਨੇ ਵੀ ਐਲੀਮੈਂਟਰੀ ਟੀਚਰ ਨੇ ਉਹਨਾਂ ਲਈ ਵਧਾਈ ਜਾਂਦੀ ਹੈ, ਉਹਨਾਂ ਨੂੰ ਅਪਾਇੰਟਮੈਂਟ ਮਿਲ ਗਈ ਹੈ, ਪੱਕੇ ਹੋ ਗਏ ਆ। ਔਰ ਖਾਸ ਤੌਰ ਤੇ ਉਹ ਇਲਾਕਾ ਜਿਹੜਾ ਪਛੜਿਆ ਸੀਗਾ ਫਾਜ਼ਿਲਕਾ, ਉੱਥੋਂ ਦੇ ਬਹੁਤ ਟੀਚਰ ਜਿਹੜੇ ਆ ਅਪਾਇੰਟਮੈਂਟ ਮਿਲ ਗਈ ਉਹਨਾਂ ਨੂੰ, ਬੜੇ ਖੁਸ਼ ਸੀਗੇ। ਔਰ ਦੂਜੀ ਪਾਲਿਸੀ ਜਿਹੜੀ ਬਣੀ ਹੈ 2020 ਤੋਂ, ਜਿਹੜੀ ਪਾਲਿਸੀ ਹੈਗੀ ਉਹਨੂੰ ਲਾਗੂ ਕਰ ਰਹੇ ਆ ਅਗਲੇ ਸਾਲ। ਉਹਦਾ ਪਾਠਕ੍ਰਮ ਸਿਲੇਬਸ ਵੀ ਬਣ ਗਿਆ, 22 ਭਾਸ਼ਾ ਇਨਕਲੂਡ ਕਰ ਲਈਆਂ ਉਹਦੇ 'ਚ ਅਨੁਵਾਦ ਕਰਕੇ। ਔਰ ਇਹਦੇ 'ਚ ਕਿਹਾ ਇਹਨਾਂ ਨੇ ਕਿ ਬਾਕੀ ਟੀਚਰ ਜਿਹੜੇ ਹੈਗੇ ਹੈੱਡ, ਉਹ ਉਹਨਾਂ ਨੂੰ ਬਾਹਰ ਆਕਸਫੋਰਡ ਵਗੈਰਾ ਟ੍ਰੇਨਿੰਗ ਲਈ ਵੀ ਭੇਜਿਆ ਜਾਏਗਾ, ਕਿਉਂਕਿ ਭਗਵੰਤ ਮਾਨ ਦੀ ਸਰਕਾਰ ਦਾ ਇਸ ਵੇਲੇ ਟੀਚਰ ਜਾਂ ਸਿੱਖਿਆ ਨੀਤੀ ਵੱਲ ਜ਼ਿਆਦਾ ਧਿਆਨ ਹੋ ਗਿਆ। ਬਿਲਕੁਲ ਜੀ। ਅਕੋਰਡਿੰਗ ਕਨਸਟੀਟਿਊਸ਼ਨ, ਜਿਹੜੇ ਵਿੱਚ ਉਹਨਾਂ ਨੇ ਕਿਹਾ ਸੀ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਜਿਹੜੀ ਦੇਣਾ ਹੋਗਾ ਕੁੜੀਆਂ ਨੂੰ, ਔਰ 14 ਸਾਲ ਤੱਕ ਜਿਹੜੀ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਹੋਊਗੀ। ਔਰ ਸਿਲੇਬਸ ਅੱਛੇ ਹੋਣਗੇ, ਹੈਵੀ ਨਹੀਂ ਹੋਣਗੇ, ਜਿਹਦੇ ਵਿੱਚ ਸਾਰੇ ਜਿਹੜੇ ਆ ਸਾਡੇ ਨੀਤੀਵਾਨ ਉਹ ਇਹਨੂੰ ਵੇਖਣਗੇ, ਪਰਖਣਗੇ। ਔਰ ਜਿਹੜਾ ਸਿਲੇਬਸ ਆ ਗਿਆ ਬਿਲਕੁਲ, ਔਰ ਐਜੂਕੇਸ਼ਨ ਨੂੰ ਇਸ ਤਰ੍ਹਾਂ ਦਾ ਬਣਾ ਰਹੇ ਆ ਕਿ ਜਿਹੜਾ ਸਟੈਂਡਰਡ ਵਧੀਆ ਹੋਵੇ, ਜਿਹੜੇ ਬੱਚੇ ਅਗਲੇ ਕੰਪੀਟੀਸ਼ਨ 'ਚ ਬਹਿਣ ਲੱਗੇ ਪਿੱਛੇ ਨਾ ਹਟਣ, ਪਿਛੋਕੜ ਅੱਛਾ ਬਣ ਜਾਏ ਉਹਨਾਂ ਦਾ, ਔਰ ਲੈਂਗੁਏਜ ਅੱਛੀ ਬਣ ਜਾਏ ਉਹਨਾਂ ਦੀ, ਸਿਲੇਬਸ ਇੱਦਾਂ ਦਾ ਹੋਵੇ, ਮੈਥਡ ਇੱਦਾਂ ਦੇ ਹੋਣ ਕਿ ਲੋਕ ਬੱਚੇ ਜਿਹੜੇ ਆ ਉਹ ਬਾਹਰ ਪੜ੍ਹਨ ਨਾ ਜਾਣ। ਇਹ ਕੰਪੈਰੀਟਿਵਲੀ ਇਸ ਕਰਕੇ ਇਹਨਾਂ ਨੇ ਕੀਤਾ ਕਿ ਬਹੁਤ ਬੱਚਾ ਇੱਥੋਂ ਬਾਹਰ ਜਾ ਰਿਹਾ, +2 ਤੋਂ ਬਾਅਦ ਸਾਡੇ ਮੁੰਡੇ ਹਾਇਰ ਐਜੂਕੇਸ਼ਨ ਬਾਹਰ ਚਲੇ ਜਾਂਦੇ। ਗੱਲ ਇਹ ਹੈ ਨਾ ਕਿ ਕੰਪੀਟੀਸ਼ਨ ਆ, ਔਰ ਉਹ ਦੇਖਦੇ ਨੇ ਕਿ ਜੇ ਸਾਡੀ ਐਜੂਕੇਸ਼ਨ ਦਾ ਮਿਆਰ ਲੈਵਲ ਉਸ ਲੈਵਲ ਤੇ ਨਹੀਂ ਹੈ ਕਿ ਅਸੀਂ ਤਿਆਰੀ ਕਰਕੇ ਵਿਦੇਸ਼ਾਂ ਵਿੱਚ ਵੀ ਜਾ ਸਕੀਏ, ਦੇਸ਼ ਵਿੱਚ ਵੀ ਕੰਪੀਟੀਸ਼ਨ ਲੜ ਸਕੀਏ, ਕਿਉਂਕਿ ਇਸ ਵਕਤ ਪੂਰੀ ਦੁਨੀਆ ਇਕੱਠੀ ਹੋ ਚੁੱਕੀ ਹੈ, ਗਲੋਬਲ ਵਿਲੇਜ ਬਣ ਚੁੱਕਾ ਹੈ ਔਰ ਕੰਪੀਟੀਸ਼ਨ ਸਭ ਪਾਸਿਓਂ ਆਉਂਦਾ। ਇਸ ਕਰਕੇ ਉਹਦੀ ਤਿਆਰੀ ਚਾਹੀਦੀ ਹੈ। ਜੇ ਐਜੂਕੇਸ਼ਨ ਸਿਸਟਮ ਜਾਂ ਸਿਲੇਬਸ ਜਾਂ ਐਜੂਕੇਸ਼ਨ ਪਾਲਿਸੀ ਉਸ ਲੈਵਲ ਦੀ ਨਹੀਂ ਹੈ ਕਿ ਤੁਸੀਂ ਬੱਚੇ ਨੂੰ ਉਸ ਲੈਵਲ ਤੇ ਤਿਆਰ ਕਰ ਸਕਦੇ ਹੋ ਕਿ ਉਹ ਕੰਪੀਟੀਸ਼ਨ ਲੜ ਸਕਦਾ, ਆਪਣਾ ਇੱਕ ਥਾਂ ਬਣਾ ਸਕਦਾ, ਆਪਣਾ ਕੈਰੀਅਰ ਸੈੱਟ ਕਰ ਸਕਦਾ, ਤਾਂ ਨੈਚੁਰਲੀ ਜਿੱਥੇ ਉਹਨੂੰ ਆਪਣਾ ਫਿਊਚਰ ਦਿਖੇਗਾ ਉੱਥੇ ਉਹ ਜਾਏਗਾ, ਭਾਵੇਂ ਵਿਦੇਸ਼ਾਂ 'ਚ ਕਿਉਂ ਨਾ ਜਾਣਾ ਪਵੇ। ਸੋ ਉਸ ਚੀਜ਼ ਦੇ ਧਿਆਨ ਨੂੰ ਹਮੇਸ਼ਾ ਮੱਦੇ ਨਜ਼ਰ ਰੱਖਦੇ ਹੋਏ ਜਦੋਂ ਗਵਰਨਮੈਂਟ ਪਾਲਿਸੀ ਪਾਸ ਕਰਦੀ ਆ ਤਾਂ ਉਹਦੇ 'ਚ ਇੱਕ ਚੀਜ਼ ਇਹ ਵੀ ਹੁੰਦੀ ਹੈ ਕਿ ਜਦੋਂ ਦੇਸ਼ ਦਾ ਇਤਿਹਾਸ ਹੈ ਉਹਦੇ ਨਾਲ ਛੇੜਖਾਨੀ ਨਾ ਹੋਵੇ। ਕੋਈ ਚੈਪਟਰਸ ਜਿਹੜੇ ਰਿਮੂਵ ਕਰ ਦਿੱਤੇ ਗਏ ਨੇ, ਕੋਈ ਸਰਟਨ ਰੀਜ਼ਨਸ ਨੇ ਜਿਹਦੇ ਪਿੱਛੇ ਹੋ ਸਕਦਾ ਹੈ ਕੋਈ ਪੋਲੀਟੀਕਲ ਵਿਲ ਵੀ ਹੋਵੇ ਕਿ ਇਹ ਚੈਪਟਰ ਰਿਮੂਵ ਕਰ ਦਿਓ, ਉਹ ਵੀ ਸੋਚਣੇ ਚਾਹੀਦੇ ਨੇ ਕਿ ਦੇਸ਼ ਦੇ ਭਵਿੱਖ ਨਾਲ ਖਿਲਵਾੜ ਨਹੀਂ। ਨਿਕਲ ਤਾਂ ਸਹੀ ਹੈ, ਜਿੱਦਾਂ ਹੁਣ ਸਿਲੇਬਸ ਬਣਿਆ ਨਾ ਜਿਹਦੇ ਵਿੱਚ ਪੁਰਾਣਾ ਇਤਿਹਾਸ ਹੈਗਾ, ਧਾਰਮਿਕ ਇਤਿਹਾਸ ਹੈਗਾ, ਜਿਹਦੇ ਵਿੱਚ ਹੈ ਨਾ ਸਿੱਖ ਗੁਰੂ ਸਾਹਿਬਾਨ ਦਾ ਹੈਗਾ, ਜਿੱਦਾਂ ਪੰਜਾਬ ਦੀ ਹਿਸਟਰੀ ਵਿੱਚ ਸਿੱਖ ਗੁਰੂਜ਼ ਦੀ ਹਿਸਟਰੀ ਹੈਗੀ ਆ, ਉਹਦੇ ਵਿੱਚ ਇਹ ਹੈ ਨਾ ਜਿਹਦੇ ਵਿੱਚ ਜਿਹੜੇ ਸੂਝਵਾਨ ਆ, ਜਿਹੜੇ ਲਰਨਰਡ ਹੈਗੇ ਨੇ, ਉਹਨਾਂ ਕੋਲ ਇੱਕ ਵਾਰੀ ਪਰਖਾਉਣਾ ਚਾਹੀਦਾ, ਉਹਨਾਂ ਨੂੰ ਪੜ੍ਹਾਉਣਾ ਚਾਹੀਦਾ। ਨਹੀਂ ਤਾਂ ਅੱਗੇ ਬੜੇ ਜਿਹੜੇ ਚੈਪਟਰ ਆ ਬੰਦ ਕਰਨੇ ਪਏ, ਔਰ ਉਹਨਾਂ ਚੈਪਟਰਾਂ 'ਚ ਬੜਾ ਕੁਝ ਉਲ ਜਲੂਲ ਲਿਖਿਆ ਗਿਆ ਸੀ, ਨਵੀਆਂ ਚੀਜ਼ਾਂ ਨੂੰ ਮਰੋੜਿਆ ਗਿਆ, ਕਿਉਂਕਿ ਹਿਸਟਰੀ ਜਿਹੜੀ ਲਿਖੀ ਗਈ ਆ ਆਪਣੀ ਕੋਈ ਪੰਜਾਬ ਦੀ ਹਿਸਟਰੀ ਬਹੁਤੀ ਲੰਬੀ ਹਿਸਟਰੀ ਨਹੀਂ, ਪੁਰਾਣੀ ਹਿਸਟਰੀ ਨਹੀਂ ਹੈਗੀ। ਔਰ ਉਹ ਜਿੰਨੇ ਕੁ ਪੁਰਾਣੇ ਲੋਕ ਹਿਸਟੋਰੀਅਨ ਨੇ, ਇਤਿਹਾਸਕਾਰ ਨੇ, ਉਹਨਾਂ ਦੀ ਸਲਾਹ ਲੈਣੀ ਚਾਹੀਦੀ ਹੈ। ਤਦ ਇਹ ਜਿਹੜੀ ਨੀਤੀ ਹੈ ਇਹਨੂੰ ਪੂਰਾ ਬਣਾਉਣਾ ਚਾਹੀਦਾ ਵਾ। ਤੇ ਪਹਿਲਾਂ ਇੱਕ ਜਿਸ ਤਰ੍ਹਾਂ ਹੁਣ ਇਹ ਆਪਾਂ ਅੱਗੇ ਗੱਲ ਕੀਤੀ ਹੈ, ਭਗਵੰਤ ਮਾਨ ਜੀ ਨੇ ਇੱਕ ਸਲਾਹਕਾਰ ਬੋਰਡ ਤਾਂ ਬਣਾ ਲਿਆ, ਉਹਨਾਂ ਵਿੱਚ ਐਜੂਕੇਸ਼ਨਿਸਟ ਹੋਣਗੇ, ਜਿਹਨੇ ਅਧਿਕਾਰੀ ਬੈਠ ਰਹੇ ਨੇ ਜਾਂ ਰਿਟਾਇਰਡ ਲੋਕ ਨੇ, ਕੁਝ ਸਕੂਲਾਂ ਕਾਲਜ ਚੋਂ ਵੀ ਲਏ ਰਿਟਾਇਰਡ, ਔਰ ਉਹਨਾਂ ਦੀ ਡਿਊਟੀ ਲਾਉਣੀ ਚਾਹੀਦੀ ਹੈ। ਉਹ ਖੁਦ ਵੇਖਣ ਕਿ ਜਿਹੜਾ ਅਧਿਆਇ ਆ ਗਿਆ, ਜਿਹੜਾ ਸਿਲੇਬਸ ਆ ਗਿਆ ਵਾ ਹਰ ਲੈਂਗੁਏਜ ਦਾ, ਉਹਦੇ ਵਿੱਚ ਪੰਜਾਬ ਦੀ ਜਿਹੜੀ ਹਿਸਟਰੀ ਹੈਗੀ ਉਹ ਇਨਬਿਨ ਹੈਗੀ ਆ, ਉਹਨੂੰ ਤਰੋੜਿਆ ਮਰੋੜਿਆ ਗਿਆ ਨਹੀਂ, ਲਿਖਿਆ ਨਹੀਂ। ਪੁਰਾਣੀ ਹਿਸਟਰੀ ਵੀ ਔਰ ਜੋ ਨਵੀਆਂ ਚੀਜ਼ਾਂ ਇਸਤੇਮਾਲ ਕਰਨੀਆਂ ਨੇ, ਸ਼ਾਮਿਲ ਕਰਨੀਆਂ ਨੇ, ਉਹ ਵੀ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਬਿਲਕੁਲ ਕਿ ਕਰਨਾ ਕੀ ਚਾਹੁੰਦੇ ਆ, ਕਿੱਦਾਂ ਦਾ ਫਿਊਚਰ ਬਣਾਉਣਾ ਚਾਹੁੰਦੇ ਆ, ਉਸ ਹਿਸਾਬ ਨਾਲ ਆਪਣਾ ਪਿਛੋਕੜ, ਆਪਣਾ ਵਰਤਮਾਨ, ਆਪਣਾ ਆਉਣ ਵਾਲਾ ਕੱਲ
ਡਿਜ਼ਾਈਨ ਕਰਨਾ ਚਾਹੀਦਾ ਤਾਂ ਕਿ ਹਰ ਚੀਜ਼ ਸੁਨਹਿਰੀ ਬਣੇ, ਹਾਂ ਗੋਲਡਨ ਬਣੇ। ਜੋ ਚੀਜ਼ਾਂ ਨਹੀਂ ਪਤਾ ਉਹ ਦੱਸੀਆਂ ਜਾਣ, ਔਰ ਮਾਡਰਨ ਐਜੂਕੇਸ਼ਨ ਦੇ ਮੁਤਾਬਿਕ, ਤਾਂ ਕਿ ਅਸੀਂ ਦੁਨੀਆ ਦੇ ਵਿੱਚ ਖੜੇ ਹੋ ਸਕੀਏ। ਸਾਡੀ ਮਾਡਰਨ ਐਜੂਕੇਸ਼ਨ ਹੋਣੀ ਚਾਹੀਦੀ ਹੈ ਜੋ ਜ਼ਰੂਰਤ ਹੈ ਸਮੇਂ ਦੀ, ਉਹਦੇ ਮੁਤਾਬਿਕ ਤੁਰਨਾ ਚਾਹੀਦਾ। ਸੋ ਇੱਕ ਸਰਬ ਪੱਖੀ ਵਿਕਾਸ ਦੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਕਰੈਕਟਰ ਵੀ ਬਿਲਡਅਪ ਹੋਵੇ, ਨੈਸ਼ਨਲ ਕਰੈਕਟਰ ਹੋਣਾ ਜ਼ਰੂਰੀ ਹੈ, ਤਾਂ ਹੀ ਤੁਸੀਂ ਨੇਸ਼ਨ ਨੂੰ ਖੜਾ ਕਰ ਸਕਦੇ ਹੋ। ਅਸੀਂ ਸ਼ੁਰੂ ਦੇ ਵਿੱਚ ਅਮਰੀਕਾ ਦੀ ਗੱਲ ਕੀਤੀ ਹੈ ਤੇ ਉੱਥੇ ਇੱਕ ਨੈਸ਼ਨਲ ਕਰੈਕਟਰ ਹੈ, ਐਵੇਂ ਨਹੀਂ ਡਿਵੈਲਪ ਕੰਟਰੀ ਬਣ ਗਿਆ, ਨੈਸ਼ਨਲ ਕਰੈਕਟਰ ਦੇ ਬੇਸ ਦੇ ਉੱਤੇ ਡਿਵੈਲਪ ਕੰਟਰੀ ਬਣਦਾ ਹੈ। ਠੀਕ ਹੈ, ਉੱਥੇ ਵੀ ਕਈ ਗੱਲਾਂ ਐਸੀਆਂ ਨੇ ਜਿਹਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ, ਡਿਸਕਸ ਕੀਤਾ ਜਾਂਦਾ, ਕਿਉਂਕਿ ਅਸੀਂ ਜਾਣਦੇ ਹਾਂ ਕੋਈ ਵੀ ਦੇਸ਼ ਪਰਫੈਕਟ ਨਹੀਂ ਹੁੰਦਾ, ਉਹਨੂੰ ਪਰਫੈਕਟ ਬਣਾਉਣਾ ਪੈਂਦਾ ਹੈ। ਮੇਰਾ ਖਿਆਲ ਹੈ ਖੰਨਾ ਜੀ, ਹੁਣ ਮੇਰਾ ਖਿਆਲ ਹੈ ਕਿ ਆਪਾਂ ਇਜਾਜ਼ਤ ਲਈਏ ਆਪਣੇ ਦਰਸ਼ਕਾਂ ਤੋਂ, ਬਸ ਉਸੇ ਗੱਲ ਨੂੰ ਗੱਲਬਾਤ ਜਿੰਨੀ ਹੋ ਗਈ ਵਧੀਆ, ਫਿਰ ਬਹੁਤ ਵਧੀਆ ਹੋ ਗਈ, ਆਪਾਂ ਅਗਲੇ ਪ੍ਰੋਗਰਾਮ 'ਚ ਸਾਰਾ ਕੁਝ ਬਿਲਕੁਲ ਕਰਾਂਗੇ। ਬਸ ਇਹੀ ਹੈ ਕਿ ਕਾਫੀ ਪੁਆਇੰਟ ਰਹਿ ਵੀ ਗਏ ਪਰ ਆਪਾਂ ਲਵਾਂਗੇ ਉਹਨਾਂ ਨੂੰ। ਬਿਲਕੁਲ, ਚਾਹੇ ਭਾਰਤ ਹੈ, ਚਾਹੇ ਅਮਰੀਕਾ ਹੈ, ਜਾਂ ਦੁਨੀਆ ਦਾ ਕੋਈ ਵੀ ਦੇਸ਼ ਹੈ, ਬਿਲਕੁਲ ਉੱਥੋਂ ਦੇ ਹਰ ਦੇਸ਼ ਦੇ ਲੋਕਾਂ ਦਾ ਇਹ ਜ਼ਿੰਮਾ ਹੈ ਔਰ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਦੇਸ਼ ਨੂੰ ਪਰਫੈਕਟ ਬਣਾਉਣ ਵੱਲ ਜ਼ਰੂਰ ਅੱਗੇ ਵਧੋ। ਬਿਲਕੁਲ। ਸੋ ਹੁਣ ਆਪਾਂ ਅੱਗੇ ਵਧਦੇ ਹਾਂ, ਆਪਣੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਹਾਂ, ਔਰ ਗੁਜ਼ਾਰਿਸ਼ ਹੈ ਕਿ ਆਪਣੇ ਸਾਰੇ ਵਿਚਾਰ ਇਨਬਾਕਸ ਜ਼ਰੂਰ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹਮੇਸ਼ਾ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।